ਕਿਹਾ ਕਿ ਵੀ ਅਗਰ ਔਰਤ ਦੀ ਦੁੱਬਰ ਦੇ ਵਿੱਚ ਵੀ ਤੁਸੀਂ ਕਰ ਦਿੰਦੇ ਹੋ ਨਾ, ਤੇ ਉੱਥੇ ਵੀ ਨਿਕਾਹ ਜਿਹੜਾ ਹੈਗਾ ਖਤਮ ਨਹੀਂ ਹੁੰਦਾ ਹੈਗਾ। ਉਹ ਨਿਕਾਹ ਤੇ ਨਹੀਂ ਖਤਮ ਹੁੰਦਾ, ਲੇਕਿਨ ਸਵਾਲ ਇੱਥੇ ਇਹ ਬੰਦਾ ਸੀ ਕਿ ਇਹ ਜਿਹੜਾ ਮਸਲਾ ਵੇ ਇਹ ਤੂੰ ਕਿੱਥੋਂ ਪੜ੍ਹਿਆ ਹੈ? ਸਵਾਲ ਜਿਹੜਾ ਸੀ ਇਹ ਸਵਾਲ ਆਇਆ ਸੀ। ਅੱਛਾ ਜੀ। ਹਾਂ, ਉਹ ਰੌਲਾ ਵਿੱਚ ਇਹ ਹੋ ਰਿਹਾ ਕਿ ਜਿਹੜੇ ਇਮਾਮ ਆਜ਼ਮ ਅਬੂ ਹਨੀਫਾ ਨੇ ਮਸਲੇ ਦੱਸੇ ਨੇ ਉਹ ਅਕੈਡਮੀ 'ਚ ਬਹਿ ਕੇ ਦੱਸਦਾ ਹੈ ਪਿਆ ਤੇ ਆਪਣੇ ਨੰਬਰ ਟੰਗੀ ਜਾ ਰਹੇ ਹੈ। ਸਵਾਲ ਤੇ ਇਹ ਵੇ ਕਿ ਤੂੰ ਤੇ ਤਕਲੀਦ ਤੇ ਕਰਦਾ ਹੀ ਕੋਣੀ, ਤੂੰ ਤੇ ਬਾਬਿਆਂ ਨੂੰ ਤੇ ਮੰਨਦਾ ਹੀ ਕੋਣੀ। ਜੀ ਤੂੰ ਮੈਂ ਨਵਾਂ ਇਮਾਮ ਆਜ਼ਮ ਦੇ ਮਸਲੇ ਜਾਂ ਇਮਾਮ ਸ਼ਾਫੀ ਦੇ ਮਸਲੇ ਤੂੰ ਕਿਉਂ ਬਿਆਨ ਕਰਨਾ? ਤੈਨੂੰ ਤੇ ਚਾਹੀਦਾ ਸੀ ਤੂੰ ਕੁਰਾਨ 'ਚ ਦੱਸਦਾ ਜਾਂ ਹਦੀਸ 'ਚੋਂ ਮਸਲੇ ਕੱਢ ਕੇ ਦੱਸਦਾ। ਹਾਂਜੀ, ਤੇ ਕੁਰਾਨ ਤੇ ਹਦੀਸ 'ਚ ਤੇ ਹੈ ਹੀ ਕੋਣੀ ਹੈ। ਤੇ ਗੁਜ਼ਾਰਿਸ਼ ਹੈ ਵੀ ਸਵਾਲ ਕਰਨ ਵਾਲੇ ਐ ਸਨ ਕਿ ਭਾਈ ਸਾਨੂੰ ਦੱਸੋ ਤੇ ਸਹੀ ਕਮ ਅਜ਼ ਕਮ ਕਿ ਤੂੰ ਜਿਹੜੇ ਮਸਲੇ ਬਿਆਨ ਕਰਨਾ ਪਿਆ ਇਹ ਕਿੱਥੇ ਲਿਖੇ ਨੇ, ਸਾਨੂੰ ਉਹ ਜਗ੍ਹਾ ਦੱਸ। ਉਹ ਇਹ ਮਸਲਾ ਤੇ ਇਹੋ ਹੀ ਹੈ ਜਨਾਬੇ ਮਨ ਕਿ ਅਗਰ ਕਿਸੇ ਨੇ ਦੁਬਰ ਯੂਜ਼ ਕੀਤੀ, ਉਹਦੇ 'ਚ ਵਤੀ ਕੀਤੀ, ਉਹਦੇ ਨਾਲ ਨਿਕਾਹ ਦੇ ਉੱਤੇ ਫਰਕ ਤੇ ਨਹੀਂ ਪਏਗਾ, ਲੇਕਿਨ ਗੁਨਾਹ ਜ਼ਰੂਰ ਹੈ। ਠੀਕ ਹੈ, ਗੁਨੇਗਾਰ ਜ਼ਰੂਰ ਹੋ ਗਏ ਨੇ ਤੇ ਲੇਕਿਨ ਨਿਕਾਹ ਦੇ ਉੱਤੇ ਫਰਕ ਨਹੀਂ ਪਏਗਾ ਜੀ। ਲੇਕਿਨ ਇੱਕ ਕਾਰੀ ਅਰਸ਼ਦ ਸਾਹਿਬ ਹੈਗੇ, ਉਹ ਤੇ ਇਹ ਗੱਲ ਕਹਿੰਦੇ ਕਿ ਨਿਕਾਹ ਖਤਮ ਹੋ ਜਾਂਦਾ ਹੈਗਾ। ਨਹੀਂ, ਉਹ ਅਸਲ 'ਚ ਕਾਰੀ ਵੀ ਤੇ ਰੰਗ ਬਰੰਗੇ ਬਣੇ ਨੇ ਨਾ, ਹੁਣ ਕੀ ਕੀਤਾ ਜਾ ਸਕਦਾ ਹੈ। ਉਹ ਕਹਿੰਦੇ ਉਹਨਾਂ ਨੇ ਮੁਫਤੀ ਸਾਹਿਬ ਇਹਦੇ ਉੱਤੇ ਬਿਆਨ ਦਿੱਤਾ ਹੈ ਜੀ, ਕਿਉਂਕਿ ਇਹ ਹੈਗਾ ਉਲਮਾ ਇਕਰਾਮਾਂ ਦੇ ਮਸਲੇ, ਇਹ ਕੋਈ ਆਮ ਮੇਰੇ ਵਰਗੇ ਬੰਦੇ ਦੇ ਵਾਸਤਾ ਤਾਂ ਰੋਗ ਹੀ ਕੋਈ ਨਹੀਂ ਨਾ ਹੈਗਾ। ਇਹ ਹੈਗਾ ਉਲਮਾ ਇਕਰਾਮਾਂ ਦੇ ਮਸਲੇ, ਜੇ ਉਹੀ ਦੱਸ ਸਕਦੇ। ਉਹਨਾਂ ਨੇ ਕਿਹਾ ਕਿ ਜਿਸ ਵਕਤ ਇੱਕ ਅੱਲਾਹ ਤਾਲਾ ਨੇ ਇੱਕ ਹਦੂਦ ਕਾਇਮ ਕੀਤੀ ਹੈਗੀ ਹੈ ਇਹ ਮੀਆਂ ਬੀਵੀ ਦੇ ਮਿਲਣ ਦੀ, ਤੇ ਅਗਰ ਤੁਸੀਂ ਉਸ ਹਦੂਦ ਨੂੰ ਕ੍ਰਾਸ ਕਰਕੇ ਦੂਸਰੇ ਪਾਸੇ ਜਾਂਦੇ ਹੋ ਤੇ ਜ਼ਾਹਰੀ ਗੱਲ ਆ ਫਿਰ ਉਹ ਹਰਾਮ ਆ, ਤੇ ਹਰਾਮ ਆ ਉਹਦੇ ਉੱਤੇ ਲਾਨਤ ਬਰਸਦੀ ਹੈ, ਉਹਦੇ ਉੱਤੇ ਸਾਰਾ ਨਿਜ਼ਾਮ ਹੁੰਦਾ, ਤੇ ਉਹਦੀ ਵਜ੍ਹਾ ਤੋਂ ਤੇ ਫਿਰ ਖਤਮ ਹੋ ਗਿਆ ਨਾ। ਉਹ ਦੀਨ ਇੰਜ ਤੇ ਨਹੀਂ ਹੈ ਕਿ ਕਿਸੇ ਕਾਰੀ ਸਾਹਿਬ ਨੇ ਫਰਮਾ ਦਿੱਤਾ ਤੇ ਉਹ ਹੁਣ ਦੀਨ ਬਣ ਗਿਆ, ਜਾਂ ਕਿਸੇ ਪੀਰ ਸਾਹਿਬ ਨੇ ਫਰਮਾ ਦਿੱਤਾ ਜੀ ਉਹ ਦੀਨ ਬਣ ਗਿਆ। ਜੀ ਜੀ, ਕਿਸੇ ਨੇ ਦਾੜੀ ਵਾਲੇ ਨੇ ਤੇ ਕਿਸੇ ਪੱਗ ਵਾਲੇ ਨੇ ਕੋਈ ਦੱਸ ਚੜੀ ਕੋਈ ਚੀਜ਼ ਤੋਂ ਦੀਨ ਬਣ ਗਿਆ, ਇੰਜ ਤੇ ਨਹੀਂ ਹੈ ਦੀਨ। ਜਾਂ ਕਿਸੇ ਇੰਜੀਨੀਅਰ ਤੇ ਜਾਂ ਪ੍ਰੋਫੈਸਰ ਤੇ ਜਾਂ ਡਾਕਟਰ ਨੇ ਦੱਸ ਚੜੀ ਤੋਂ ਦੀਨ ਬਣ ਗਿਆ, ਇੰਜ ਤੇ ਨਹੀਂ ਹੁੰਦਾ। ਨਹੀਂ ਜੀ, ਨਹੀਂ। ਇਹ ਵੇ ਕਿ ਜਿਹੜੀ ਭਾਈ ਜੀ ਸਾਡੀ ਇਹ ਕੁਰਾਨ ਹਦੀਸ ਦੇ ਵਿੱਚ ਜੋ ਕੁਝ ਲਿਖਿਆ ਹੋਵੇ, ਜਾਂ ਸਾਡੇ ਆਇਮਾਂ ਦੇ ਕੋਲੋਂ ਇੱਕ ਮਸਲਾ ਨਿਕਲਿਆ ਹੋਵੇ ਤੇ ਅਸੀਂ ਤਾਂ ਉਹਦੇ ਤੇ ਅਮਲ ਕਰਨਾ, ਨਾ ਕਿ ਅੱਜ ਕੱਲ੍ਹ ਦੇ ਕੋਈ ਵੀ ਕਾਰੀ ਤੇ ਕੋਈ ਮੌਲਾਨਾ ਤੇ ਕੋਈ ਇੰਜੀਨੀਅਰ ਤੇ ਕੋਈ ਪ੍ਰੋਫੈਸਰ ਤੇ ਕੋਈ ਡਾਕਟਰ ਤੇ ਕੋਈ ਬਲਾ ਕੋਈ ਯੂਟਿਊਬਰ ਹੈ ਤੇ ਕੋਈ ਸੋਸ਼ਲ ਮੀਡੀਆ ਐਕਟਿਵਿਸਟ, ਉਹਦੀ ਗੱਲ ਤੇ ਨਹੀਂ ਮੰਨੀ ਜਾਣੀ। ਨਹੀਂ ਜੀ, ਬਿਲਕੁਲ ਜੀ, ਬਿਲਕੁਲ ਤੁਸੀਂ ਬਿਜਾ ਫਰਮਾਇਆ ਜੀ, ਬਿਜਾ ਫਰਮਾਇਆ। ਇੰਜ ਨਹੀਂ, ਨਿਕਾਹ ਐਵੇਂ ਨਹੀਂ ਮੂੰਹ ਚੁੱਕ ਕੇ ਟੁੱਟ ਜਾਂਦੇ। ਹਾਂ, ਗੁਨਾਹ ਵਾਲੀਆਂ ਚੀਜ਼ਾਂ ਐਵੇਂ ਕੁਝ ਗੁਨਾਹ ਜ਼ਰੂਰ ਹੁੰਦਾ ਹੈ। ਜਿਵੇਂ ਇਹ ਵੇਖੋ ਨਾ, ਜਿਵੇਂ ਓਰਲ ਸੈਕਸ ਕਰਵਾਉਣਾ ਗੁਨਾਹ ਜ਼ਰੂਰ ਹੈ। ਔਰਤ ਅਗਰ ਜ਼ਕਰ ਨੂੰ ਚੂਸਣਾ ਸ਼ੁਰੂ ਕਰ ਦੇ ਤੇ ਉਹਦਾ ਨਿਕਾਹ ਟੁੱਟ ਜਾਏਗਾ। ਨਿਕਾਹ ਤੇ ਕੋਈ ਫਰਕ ਨਹੀਂ ਪੈਂਦਾ, ਗੁਨਾਹ ਜ਼ਰੂਰ ਹੈ, ਗੁਨਾਹ ਜ਼ਰੂਰ ਹੈ। ਠੀਕ ਹੋ ਗਿਆ। ਇੰਜੀ ਮਰਦ ਨੇ ਅਗਰ ਔਰਤ ਦੀ ਸ਼ਰਮਗਾਹ ਚੂਸੀ ਤੇ ਕੀ ਨਿਕਾਹ ਟੁੱਟ ਜਾਏਗਾ? ਨਿਕਾਹ ਤੇ ਨਹੀਂ ਟੁੱਟੇਗਾ, ਹਾਂ ਗੁਨਾਹ ਜ਼ਰੂਰ ਹੈ। ਠੀਕ ਹੈ, ਨਿਕਾਹ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਹੈ। ਠੀਕ ਹੋ ਗਿਆ ਜੀ, ਠੀਕ ਹੋ ਗਿਆ ਜੀ। ਅਗਰ ਕੋਈ ਇੱਥੇ ਕੋਈ ਕਾਣੇ ਦਾ ਕੋਈ ਮੰਨਣ ਵਾਲਾ ਬੈਠਾ ਹੈਗਾ ਤੇ ਆਜੋ, मैं थल्ले उतर जाना हैगा। अस्सलाम वालेकुम। अच्छा माज़ूर जी, मैं बीच में बात कर रहा हूँ। ये अपना मलक भाई, ये स्काई किंग्स नाम का एक बेशरम आदमी तबर्रा कर रहा है साहबा किराम के ऊपर, म्यूट करे जरा आप। स्काई किंग्स नाम का ਇੱਕ ਮਿੰਟ ਯਾਰ, ਮੈਂ ਮੋਡੀਨੇਟ ਥੱਲੇ ਟੈਗਰ ਤੈਨੂੰ ਬਣਾਇਆ ਦਾ, ਇਹਨੂੰ ਨਾ ਇਹਦੀ ਭੈਣ ਦੇ ਨਾਲ ਬਕਾਇਦਾ ਤੌਰ ਤੇ ਨਾ ਇਹਨੂੰ ਘਰ ਛੱਡ ਕੇ ਆ। ਹਾਂ, ਤੂੰ ਉਹਦੀ ਭੈਣ ਚੁੱਕ ਲਿਆਣਾ, ਉਹ ਇੱਥੇ ਆ ਜਾਂਦਾ ਮੇਰੇ ਕੋਲ। ਸਕਾਈ ਅੱਛਾ ਜੀ, ਇਹ ਇੱਕ ਕੀ ਨਾਂ ਹੈ ਇਹਦਾ, ਦਿਸ਼ ਬਖਤ ਕਰਕੇ ਕੋਈ ਆਈਡੀ ਨਵੀਂ ਆਈ ਹੈ ਜੀ। ਜਨਾਬ ਥੋੜਾ ਜਿਹਾ ਆਪਣਾ ਤਾਰਫ ਕਰਾਓ, ਫਿਰ ਅੱਗੋਂ ਅਸੀਂ ਗੱਲ ਕਰਨੀ। ਮਲਕ ਆਵਾਜ਼ ਸਹੀ ਨਹੀਂ ਆ ਰਹੀ। ਮੈਂ ਕਹਿ ਰਿਹਾ ਜ਼ਰਾ ਤਾਰਫ ਕਰਾਓ, ਨਵੀਂ ਇੱਕ ਆਈਡੀ ਆ ਕੇ ਬੈਠੀ ਹੈ ਜਨਾਬ। ਮਿਊਟ ਤੋਂ ਹਟਾਓ, ਤੇ ਮਿਊਟ ਤੋਂ ਹਟਾ ਕੇ ਜਿਹੜਾ ਨਾ ਉਹ ਜੀ 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 ਮਿਊਟ ਲਾਓ। ਹਾਂਜੀ, ਲੋ ਜੀ, ਮੈਂ ਕਰੀ ਤੁਹਾਨੂੰ ਜਿਹੜਾ ਨਾ ਆਪਸ਼ਨ ਮੈਂ ਤੁਹਾਨੂੰ ਘੱਲਿਆ, ਮਿਊਟ ਤੋਂ ਹਟਾਓ। ਕੀ ਨਾਂ ਯਾਰ ਤੁਹਾਡੀ? ਦੇਸ਼ ਬਖਤ ਕਰਕੇ ਇੰਜ ਕੋਈ ਨਾਂ ਹੈ, ਦੇਸ਼ ਬਖਤ। ਦੇਸ਼ ਬਖਤ ਸਾਹਿਬ ਨੋਟ ਹਟਾਓ ਆਪਣਾ। ਮੈਂ ਫਾਰਸੀ ਚ ਕਹਿ ਰਿਹਾ ਵੀ ਹਟ ਗਏ ਨੇ, ਉਹ ਚਲਾ ਗਿਆ ਜੀ, ਚਲਾ ਗਿਆ। ਕਿੱਥੇ ਗਿਆ? ਅੱਛਾ ਜੀ, ਅਬਦੁਲ ਹਾਈ ਜਨਾਬ, ਤੁਸੀਂ ਥੱਲੇ
ਕਿ ਨਾ ਵਾਵਾ ਕਮੈਂਟ ਕਰ ਰਹੇ ਹੋ, ਥੋੜੀ ਜਿਹੀ ਹਿੰਮਤ ਕਰੋ ਤੇ ਆਜੋ ਕਾਲ ਦੇ ਉੱਤੇ, ਤੇ ਕਾਲ ਦੇ ਉੱਤੇ ਜਿਹੜੀ ਗੱਲ ਹੈ ਉਹ ਕਰ ਲਓ, ਠੀਕ ਹੈ ਨਾ ਕਿ ਥੱਲੇ ਤੁਸੀਂ ਟਿਪ ਟਿਪ ਕਰਦੇ ਰਹੋ ਤੇ ਆ ਕੇ ਚੌਕਾ ਛੱਕਾ ਮਾਰੋ ਜਿਹੜਾ ਮਾਰਨਾ ਜੀ। ਹਾਂ ਨਾਰਾ ਮੁਫਤੀ ਬਸ਼ਰ ਸ਼ਾਹ ਦਾ, ਮਿਰਜ਼ਾ ਜੈਲਮੀ ਪੁੱਤਰ ਮਿਰਜ਼ਾ ਸੀਨੀਅਰ ਦਾ। ਠੀਕ ਜੀ ਬਿल्कुल। अच्छा जी आए जी अस्सलाम वालेकुम रहमतुल्लाहि वबरकातुहू। वालेकुम सलाम। जी मुफ्ती साहब क्या हाल है? ठीक है। तमाम दोस्तों को बहुत बहुत सलाम जी। देश बाग था लफ्ज़, एक्चुअल में सही लिखा नहीं गया होगा, तो मैं मुफ्ती साहब और तमाम हजरात को मुबारकबाद पेश करता हूँ कि आप एक बहुत अच्छे टॉपिक के ऊपर बात कर रहे हैं और मुफ्ती साहब काफ़ी अच्छे दलाइल भी दे रहे हैं। तो मुफ्ती साहब एक दो बातें अर्ज़ करनी थी अगर इजाज़त है। एक्चुअली मैं बाहर ही रहा हूँ, पाकिस्तान में कम ही रहा हूँ, लेकिन पाकिस्तान में जब बचपन सारा गुजरा तो डिफरेंट फ़िरका वारियत के लोग ज़िंदगी में आए। मसलन पहले सुन्नी हजरात ज़्यादा है और ये जमातें वगैरह, दावत इस्लामी, जमात इस्लामी, काफ़ी जमातों के साथ मतलब कि हम रहे। उसके बाद तबलीगी जमात वगैरह में भी हम सैर रोज़ा वगैरह लगाते रहे। जैसे एक न्यूट्रल, एक पाकिस्तानी, एक पाकिस्तान में रहने वाले मुसलमान, कोई स्टूडेंट, इन सब माहौल में से गुज़रता है, सभी ऐसे गुज़रे होंगे। तो बाद में जब ख़ुद थोड़ा सा पढ़ा ना कुरान मजीद को, तो यकीन माने ऐसा लगा कि जो हम बातें मौलवी हजरात से सुनते थे वो ठीक कहते थे अपनी जगह, लेकिन जो कुरान की तालीमात हैं उससे तो बिल्कुल दूर दूर तक भी वो मैच नहीं करते थे। और इसमें एक और चीज़ मैं ऐड करना चाहूँ कि यहाँ पर मैं एयरपोर्ट में काम करता था पहले, तो कोरोना से पहले, तो यहाँ पे एक मेरे एक दोस्त थे, वो मुसलमान हो गए, ठीक है, अल्लाह ने उनको मतलब कि हिदायत बख्शी ना। तो वो मुझसे क्वेश्चन किया करते थे काफ़ी। तो जब भी मैं उनसे कोई बात समझाने की कोशिश करता था अपने नॉलेज के मुताबिक, तो मुझे ऐसा लगता था कि मैं अगर यहाँ पे मैं इनको अगर सुन्नी बनाऊँ, शिया बनाऊँ, वाबी बनाऊँ, देवबंदी बनाऊँ, कोई बनाऊँ, बना सकता हूँ, क्योंकि मुझे तो सारों को ही पता था क्या क्या सीन है। लेकिन मेरे से कभी उनको ना शिया बनाने की मैंने कोशिश की, हो ही नहीं सकी, ना ही मैं सुन्नी का भी बनाने की कोशिश की, हो ही नहीं सकी। मतलब मैं चाहता था कि मेरी फैमिली तो चलो सारे अहले सुन्नत वल जमात के हैं और कुछ जमात के भी लोग भी हैं बीच में फैमिली वाइज डिफरेंट, लेकिन मोस्टली अहले सुन्नत और पाकिस्तान में जैसे बरेलवी हज़रात ज़्यादा होते हैं। लेकिन मेरी अंदर की जो अंदर की आवाज़ थी ना, तो मैंने उनको मतलब कि जो कुरान और हदीस की बात मुझे पता थी मैंने उनको बताई, और उन्होंने भी अल्लाह की हिदायत के मुताबिक, अल्लाह ताला की अता के मुताबिक उन्होंने बख्शी। तो मेरा मुफ्ती साहब सवाल ये है कि जब हम डिफरेंट नेशनलिटी के लोगों के साथ मिलते हैं ना, तो यकीन माने कि जब भी इस्लाम की बात करते हैं तो कभी भी ये नहीं जब हम सोचते ही नहीं है कि हम सुन्नी हैं, शिया हैं, वाबी हैं, या कोई मतलब कि हमारे साथ कोई फ़िरका है। तो क्या ये सोचना ठीक है? क्या ऐसा करना ठीक है? प्लीज़ मेरी बात ख़त्म होगी, मुझे म्यूट कर दे बेटा। अच्छा आपके पास ना म्यूट का ऑप्शन है, आप उसको म्यूट कर लें अपने आप को। गुजारा ये है कि इतनी लंबी गुफ्तगू के बाद मुझे ये बात समझ आई है कि आया हम सुन्नी, शिया, वाबी, देवबंदी हो सकते हैं कि नहीं। क्या आपका यही सवाल है? म्यूट से हटा के बात करें। सवाल इतना लंबी गुफ्तगू ना उलझ के रह गया है कि सवाल कौन जी 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 मुफ्ती साहब, जी मुफ्ती, ज़्यादा मतलब पढ़ा लिखा नहीं हूँ, बस थोड़ा सा एक्सपीरियंस ही हासिल है। जी जी मैं 10 सेकंड ਦੇ ਵਿੱਚ ਸਵਾਲ ਬੰਦਾ ਕਹਿ ਕੇ ਸਾਈਡ ਤੇ ਹੋ ਜਾਂਦਾ ਜੀ, मैं सुन्नी, शिया, वाबी, देवबंदी हो सकता। माजरत मैंने थोड़ी सी तमीद अपनी आप बीती सी बयान कर दी, माजरत मैं अब म्यूट लगा लें अब मैं क्वेश्चन को बिल्कुल 2 लाइनों में कर देता हूँ। हो गया क्वेश्चन तो हो जी गया। एक दफ़ा दोहरा दूंगा, आपको सही समझ आ जाएगा और कन्फ्यूजन ख़त्म हो जाए। मैं ये कहना चाहता हूँ कि कुरान और हदीस, आप वसल्लम की ज़ात और कुरान, इसके अलावा भी कुछ और भी है जो जैसे शिया, सुन्नी, वाबी, ये ज़रूरी है, ये ज़रूरी नहीं है। खलास, थैंक यू वेरी मच। मैं अर्ज करता हूँ, मुख्तसर ये जवाब है कि जिस तरीके से इंसान एक हकीकत है, उसी तरीके की एक हकीकत सुन्नी, शिया, वाबी, देवबंदी भी है। ये मुख्तसर जवाब है, ठीक है। गुजारा ये है कि ये है ड्रामेबाजी।
ड्रामे बाजी, सिर्फ और सिर्फ एक ड्रामे बाजी है और कुछ भी नहीं। जो बंदा ये नारा लगाता है ना, ना मैं भाभी ना मैं बाबी, मैं हूं मुस्लिम इल्मी किताबी, वो खुद एक फिरका बना के बैठा हुआ है। उसने खुद एक अपनी दुकान खोली हुई है, ठीक है ना, दुकानें खुली हुई हैं भाई, दुकान अपनी अपनी अब चलेगी। अब वो दुकान उसने इस तरीके से खोली है, टेक्निकल किस्म की दुकान। उसने कहा जनाब तुम देखो अपनी सुन्नियों ने एक दुकान खोली है, एक शियों ने दुकान खोली है, एक देवबंदियों ने दुकान खोली है, एक वाबियों ने दुकान खोली है, तो चलो एक मेरी दुकान है कि मैं कुछ भी नहीं, चलो ये एक अपन अलग से एक दुकान खुल गई है, ये भी एक फिरका बन गया है। भाई मुझे तो ये नहीं समझ आती, अल्लाह के नबी सल्लल्लाहु अलैहि वसल्लम ने वाज़े तौर पे जब फरमा दिया कि 73 फिरके बनने ही बनने हैं, यार आप और मैं कौन होते हैं उनको ख़त्म करने वाले, बताइए। कोई प्रोफेसर या डॉक्टर या इंजीनियर के अंदर हिम्मत है कि अल्लाह के नबी की बात को टाल सके? भाई अल्लाह के नबी कहते होने हैं, इंजीनियर कह रहे हैं नहीं होने, अल्लाह के नबी कहते हैं ये हो के ही रहने हैं, और जिसने जाना है ना जन्नत में वो भी फिरका ही होना है। हाँ जी, वो भी फिरका ही होना है, तो फिरके ने जाना है जन्नत में। इसका मतलब है जो बंदा ये कहता है मेरा कोई फिरका नहीं है, इसका मतलब है इस्लाम से उसका फिर कोई तल्लक ही नहीं है। सीधी सी बात है भाई। जब अल्लाह के नबी ने कहा कि मेरी उम्मत के 73 फिरके बनने ही बनने हैं, एक फिरके ने जन्नती ही होना है, तो एक बंदा कहता है नहीं मेरा फिर कोई फिरका ही नहीं, इसका मतलब है वो मुसलमान ही नहीं। अब ये मेरा सवाल है, अब इसका जवाब कोई देगा नहीं भाई। या तो हमारे भी सवालों के जवाब कहीं से कोई ऐसा एक प्लेटफॉर्म बता दिया जाए जहां से मुफ्ती बशर शाह सवाल कर सके और अगला बंदा को जवाब दे सके। यकीन मानिए 25 साल हो गए मुझे काम करते हो, मुझे आज तक सवाल का जवाब मेरे का किसी ने नहीं दिया, और लाखों की तादाद में मुझसे लोगों ने सवाल किए हैं और अल्लाह के हुक्म से मैंने हर एक के बित तफसील जवाब दिए हैं। लेकिन मैंने आज तक जितने सवाल किए, आज तक कोई एक माई दा लाल मैनू नहीं लभ्या किसने मेरे सवाल का जवाब दिता है। भाई कम अज कम कोई एक प्लेटफॉर्म हमें भी तो बताओ ना यार, कि कोई एक प्लेटफॉर्म के जहां पे जाके हम भी सवाल कर सके। मुफ्ती साहब मैं बोल सकता हूँ? नहीं अभी मेरी ओके जो उठता है मेरा सवाल है, जो उठता है मेरा सवाल है, अपने भी उठते हैं तो मेरा सवाल है, गैर भी उठते हैं तो मेरा सवाल है, कोई कादियानी आएगा तो मेरा सवाल है, इंजीनियर का आएगा तो मेरा सवाल है, कोई ईसाई आएगा तो मेरा सवाल है, कोई एथीइस्ट आएगा तो मेरा सवाल है, तो इधर से कोई सुन्नी शिया भाभी देवबंदी उठेगा तो मेरा सवाल है। तो मेरा भी एक सवाल है, और सवाल ये है कि मेरे सवाल का जवाब कहां से मिलेगा। और आज की नशिस्त का ये वाला सवाल है कि जो लोग ये कहते हैं मेरा कोई फिरका ही नहीं है, तो इसका मतलब है फिर वो हदीस मुनकर हदीस है, अल्लाह के नबी सल्लल्लाहु अलैहि वसल्लम की हदीस है, उनका को नहीं मानता, क्योंकि अल्लाह के नबी सल्लल्लाहु अलैहि वसल्लम ने फरमाया है कि मेरी उम्मत के 73 फिरके होने ही होने हैं। जब 73 फिरके होने हैं तो उनमें से एक फिरके ने जाना है जन्नत में, 72 में जन्नम ने जाना है। इसका मतलब है जो बंदा ये कहता है कि मेरा कोई फिरका ही नहीं है, वो मुनकिर हदीस है, अल्लाह के नबी की बातों को वो मानता ही नहीं है। याद रखिएगा मुसलमानों, तुम लोगों को ये इंजीनियर ये मुनकिर हदीस बना रहा है, हाँ मुनकिर हदीस बना रहा है, आंखें खोल के रखें। चले जी मेरी बात ख़त्म होगी, अब देशभक्त साहब बात कर ले। थैंक यू जी, थैंक यू वेरी मच मुफ्ती साहब जी, आपने बड़ा तफसील से जवाब दिया कि किसी भी बंदे को मतलब कि उसको होना पड़ेगा किसी ना किसी फ़िरके में। तो मैं किसी भी फ़िरके में भी जाता हूँ तो उनमें तो मुझे कहीं ना कहीं कुछ ना कुछ कमी लगती है कि इनमें ये चीज़ जो है ना वो बड़ी प्रॉब्लम कर सकती है आगे चल के। तो मुझे वैसे ज़रूरत भी नहीं पड़ी,
مطلب مجھے نیچرلی ضرورت نہیں پڑی. فار ایگزامپل کوئی مطلب کہ ایک نان مسلمان ہو جاتا ہے تو اس کا کیا فرقہ ہوگا؟ تو جو حدیث آپ بتا رہے ہیں اس کو تھوڑا تفصیل میں آپ تھوڑا سا بتا دیجیے گا معذرت کے ساتھ، کیونکہ ہمیں تو نہیں پتا، مفتی آپ ہیں. تو میں آپ سے سوال اس وجہ سے کر رہا ہوں کہ مجھے آپ سے جواب چاہیے اور مجھے پتا ہے کہ آپ بہت اچھا جواب دیں گے. دیش بھگت ہوں میرا نا تیرنا سوال ہے. مفتی صاحب ذرا سمجھنا کہ مفتی صاحب ذرا کرتے ہیں. میرا ایک سوال ہے، میں سامنے آنا ایک منٹ. آواز آ رہی ہے؟ آواز آ رہی ہے ہوں؟ جی جی بردر. اچھا ہوں ذرا مینوں تھوڑا جہا اپنا بھی ذرا تھوڑا جہا تعارف کراؤ نا. مرزا قادیانی یا مرزا انجینئر تے یا کس چیز تے تسی منن والے ہو اور کی چاہ رہے ہو؟ کھل کے ذرا گل کرو. مجھے ایسا لگتا ہے کہ اس دور کی نزاکت کو دیکھتے ہوئے آپ کے پاس آپ کا رہنما قرآن ہے. میں یہ پوچھ رہا ہوں کہ آپ مرزا جیل میں جہنمی کے ماننے والے ہیں یا مرزا قادیانی والے؟ نہیں میں ان کو نہیں سنے، میں نہیں سنتا کسی کو. سنتا سب کو. انجینئر صاحب جو بھی ہیں میں آئی ڈونٹ کہہ رہے ہیں کہ بھائی کیئر. آج دنیا کے اندر اگر کوئی رہنما ہے وہ ہے قرآن ہے. اس کا مطلب ہے واضح طور پہ وہ منکر ہیں حدیث کے، وہ کہتے ہیں نہیں میں حدیث کو نہیں مانتا. نعوذ باللہ نعوذ باللہ. نہیں مفتی صاحب نہیں بات سنیں. جی پوری کرنے دیں. اصل میں ان کے ساتھ مخاطب تھا، آپ آگے تھے. مفتی جی میں یہ کہنا چاہ رہا ہوں کہ اس جو دور چل رہا ہے نا، اس دور میں اس میں رہنما قرآن ہے، اور قرآن اور حدیث کے بغیر قرآن تو ہو ہی نہیں سکتا. آپ کو قرآن کو سمجھ ہی نہیں آئے گی. آپ صلی اللہ علیہ وسلم کی زندگی کے بغیر کچھ ہو ہی نہیں سکتا. آپ قرآن بھی پڑھ لینا، ان کی زندگی کے بغیر نہیں ہو سکتا. بیکاز سنیں نا وہ اور پوچھتے جائیں جو بھی. ایک تو قرآن حدیث، آپ صلی اللہ علیہ وسلم کی زندگی کے بغیر کچھ نہیں ہو سکتا. قرآن ہے اور حدیث ہے اور کیا ہے، اور آپ بتا دیں. اور مجھے نہیں سمجھ آ رہی کہ، اور مجھے جب بھی میں سمجھنے کی کوشش کرتا ہوں میں خود ہی کنفیوز ہو جاتا ہوں. یا حدیث آپ کو پیش کریں تو پھر مان جائیں گے آپ؟ جی میں ہر حدیث کی مطلب کہ کتاب کی حدیث کو حضرت جبر رضی اللہ عنہ کو نبی عالم صلی اللہ علیہ وسلم نے یمن کا حاکم بنا کے بھیجا، تو 7 صحابہ بھی بھیجے. تو حضرت معاذ بن جبل سے آپ صلی اللہ علیہ وسلم نے دریافت کیا، اے معاذ وہاں جا کے جب کوئی تم سے سوال پوچھے گا تو یقینی سی بات ہے شریعت کے سوال پوچھنے اور کون سے پوچھنے، تو فیصلہ کیسے کرے گا؟ معاذ بن جبل رضی اللہ عنہ نے عرض کیا، یا رسول اللہ کریم آقا صلی اللہ علیہ وسلم، حضور جی میں قرآن سے فیصلہ کروں گا. نبی عالم صلی اللہ علیہ وسلم نے یہ نہیں کہا کہ بس ٹھیک ہے قرآن کافی ہے، نہیں، بلکہ نبی عالم صلی اللہ علیہ وسلم نے فرمایا کہ اگر بالفرض قرآن سے اس سوال کا جواب نہ ملا تو کیا کرو گے؟ معاذ رضی اللہ عنہ نے عرض کیا، یا رسول اللہ پھر آپ کی سنت میرے پاس ہے، سنت سے فیصلہ کروں گا. حضور جی نے اس پہ خاموشی نہیں اختیار کی کہ قرآن اور سنت ہو گئی یا بس چلو جی بس دین کامل ہو گیا، نہیں. حضور جی نے فرمایا اگر اس مسئلے کا جواب سنت میں سے بھی نہ مل پایا تو پھر کیا کرو گے؟ معاذ بن جبل عرض کرنے لگے، یا رسول اللہ کریم آقا صلی اللہ علیہ وسلم پھر میرے ساتھ صحابہ کرام جا رہے ہیں اور یہ بھی آپ کے شاگرد ہیں جنہوں نے آپ سے تعلیم حاصل کی ہے، تو ہم مل بیٹھ کے مسئلے کا حل نکالیں گے. تو جو اجماع امت ہوگا تو وہ پھر مسئلے کا جواب ہم آگے بیان کر دیں گے. نبی عالم صلی اللہ علیہ وسلم نے اس کے اوپر بھی خاموشی نہیں فرمائی. ارشاد فرمایا کہ اگر بالفرض اجماع امت سے بھی مسئلہ حل نہ ہوا تو کیا کرو گے؟ پھر وہ عرض کرنے لگے کہ یا رسول اللہ کریم کا پھر میں اپنی عقل سے کام لوں گا، اپنی رائے سے کام لوں گا، اپنے قیاس سے کام لوں گا. یعنی 4 چیزیں ہوں گی نا شریعت، قرآن، سننا، اجماع اور قیاس. فقط قرآن کا نام دین نہیں ہے، فقط سنت کا نام بھی حدیث دین نہیں ہے، یا پہلی 2 چیزوں کا نام دین نہیں ہے، بلکہ ساتھ اجماع اور قیاس کو بھی ملانا پڑے گا.
शरीयत इस चीज़ का नाम है। हमारे ये जो आइमा अरबा है ना, वो इन चारों को मिला करके शरीयत के मसाइल हल करते हैं। वो फ़कत कुरान या फ़कत हदीस को नहीं लेते, वो इन चारों को ले करके मसाइल का इस्तेमाल करते आए हैं। जी जी, ये आपकी जैसे आप मुफ्ती हजरात हैं, आपको इनके बगैर बहुत सी चीज़ें जैसे मसाइल हैं, विरासत के मसाइल हैं, वो आपको देखने पड़ते हैं, नहीं, पूरा बहुत से दीन ही, टिपिकल पूरा दीन ही जी हजरत जी, पूरा दीन ही, पूरा दीन सिर ਦੇ ਵਾਲਾਂ ਤੋਂ ਲੈ ਕੇ ਥੱਲੋਂ ਪੈਰਾਂ ਦੀ ਗਰਦ ਤੱਕ, ਹਾਂਜੀ ਪੂਰਾ ਤੁਹਾਡਾ ਜਿਸਮ तो मेरे जी जी पैदाइश तो लेके मरण तक, दफन तक, सारी चीज मसाइल सारे उसके अंदर आपको मिलेंगे। माइक म्यूट करें देशभक्त साहब, जब तक मुफ्ती साहब बोल रहे हैं आपका माइक म्यूट रहेगा। आप कुल कायनात जिहड़ी है ना, वो भाई जी इन्हां चार चीज़ां दा नाम है। हाँ जी, ਇਹ ਤੇ ਨਹੀਂ ਹੈ कि सिर्फ 1 2 3 4 चीज़ां, नहीं 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 नहीं, इंज नहीं। जब हजूर ने फरमा दिया तो फरमा दिया बस। जब मुआज़ बिन जबल को हजूर फरमा रहे हैं कि तू दीन का फैसला कैसा करेगा, अब ये तो नहीं था हजूर ने फरमाया कि फलां एक मसला ते 2 मसले ते 3 मसले कोई आके तेन पूछेगा तो तू फैसला कर, नहीं नहीं। अल मुतलक यजरी अला इतलाक ही, मुतलक अपने इतलाक के ऊपर जारी हुआ करता है। जब हजूर जी ने मुतलक सवाल किया तो आगे उन्होंने भी मुतलक जवाब दिया। हजूर जी ने मुतलक पूछा कि जब कोई सवाल आया तो इन्होंने कहा कि उस वक्त मैं फिर कुरान से देखूंगा, मुतलक जवाब दिए। तो मुतलक का कायदा ये होता है कि अल मुतलक यजरी अला इतलाक ही, मुतलक अपने इतलाक के ऊपर जारी होता है। और कायल जब तक अपने कौल को खुद मुक़य्यद ना कर दे, उस वक़्त आप और मैं कभी भी मुक़य्यद नहीं कर सकते। ये कायदा कुली है। जब कुरान का मुतलक है तो मुतलक ही रहेगा, अगर हदीस का मुतलक है तो फिर हदीस का भी मुतलक ही रहेगा। कौले रसूल भी मुतलक है तो मुतलक ही रहेगा। कोई मौलवी, कोई पीर, कोई इंजीनियर, कोई प्रोफेसर, कोई माई दा लाल जम के भी आ जाए तो उन्हें मुक़य्यद नहीं कर सकता। हिम्मत ही नहीं, थाटी ही नहीं किसी को, कायनात दे किसी फर्द को कोई थाटी नहीं कि अल्लाह के नबी के मुतलक को वो मुक़य्यद कर दे अपनी चापलूसी के ज़रिए, अपनी इंजीनियरिंग के ज़रिए, अपनी फकी के ज़रिए, अपने चूरन के ज़रिए, अपनी दुकान के ज़रिए। नहीं 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 नहीं, बिल्कुल नहीं। चलो मेरी गल ख़त्म हुई है। देशभक्त साहब म्यूट तो हटा के हम तुसी गल करो तो मेहरबानी करो। माइक मैं भी लाया था, आवाज़ आ रही मेरी अगर ते मेहरबानी है करनी है, माइक मैं भी लाया था तो माइक दूर करके गल करो। जी माशाल्लाह मुफ्ती साहब, आप वो उनकी बात कर रहे हैं, ये जो यूट्यूब में आते हैं वो इंजीनियर, एंटी इंजीनियर प्रोग्राम आपका मेरे ख्याल में लगा हुआ है, बट मैं उनको इतना सुनता नहीं हूँ ना। ज़्यादा मैंने अगर सुना है तो वो ये डॉक्टर इसरार साहब को बहुत सुना है, और या फिर ये मौलाना इसहाक साहब, और एक इधर हमारे उस्ताद मुबारक थे, फोत हो गए, दुबई में थे उस टाइम, कुरान पाक उनसे पढ़ रहा था। तो मेरा नाम मोहम्मद अदनान मदनी नाम है। जो दुबई वाले थे उनका नाम था अजमी नाम था उनका। कारी नहीं, तैयब को जानते हैं? नहीं, उनको नहीं जानता, बस वो यहाँ पर मैं एयरपोर्ट में जब आया था तो वो मिले थे तो उस्ताद ही बन गए थे हमारे। अरबी उनकी बहुत अच्छी थी। तो मुफ्ती साहब बात ये है कि मेरे ख्याल में कि इस दौर की, आप दौर के मुफ्ती हैं, तो आपसे मैं इस वजह से मतलब कि आप माशाल्लाह, आपके मैंने वीडियोस भी देखी हुई हैं, आप न्यूट्रल बात करते हो, इस वजह से मैं इस ग्रुप में आया हूँ। तो मेरे नज़दीक या आपके नज़दीक तो वही है ना, वो कुछ भी हो, लेकिन हकीकत वो है जो कुरान और हदीस में आपने वसल्लम ने बयान किया और जो कुरान में आया है। तो मेरा भी कहना ये है कि इन्हीं चीज़ों में अगर सारे वसाइल को अगर ढूंढना चाहें, मैं यही तो अर्ज कर रहा हूँ। फिर आपने 2 चीज़ों को अलग कर दिया, 2 चीज़ों को बयान किया। नहीं, वो देखें, वो मसाइल के लिए तो लाजमी जाना पड़ेगा ना आपके मसाइल के लिए। किसने कहा है आपको? मतलब हमारे नज़दीक कुरान और
हदीस में वो फिरका नहीं है मेरा कोई कि मैं अहले हदीसी वाला हूँ मुफ्ती साहब। या तो आप देखें, या तो आप कहें जी मैं मुनकर हदीस हूँ, मैं नहीं अस्तगफिरुल्लाह। नहीं, सुन तो लेना, जी, सुन जी। तो लेना। आपने अस्तगफिरुल्लाह कह दिया तो क्या बात सच्ची हो जाएगी? तौबा नहीं, तौबा मतलब कह दिया तो मुझे- क्या बात सच्ची हो जाएगी? हाँ जी, दिल तौबा को लगती नाउजुबिल्लाह है भी कह दें आप तो क्या बात सच्ची हो जाएगी? ऐसे तो नहीं है। ओ भाई जी, या तो आप कहें जी मैं हदीसों को नहीं मानता, ठीक है जी, समझ आती है, ठीक है जी। वो जब इनकार करेंगे ना तो फिर देखी जाएगी, फिर अगले सवाल हम बाद में करेंगे। अगर तो आप कहते हैं मैं हदीसों को मानता हूँ, तो फिर भाई ये हदीस है और है भी सही हदीस, तो फिर ये 4 चीज़ों को मानना पड़ेगा, 2 को तो नहीं। 2 को आप मान रहे हैं जी, कुरान और हदीस को मैं मानूंगा, तो बकाया 2 किधर गई भाई? है वो तो गई ना फिर साइड पे। ऐसे ना करे भाई, दीन को फिर पूरा पूरा लेके चले, अपना दीन को अपनी समझ सोच अकल के मुताबिक तो ना डालें कि नहीं जी मैंने जो दीन को, असल में आपसे बात तो मैंने वो वाली करनी थी जब आपने बात की इब्तदा की थी ना, तो बात की इब्तदा यहाँ से की थी कि लो जी मैंने दीन मौलवियों से जब सीखा था तो कुछ और दीन था, तो जब मैंने कुरान खुद पढ़ा तो वो दीन मुझे नज़र नहीं आया। ये बात आपने इब्तदा में की थी, तो जवाब असल में मैंने इसका देना था और इसके ऊपर आपसे मैंने जिरा करनी थी, लेकिन वो आपने उससे मुकर ही गए, वो बात आपने रिपीट ही नहीं की। मैंने फिर आपसे सवालात बड़े करने थे, बेबाक सवालात एकदम जो है ना वो मेरे जहन में आ गए थे कि ये मैंने सवालात इनसे करने हैं, लेकिन आपने वो पकड़ा ही नहीं दी तो निकल दिए आप। तो बहरहाल ये है कि दीन हमारे भाई ये 4 चीज़ों का नाम है, 2 चीज़ें नहीं है बीच में, फ़कत कुरान और हदीस तो नहीं है। हज़ारों मसाइल हैं कि जो फ़कत कुरान और हदीस को भी ले लें तो नहीं निकलते। आपकी पूरी नमाज ही ले लो, पूरी नमाज आप कुरान और हदीस से साबित कर दें मुझे, भले आप भाभियों वाली नमाज पढ़ते हैं, शियों वाली पढ़ते हैं, हाथ बांध के पढ़ते हैं, हाथ छोड़ के पढ़ें, रफ़ा दन करके पढ़ें, जौन सी भी पढ़ें, मुझे आके कोई बंदा भी कुरान और हदीस को ले करके अपनी पूरी नमाज निकाल के दिखा दे, मान जाऊँ उसको मैं। और भाई बीच में क्यास को दाखिल करना पड़ेगा और कई कई जगह के ऊपर जो है ना इजमा को दाखिल करना पड़ेगा, फिर जाके ये नमाज मुकम्मल बनती है। हाँ जी, तो ये मामले है भाई, आपकी शरीयत का कोई एक मसला भी जनाब ऐसा नहीं है कि जो कामिल। आप हज को ही देख लें, हज शुरू से लेके आखिर तक कई जगह के ऊपर कुरान है, किधर हदीस है, कहीं इजमा है, कहीं कियास है। ऐसे तो नहीं है भाई मैं कुरान हदीस को ही मानता हूँ, कई उठ के कहते हैं जी कुरान 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 कुरान। नहीं नहीं, ऐसे नहीं भाई, ऐसे नहीं जी। जज़ाकल्लाह मुफ्ती साहब। तो आपका कहना है कि आगे भी जितने भी वो सारों को मानते, तो कौन कौन कहता है कि मैं फलाने को नहीं मानता जी? ऐसा तो कोई नहीं हो सकता कि हम आइमा के अलावा भी हम किसी को किसी हर चीज़ में उनकी ज़रूरत पड़ती है। लेकिन मैं ये कह रहा हूँ कि इस दौरे हाज़र में 2 चीज़ें काफ़ी हैं एक मुसलमान के लिए, जो हमारे नज़दीक इधर काफ़ी मुसलमान भी हुए हैं मुफ्ती साहब, जिनको हम नहीं आइमा का बता सकते हैं। सूई एक जगह ते टिकी है भाई, ਤੁਹਾਡੀ सूई नहीं इधर उधर ਹੁੰਦੀ पई। 2 चीज़ां काफ़ी, मैं कहना 2 दूजियां भी पाओ, नहीं फिर तुसीं पहुंच हो कि नहीं जी ਉਹ 2 ਹੀ ਕੁਰਾਨ ਤੇ ਹਦੀਸ। ਤੇ ਚਲੋ ਫਿਰ ਸ਼ੁਰੂ ਕਰੋ ਫਿਰ ਮੇਰੇ ਨਾਲ, ਆਓ ਨਮਾਜ਼ 5 ਟਾਈਮ ਫਰਜ਼ ਹੈ, ਤੇ ਚਲੋ ਸ਼ੁਰੂ ਕਰ ਲਓ ਫਿਰ, ਤੇ ਆਓ ਕੁਰਾਨ ਦੀ ਚੋਂ ਕੱਢ ਕੇ ਵਹਾਣੀ ਜੇ ਸਾਰੀ ਨਮਾਜ਼। ਚਲੋ ਸ਼ੁਰੂ ਕਰੋ। ਹੁਣ ਤੁਸੀਂ ਕਹਿਣਾ ਜੀ ਮੈਂ ਆਲਿਮ ਨਹੀਂ ਹੈ, ਮੈਂ ਜਾਹਿਲ ਹਾਂ, ਇਹ ਚੰਗਾ ਕੰਮ ਤੁਸੀਂ ਪੜਿਆ ਯਾਰ। ਜਦੋਂ ਫਸ ਜਾਂਦੇ ਹੋ ਜੋ ਮੈਂ ਆਲਿਮ ਨਹੀਂ ਹੈ, ਤੇ ਆਲਿਮ ਕਿਸੇ ਦੀ ਤੁਸੀਂ ਮੰਨਦੇ ਕੋਈ ਨਹੀਂ ਹੈ, ਇਹ ਚੰਗਾ ਕੰਮ ਹੈ ਯਾਰ। ਉਹ ਕਿਸੇ ਇੱਕ ਜਗ੍ਹਾ ਤੇ ਯਾਰ ਟਿਕੋ ਯਾਰ, ਕੋਈ ਤੁਹਾਨੂੰ ਫਿਰ ਬੰਦਾ ਉਂਝ ਦਾ ਫਿਰ ਜਵਾਬ ਵੀ ਤੇ ਦੇਵੇ ਨਾ ਯਾਰ, ਇਹ ਚੰਗਾ ਕੰਮ ਹੈ ਯਾਰ। ਇੱਕ ਤਰਫ ਤੁਸੀਂ ਆਲਿਮ ਨਹੀਂ, ਦੂਸਰੀ ਤਰਫ ਕਿਸੇ ਆਲਮ ਦੀ ਮੰਨਦੇ ਕੋਈ ਨਹੀਂ, ਫਿਰ ਕਰਨਾ ਕੀ ਜੇ ਯਾਰ, ਕੀ ਕੱਢੂ ਉਹ ਦੀਨ ਨੂੰ? ਤੁਸੀਂ ਆਪਣੀ ਸਮਝ ਸੋਚ ਦੇ ਮੁਤਾਬਕ ਚਲਾਇਆ ਹੋਇਆ ਹੈ ਕਿ ਜਿੰਜ ਅਸੀਂ ਚਾਹੁੰਦੇ ਹਾਂ ਦੀਨ ਉਂਝ ਦਾ ਟੁਰਨਾ ਚਾਹੀਦਾ ਹੈ। ਅੱਛਾ ਜੀ, ਉਹ ਦੇਸ਼ ਭਗਤ ਸਾਹਿਬ, ਤੁਹਾਡੇ ਨਾਲ ਮਾਸ਼ਾਅੱਲਾ ਬਹੁਤ ਲੰਬੀ ਗੱਲ ਵੀ ਹੋ ਗਈ ਹੈ, ਤੁਹਾਨੂੰ ਸਮਝ ਵੀ ਆ ਗਈ ਸਾਰੀ ਗੱਲ ਦੀ। ਤੇ ਹੁਣ ਸਾਡੇ ਇੱਕ ਨਵੇਂ ਆ ਕੇ ਬੈਠੇ ਨੇ, ਠੀਕ ਹੈ, ਕਾਲ ਦੇ ਉੱਤੇ, ਤੇ ਅਸੀਂ ਉਹਨਾਂ ਨਾਲ ਜ਼ਰਾ ਗੱਲ ਕਰਨੀ, ਅਗਰ ਤੁਸੀਂ ਬਿਹਤਰ ਸਮਝੋ ਤੇ ਠੀਕ ਹੈ। ਤੁਹਾਡਾ ਕੰਪਲੀਟ ਹੋ ਗਿਆ? ਅੱਛਾ ਜੀ, ਉਜ਼ੀ ਕਰਕੇ ਜਿਹੜੀ ਆਈਡੀ ਆਈ ਹੈ, ਪਹਿਲਾਂ ਤੇ ਜਨਾਬ ਆਪਣਾ ਤਾਰਫ ਕਰਾਉਣਾ ਜੀ, ਤੇ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਹੈ ਨਾ ਗੱਲ ਸ਼ੁਰੂ ਹੁੰਦੀ ਹੈ। अस्सलाम वालेकुम सबको, कैसे हैं? ਹਾਂ
ਵਧੀਆ ਜੀ ਵਧੀਆ। अच्छा सर जी, मैं मुफ्ती साहब मैं शिया हूँ और मेरे पास इतना कोई ख़ास इल्म नहीं है, बस मैं शिया के घराने में पैदा हुआ तो उसी रवायत को लेके आगे चल रहा हूँ। तो आजकल जो टिकटॉक में थोड़ी यूज़ करने लगा हूँ 1-2 महीनों से, तो जो मैं देख रहा हूँ हर दूसरी ब्रॉड पे कोई ना कोई 4-5 लोग बैठे होते हैं, तो उन लोगों ने शिया की काफिर होने की जो है ना पिक्चर लगाई होती है कि शिया नमाज अलग है, फलां अलग है, फलां अलग है, इसलिए काफिर है। तो मैं आपसे सवाल ये कर रहा हूँ, क्या मैं काफिर हूँ? यार साडी है स्ट्रीम पई है उजी साहब, शिया से नहीं है उजी साहब मैं ਲਾਈਵ ਇੱਕ ਤੇ ਮਿੰਟ ਉੱਤੇ ਜੀ ਭਾਈ ਮਲਕ ਇੱਕ ਮਿੰਟ ਠਹਿਰ ਜਾ ਭਾਈ ਭਾਈ ਇਹ ਤੁਸੀਂ ਗਲਤ ਜਗ੍ਹਾ ਤੇ ਮੇਰੇ ਭਾਈ ਆ ਗਏ ਹੋ। ਇਹ ਤੁਹਾਡੀ ਸਟਰੀਮ ਨਹੀਂ ਹੈ, ਕਿਸੇ ਹੋਰ ਜਗ੍ਹਾ ਤੇ ਜਾਓ, ਇਸ ਕੰਮ ਵਾਸਤੇ ਨਹੀਂ ਹੈ। ਸਾਨੂੰ ਕੀ ਪਤਾ ਸ਼ੀਆ ਨੇ ਕਾਫਰ ਨੇ ਕਿ ਨਹੀਂ। ਸਾਨੂੰ ਸ਼ੀਆ ਦੀਆਂ ਕੋਈ ਕਿਸਮ ਹੀ ਨਹੀਂ ਅੱਜ ਤੱਕ ਸਾਨੂੰ ਸਮਝ ਆਈਆਂ। ਕੋਈ 250 ਦੀ ਕਿਸਮ ਤੇ ਉਹ ਮਜ਼ਾਹਬ ਇਸਲਾਮ ਕਿਤਾਬ ਦੇ ਵਿੱਚ ਲਿਖੀ ਹੈ। ਹਾਂਜੀ, ਜੋ ਸਾਨੂੰ ਸਮਝ ਹੀ ਨਹੀਂ ਆਉਂਦੀ ਪਈ। ਪਹਿਲੇ ਆਪਸ 'ਚ ਜਾ ਕੇ ਫੈਸਲਾ ਕਰ ਲਓ ਕਿ ਤੁਹਾਡੀਆਂ ਕਿਸਮਾਂ ਕਿੰਨੀਆਂ ਨੇ, ਤੇ ਫਿਰ ਸਾਨੂੰ ਆ ਕੇ ਦੱਸਿਆ ਜੇ, ਤੇ ਫਿਰ ਹੁਕਮ ਪੁੱਛਿਆ ਜੇ। ਨਹੀਂ, ਅਸਲ ਪਤਾ ਕੀ ਹੈ ਮੁਫਤੀ ਇਹਨਾਂ ਸਾਹਿਬ, 'ਚੋਂ ਕਿੰਨੀਆਂ ਕਿਸਮਾਂ ਕਾਫਰ ਨੇ ਤੇ ਕਿੰਨੀਆਂ ਕਿਸਮਾਂ ਕੀ ਨੇ, ਉਹ ਬਾਅਦ 'ਚ ਫੈਸਲੇ ਕਰਾਂਗੇ। ਅਸਲ ਪਤਾ ਕੀ ਹੈ, ਮੰਨਣ ਵਾਲੇ ਮਿਰਜ਼ਾ ਇੰਜੀਨੀਅਰ ਜਲਮੀ ਦੇ ਨੇ ਤੇ ਇਹ ਨਾ ਫਿਰਕਾ ਵਾਰੀਅਤ। ਉਹ ਸਭ ਕੁਝ ਜਾਣਨਾ ਜੀ ਬਾਬਾ ਜੀ। ਇਹ ਉਹ ਮਿਰਜ਼ਾ ਜੇਲੀਆਂ ਦੇ ਵੀ ਨਹੀਂ, ਇੱਥੇ ਇਸ ਦਾਇਰੇ ਹੁੰਦੇ ਨੇ। ਅਸਲ 'ਚ ਸਿਰਫ ਨਾ ਚਸਕੇ ਲੈਂਦੇ ਨੇ ਤੇ ਮਜ਼ਾਹਬ ਨੂੰ ਆਪਸ 'ਚ ਔਰ ਇਹਨਾਂ ਫਿਰਕਿਆਂ ਨੂੰ ਜਾਂ ਮੁਕਾਤਬੇ ਫਿਕਰ ਨੂੰ ਆਪਸ 'ਚ ਲੜਾਉਣਾ ਚਾਹੁੰਦੇ ਨੇ, ਉਲਝਾਉਣਾ ਚਾਹੁੰਦੇ ਨੇ। ਬਿਲਕੁਲ ਡਰਾਮੇਬਾਜ਼ੀਆਂ ਬਸ। ਬਿਲਕੁਲ ਜ਼ਿੱਦੀ ਬੜ ਜੀ, ਤੁਸੀਂ ਵੀ ਕਿਸੇ ਫਿਰਕੇ ਤੇ ਹੋ ਜਾਂ ਤੁਸੀਂ ਕੋਈ ਅੱਛਾ अस्सलाम वालेकुम ਵਾਲੇਕੁਮ ਸਲਾਮ। ਮੈਂ ਕਿਹਾ भाई जान की ਕਿਸੇ हाल ठीक हो? ਮੈਂ ਇੱਕ ਤਰ੍ਹਾਂ ਕਰ ਜ਼ਰਾ। ओके हो गया। मैं कह रहा जी भाई आए नहीं, भाई कर जानी जितने आए पेन ना जे मैथले बैठे पेन ये कर जानी ਕੌਣ? जरा मैथले बैठे पेन ਦੇਸ਼ ਭਗਤ जी। ਤੁਹਾਨੂੰ ਕਿੰਜ ਪਤਾ? मैं उस्ताद मुबश साहब ने लैब दिल्ली आना, ਹਾਂਜੀ दिल्ली आना इन्होंने मुनाजरा होया सी पिछे कदयानिया नाल। इन्होंने बंदे ने ध्यान किते गल कर दूजी चीज। ਜੀ ਦੇਸ਼ ਭਗਤ ਸਾਹਿਬ ਹੈ ਤੁਹਾਡੇ ਉੱਤੇ ਅਗਰ ਇਲਜ਼ਾਮ ਲਾ ਰਿਹਾ ਹੈ ਤੇ ਦੱਸ ਦਿਓ ਤੁਸੀਂ ਵੀ। ਦੇਸ਼ ਭਗਤ ਸਾਹਿਬ ਮਾਈਕ ਮਿਊਟ ਹਟਾਏ ਜ਼ਰਾ। ਇਹ ਮੁਬਸ਼ ਉਸਤਾਦ ਮੁਬਸ਼ ਸਾਹਿਬ ਨਾਲ ਮੁਨਾਜ਼ਰਾ ਸੀ ਪਿਛੇ ਕਦਿਆਨੀਆਂ ਨਾਲ। ਚਲੋ ਨਾ ਮਾਈਕ ਹੁਣ ਮਿਊਟ ਹਟਾਣਗੇ ਤੇ ਫਿਰ ਨਾ ਉਹ ਚੁੱਪ ਹੀ ਹੋ ਗਏ ਨੇ ਯਾਰ। ਚੰਗੇ ਕੰਮ ਹੈ ਤੁਹਾਡੇ। ਪਹਿਲੇ ਤੇ ਤੁਸੀਂ ਇੰਨੇ ਸਵਾਲ ਕੀਤੇ ਨੇ ਤੇ ਹੁਣ ਸਾਡਾ ਇੱਕ ਸਵਾਲ ਵੇ ਤੇ ਹੁਣ ਤੁਸੀਂ ਮਾਈਕ ਮਿਊਟ ਬਹਿ ਗਏ ਹੋ ਕਰਕੇ। आओ ना, मैं सवाल मैं करना है। हेलो भाई जिद्दी साहब, ये कौन सी आपने बिल्ली छोड़ दी है आके? जी मैं मेरा किसके साथ नहीं अभी सवाल नहीं हुआ। सवाल मैं करने लगा, एक मिनट माइक म्यूट करे आज। मैं सवाल करने लगा, माइक म्यूट करियो। अच्छा चलो, अच्छा सवाल ये है कि मिर्ज़ा गुलाम अहमद कादियानी और इंजीनियर मिर्ज़ा मोहम्मद अली जहलमी को आप क्या समझते हैं? चलें जवाब दें। जी मैं तो माशाल्लाह बहुत अच्छा हुस्न ज़न रख रहा हूँ अपने सारे इधर जो टिकटॉक में आए हुए हैं। आप मुफ्ती साहब, आपका भी जी आपका सवाल है कि कदियानी जिसको 71 में करारदाद पास करके पाकिस्तान में रहने वाले सारे बासियों के लिए वो शख्स काफिर हो गया था, उसी तरह मेरे लिए भी वो शख्स काफिर है। कौन शख्स केड़ा कन में दी गल कर रहे थे? 71 में करारदाद जब पास हुई थी ना कदियानी के बारे में। और 74 दे चलो 74 कर लो, वो कदियानी है, वो हमारे नज़दीक काफिर है अल्हम्दुलिल्लाह। यही जिसका गुलाम अहमद कादियानी जिसका आप जिक्र कर रहे हो, कदियान का रहने वाला। जी गलत फहमी हुई है ये भाई साहब ने आके ना। जब भी मुफ्ती साहब मैंने भी एक हदीस और बल्कि कुरान की आयत भी पढ़ी थी कि जब भी कोई खबर लेके आए ना तो उसकी तस्दीक कर लेनी चाहिए। तो आप हमारे सामने मौजूद है ना, कोई नहीं गल क्लियर होगी ना। चलो वो एक बंदे ने आके कहा है और अगर चले जाते तो बात कुछ और थी। आप मौजूद हैं तो भाई आपसे क्लियर हो गया। और मेरा आपसे कोई नहीं, मैं आपको यूट्यूब में देखता हूँ मुफ्ती साहब, माशाल्लाह आप काफ़ी न्यूट्रल बोलते हो। मज़ा की बात यह है कि न्यूट्रल बोलते हो। अगर आप भी
न्यूट्रल ना बोलते तो शायद मैं आपके लाइन में नहीं आता इधर, तो इस वजह से क्वेश्चन किया है कि मुझे किसी का मतलब ज़रूर, वैसे मैं किसी को काफर शाफर और जो फ़िरका वारियत में ना, उनको पता ही, नॉलेज ही नहीं है, उनको क्या पता कि उनके अपने फ़िरके को लोगों को नहीं पता, तो उन लोगों को काफर कहना भी वो यार असूली ये तौर ना, पर गलत है। देशभक्त साहब, अच्छा आपका नाम क्या है वैसे, नाम तो बताओ। मेरा नाम अदनान मदनी है जी। अदनान भाई बात सुने, पहली बात ये समझिएगा, माइक म्यूट करें, जी जी जी, माइक हो म्यूट जाओ, करें। एक यानी मिनट। कुछ मेजर चीज़ें हैं, उनको आप ज़हन नशीं रख लें। ये एक बड़ी गलत फहमी है जी, काफर को भी काफर नहीं कहना। क्यों नहीं कहना भाई? भाई काफर को काफर ना कहेंगे, खुद काफर हो जाना है आपने। हाँ, काफर जो है उसको काफर ही कहना है। भाई कभी सुना है आपने जी फ़िरौन को काफर ना कहें, या अबू जहल या अबू लहब को काफर ना कहें? तो भाई जो काफर है उसको काफर ही कहना, उसको और क्या कहना है भाई? अच्छा, दूसरी बात ये, माइक म्यूट करिएगा बस भाई। दूसरी बात यह है कि ये फ़िरके नहीं है, ये जो आप बना के बैठे हैं ना जिनको फ़िरका, ये फ़िरके नहीं है मेरे भाई। ये सुन्नी शिया वहाबी देवबंदी, ये मकातबे फ़िक्र हैं। मकतबे फ़िक्र और फ़िरके में ज़मीन और आसमान का फ़र्क है। सफ़ेद व स्याह का जैसे फ़र्क होता है वो वाला फ़र्क है। ये जो 73 फ़िरकों वाली हदीस है, इसके ऊपर मुफस्सल मेरी डिबेट भी मौजूद है और लेक्चर भी मौजूद है। उसके अंदर मैंने तमाम दलाइल दिए हैं और इसके ऊपर मैं मुनाजरा भी कर चुका हूँ कादियानियों के साथ, ठीक है। तो ये जो 73 फ़िरके हैं ना, ये असल में मेरे आका सल्लल्लाहु अलैहि वसल्लम की उम्मत दावत मुराद है। उम्मत दावत के 73 फ़िरके होंगे और उन में से एक फ़िरका जन्नती होगा और वो फ़िरका इस्लाम है। इस्लाम खुद एक फ़िरका है, ईसाइयत एक फ़िरका है, यहूदियत एक फ़िरका है, हिंदू मत एक फ़िरका है, बुद्ध मत एक फ़िरका है, ठीक है, जीन मत एक फ़िरका है। तो ये सारे फ़िरके हैं और ये सारी मेरे आका सल्लल्लाहु अलैहि वसल्लम की उम्मत है। लेकिन उम्मत कौन सी है? ये उम्मत दावत है। उम्मत इजाबत हम लोग हैं जो कलमा पढ़ के नबी आलम सल्लल्लाहु अलैहि वसल्लम के ऊपर ईमान ले आए, उनको कहते हैं उम्मत इजाबत। तो ये जो हदीस का इतलाक है ना, उस उम्मत के ऊपर होता है, ना कि उम्मत इजाबत के ऊपर। लोगों ने इन सुन्नी शिया वहाबी देवबंदी को फ़िरका समझ लिया, हालांकि ये फ़िरके नहीं हैं, ये मकातबे फ़िक्र हैं, ठीक है। फ़िरके की डेफिनेशन ये है ही नहीं, समझ आई कि नहीं? थैंक यू वेरी मच। मुझे ये बात आप बिल्कुल नई है मेरे लिए और माशाल्लाह ज़बरदस्त। प्लीज़ के आप कंटिन्यू करें। और रही बात ये कि सुन्नी शिया, कोई नाम अपना रख ले भले, जौन सा मर्जी रख ले, कोई सुन्नी बन जाए, शिया बन जाए, देवबंदी बन जाए, चकड़ालवी बन जाए, कोई चिश्ती बन जाए, सोहरवर्दी बन जाए, कादरी बन जाए, कोई भाई जी कुछ बन जाए तो कोई कुछ बन जाए, ममाती बन जाए, हयाती बन जाए, तो इधर बन जाए, सल्फी बन जाए, पता नहीं क्या था। आपको तो बड़े लंबी चौड़ी लिस्ट बन गई है। ये एक ही फ़िरका है, यानी फ़िरका इस्लाम। हाँ, उसके मकातबे फ़िक्र आप कह सकते हैं। सोच का मकतब अलग अलग हो गया है, फ़िक्र का मकतब अलग अलग हो गया है, ठीक है। तो कोई नहीं, कोई मसला नहीं है यार। आप समझ सकते हैं कि सारे ही कुरान पढ़ रहे हैं, सारे नमाज पढ़ रहे हैं, सारे मेरे हजूर से बड़ा वालिहाना मोहब्बत और प्यार का इज़हार करने वाले हैं, तो क्या यार ये जन्नत में चले जाएंगे क्या? असल में ये बात नहीं है मियाँ, बात है अकीदे की। अकीदा जिसका बिगड़ गया है ना, असूले अकायद जो हैं वो बिगड़ गए हैं, वो भले सुन्नी भी अब हुआ ना, वो जन्नत में जाएगा। वो अब देवबंदी हो, शिया हो, वहाबी कोई भी हो, असूले अकायद में से जिसके अंदर बिगाड़ आ गया ना, वो जाएगा जन्नत में। वो चाहे कोई भी है, फिर वो चाहे अपने आप को कहे मैं बरेलवी हूँ, चाहे कहे वो मैं देवबंदी हूँ, कोई कहे मैं वहाबी हूँ, अहले हदीस हूँ, मैं सल्फी हूँ, मैं बला 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 ये हूँ, कोई शिया कहे अपने आप को। अगर तो असूले अकायद बिगड़ गए तो गया फिर भाई काम से। हाँ, अगर असूले अकायद ठीक है उसके, अब वो भले पिटा पिटी करे, सीना को भी करे, कोई फर्क नहीं पड़ता। वो रफ़ाइदन करके नमाज पढ़े, कोई फर्क नहीं पड़ता। तंबी ऊंची कर लो भाई, ऊंची तंबी करके नमाज पढ़ो, कोई फर्क नहीं पड़ेगा। सिर नंगे करके नमाज पढ़ो, रफ़ाइदन करके हाथ छड़ के नमाज, कोई फर्क नहीं पड़ेगा भाई। भाई मज़ारां ते जाना है जी,
कोई फर्क नहीं पड़ेगा भाई, उत्थे जाके चिराग बाल लेने जी चादर चढ़ानी कोई फर्क नहीं पड़ेगा। माइक क्योंकि म्यूट कर दें भाई, आपकी वजह से आवाज नहीं आ रही मुफ्ती साहब की, माइक म्यूट कर दें आप। काशिफ भाई असल में बात ये है कि वो अपनी बात करना चाहते हैं, जब वो मुफ्ती साहब बोल रहे हैं तो उस वजह से वो फिर कर देते हैं। आराम से बात ही हो रही है भाई हमारी। असल चीज है असूल अकायद की। पिछले दिनों की बात है कि एक मैं खुद बरेलवी मकतबे फ़िक्र से ताल्लुक़ रखता हूँ, सारी दुनिया को पता है, अमीर अहले सुन्नत का मैं मुरीद हूँ, सारी दुनिया को पता है, ये कोई डकी चुपी बात नहीं है। अच्छा जी, हुआ ये कि हमारे मकतबे फ़िक्र से ताल्लुक़ रखने वाला एक बंदा, वो अपने आप को कहता था मैं लिसानी सरकार हूँ, उसने एक किताब लिखी वारसे फ़क्र नाम की। उसके अंदर उसने ऐसी ऐसी बातें लिखी जो कि मिर्ज़ा कादियानी ने अपनी किताबों के अंदर लिखी हुई थी। तो हमने उसके ऊपर एहतजाज किया, हमने कहा कि ये बातें जो है ना ये कुफर हैं भाई, जो हुक्म कादियानियों के ऊपर लगता है वही हुक्म तेरे ऊपर भी लगेगा। अब यकीन जानिए वो लोग इतने नाराज़ हो गए हमारे साथ, इतने नाराज़ हुए कि उन्होंने हमें कत्ल करना चाहा, हमारे ऊपर इतने मुकदमात दर्ज करा दिए, तकरीबन 22 मुकदमे मेरे ऊपर पूरे पाकिस्तान के अंदर पे दर पे मुकदमात दर्ज कराए। तो अच्छा, कहने का मकसद ये है कि जब उसूल अकायद की बात आई तो उस वक्त तो हमने अपनों को नहीं छोड़ा, अपनों को पकड़ लिया भाई। हमने तो परवाह नहीं की मुकदमात की या कत्ल की या जिंदगी की परवाह नहीं की। तो ये माना दारद के कोई भी देवबंदी हो, वाबी हो, शिया हो, या अपने आप को कुछ कहता है, जो मर्जी कहो भाई। हाँ, असूल अकायद के अंदर जब बिगाड़ आएगा उस वक्त वो हुक्म, उसके आलिम का हुक्म लगाना ज़रूरी है, उसके ऊपर फ़र्ज़ है। अगर वो आलिम दीन उसके ऊपर हुक्म नहीं लगाएगा, वो आलिम दीन खुद जाएगा ईमान से, बेईमान हो जाएगा। हाँ, वो ज़रूरी है उसके ऊपर भाई, इल्म उसने सीखा ही इसलिए, ये कर्ज है उसके ऊपर। इसी वजह से अल्लाह फाज़िल बरेलवी के सामने जब मसाइल आए कि कुछ मौलवी कह रहे थे कि देखो जी दीवार के पीछे तो शैतान, नबी को तो इल्म नहीं है लेकिन शैतान को इल्म है, तो शैतान का इल्म नबी के इल्म से ज़्यादा है, तो नबी तो मर के मिट्टी में मिल गया है, तो अगर हज़ारों अंबिया भी आ जाएं तो हजूर की ख़त्म नबूवत के ऊपर कोई फ़र्क नहीं पड़ता। तो बला 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 इस किस्म के अकायद नज़रियात जब बाए मौलवियों के, तो अल्लाह ने कुफर का फतवा लगाया है, फरमाया ये कुफर है भाई। ओ भाई, ये अल्लाह हज़रत ना फतवा अगर लगाते तो वो खुद काफिर हो जाते, क्योंकि उनसे लोगों ने सवाल किया था कि एक बंदे ने अपनी किताब के अंदर ये चीज़ लिखी है, अब वो आलिम दीन अगर जवाब नहीं देगा तो और क्या करेगा बताएं जी, चुप होकर बैठ जाएगा। गूंगा शैतान कहा गया है, रवायतों के अंदर आता है कि ऐसा बंदा गूंगा शैतान है जो कुफर को देख रहा है और चुप है, गुनाह को देख रहा है तो चुप है। तो भैया ये इल्म की बातें हैं, ये कोई ऐसा मखौल तो नहीं हो रहा, ये कोई शरीयत है, दीन है ये। हाँ, वो हुक्म लगाना उस आलिम दीन के ऊपर ज़रूरी है, अगर नहीं लगाएगा वो खुद ईमान से जाएगा। ये खाला जी का कार नहीं है कोई दीन। हाँ जी, लोगों ने इसको मजाक मस्करी समझा हुआ है जी, बात कर सकते हैं। ਦੇਸ਼ਭਗਤ ਸਾਹਿਬ ਤੁਸੀਂ ਥੱਲੇ ਮੈਸੇਜ ਪੇ ਕਰਦੇ ਹੋ, ਆਪਣਾ ਅਕੀਦਾ ਦੱਸਦੇ ਹੋ, ਤੇ ਇੱਥੇ ਹੁਣ ਤੁਸੀਂ ਆਪਣਾ ਪਹਿਲਾਂ ਅਕੀਦਾ ਦੱਸਣਾ, ਫਿਰ ਮੈਂ ਅੱਗੇ ਗੱਲ ਟੋਰਨ ਦੇਣੀ ਹੈ। ਆਪਣਾ ਅਕੀਦਾ ਤੁਸੀਂ ਦੱਸੋ ਤੇ ਫਿਰ ਅੱਗੋਂ ਗੱਲ ਟੋਰਦੀ ਹੈ। ਤੁਸੀਂ ਮੁਫਤੀ ਸਾਹਿਬ ਦਾ ਅਕੀਦਾ ਪੇ ਪੁੱਛਦੇ ਹੋ, ਉਹਨਾਂ ਨੇ ਖੁੱਲ੍ਹਮ ਖੁੱਲ੍ਹਾ ਹਰ ਇੱਕ ਚੀਜ਼ ਤੁਹਾਨੂੰ ਕਹੀ ਹੈ, ਤੁਸੀਂ ਗੌਰ ਨਾਲ ਨਹੀਂ ਸੁਣਿਆ। ਹੁਣ ਜਦੋਂ ਤੱਕ ਤੁਸੀਂ ਆਪਣਾ ਅਕੀਦਾ ਨਹੀਂ ਦੱਸਣਾ ਉਦੋਂ ਤੱਕ ਗੱਲ ਅੱਗੇ ਨਹੀਂ ਟੁਰਨੀ ਹੈ। ਅਕੀਦਾ ਆਪਣਾ ਤੁਸੀਂ ਹੁਣ ਜ਼ਰਾ ਦੱਸੋ, ਮਿਊਟ ਹਟਾ ਕੇ ਜ਼ਰਾ ਨਾ। जी होस्ट ब्रदर, मेरी आदत है कि जब भी कोई बात करता है तो मैं उसको बगौर सुनता हूँ, देखता भी हूँ, सुनता भी हूँ। और मुफ्ती साहब के मैंने अल्फाज सुने और मैंने कोई दूसरा काम नहीं किया। अच्छा, मैं मुफ्ती साहब जी मुफ्ती साहब अपना ज़रा दसो। मेरा अकीदा आपको पहले भी बयान किया है, उसमें जी मुल्हिद हो। अस्तगफिरुल्लाह ब्रदर जी, वो क्या होता है? ਗੱਲ ਹੀ ਪੇ ਕਰਨਾ ਨਾ ਤੁਸੀਂ ਮਿਰਜ਼ਾ ਜੇਲਮੀ ਜਨਮੇ ਦੀ ਪੇ ਗੱਲ ਕਰਦੇ ਹੋ, ਨਾ ਮਿਰਜ਼ਾ ਇੰਜੀਨੀਅਰ ਦੀ ਪੇ ਗੱਲ ਕਰਦੇ ਹੋ, ਤੇ ਫਿਰ ਤੁਸੀਂ ਬਾਅਦ ਚ ਸਾਡੇ ਕੋਲ ਅਕੀਦਾ ਪੇ ਪੁੱਛਦੇ ਹੋ। ਤੁਸੀਂ मैं आपसे मैं मुफ्ती साहब से बात करूं, आपसे करूं?
ਮੈਨੂੰ ਤੁਸੀਂ ਪਹਿਲੇ ਦੱਸੋ ਨਾ, ਤੁਸੀਂ ਆਏ ਮੇਰੇ ਕੋਲ ਹੋ ਨਾ, ਪਹਿਲਾਂ ਤੇ ਇੱਧਰ ਮਕਾਓ ਨਾ, ਤੁਸੀਂ ਥੱਲੇ ਕਿਹਦਾ ਪੇ ਪੁੱਛਦੇ ਹੋ ਨਾ, ਆਪਣਾ ਦੱਸਣਾ ਜੀ, ਤੇ ਜੀ। ਫਿਰ ਅੱਗੋਂ ਗੱਲ ਟੁਰਨੀ। अच्छा, मेरा अकीदा यार, मैं जैसे मुफ्ती साहब ने बोला जी बरेलवी घराने में पैदा हुआ और वो भी बरेलवी थे, तो मेरे भी कौन ऐसी की फैमिली वैसे सारी। की हो? तो इस टाइम मैं अपने आप को कोई मतलब कि फिर क्या वारियत मैं नहीं कंसिडर करता हूँ। मैं ये समझता हूँ कि मेरे लिए अल्लाह ताला, ਜਰਮੀ ਵਾਲੇ ਜਿਹੜਾ ਉਹ ਸਿਸਟਮ ਹੈ ਜਿਹੜਾ ਉਹ ਕਹਿੰਦਾ ਕਿ ਕੋਈ यार वो मैंने नहीं सुना इतना उनको ना, इतना नहीं। मुझे सारे ही जितने भी पाकिस्तान में जमाते हैं, जैसे अभी एक्चुअली मैं मुफ्ती साहब से बात करना चाह रहा था, मुझे बड़ा अच्छा लगता, लेकिन आप बीच में आ गए हो। आपने कहा जी मैंने एक शर्त से लेट मी कंप्लीट ब्रदर, आपसे ही कर रहा हूँ ना, आपसे ही कर रहा हूँ। आप बीच में आके आप कहते हैं जी मेरे सवाल का जवाब दें, आपको मतलब कि क्या, मेरे असल में मुकालमा उनके साथ, आपके साथ नहीं था। आप पूछ रहे हो तो आप कह रहे हो मेरे प्लेटफार्म पर आप आए हो, पहले मुझे जवाब दो। तो आई डोंट वांट टू से एनीथिंग ब्रदर टू यू। जनाब यही थल्ले Because- के पे listen साडे to- कीते listen पे to- ਪੁੱਛਦੇ ਹੋ ਤੇ ਫਿਰ ਤੁਸੀਂ नहीं आपसे नहीं पूछा ब्रदर, आई डोंट नो हु आर ਤੁਸੀਂ यू। ਉਹਨਾਂ ਕੋਲ ਪੁੱਛਦੇ ਹੋ ਤੇ ਜਦੋਂ ਕਿ ਤੁਹਾਨੂੰ ਕਹਿੰਦੇ ਜੋ ਪਏ ਨੇ ਕਿ ਉਹਨਾਂ ਨੇ ਤੁਹਾਨੂੰ ਖੁੱਲ ਕੇ ਦੱਸਿਆ, ਤੁਸੀਂ ਕਹਿੰਦੇ ਮੈਂ ਆਵਾਜ਼ ਬੜੇ Okay. ਅੱਛੇ ਤਰੀਕੇ ਨਾਲ ਸੁਣ ਰਿਹਾ ਹਾਂ ਤੇ ਬਹੁਤ ਅੱਛੇ ਤਰੀਕੇ ਨਾਲ, ਪਹਿਲੇ ਆਪਣਾ ਤੇ ਜ਼ਰਾ ਜ਼ਾਹਿਰ ਕਰੋ ਨਾ। आप एक्चुअली बीच में हमें इंटरप्ट कर रहे हैं, आप और कुछ नहीं हो रहा। ਹਾਂਜੀ ਤੁਸੀਂ ਪਹਿਲੇ ਆਪਣਾ ਕੀਤਾ ਮੇਰੇ ਸਾਹਮਣੇ मलक ਰੱखो एक ना। मिनट, मलक एक मिनट भाई। अच्छा ये मुफ्ती साहब मैं अभी इंशाल्लाह फिर आपकी जो बातें मैंने, मुझे देखें जो नीयत होती है ना इंसान की, मेरी अगर किसी फ़िरका वारियत या कोई ऐसा सवाल जिसमें मैं आपको जाता या कुछ ऐसा करता, मेरे ऐसा नहीं था। मेरे जो क्वेश्चन थे ना वो नॉलेजेबल थे और मुझे उनमें से आपने मुझे दिया है। यू अंडरस्टैंड? जी जी रुकिए ना। अच्छा इस लफ्ज़ से फ़िरका वारियत के ऊपर थोड़ी सी गुफ्तगू कर ली जाए। जी, मैं कुछ कहना चाह रहा हूँ, आप उस आगे जा रहे हैं जो मैं नहीं सुनना चाह रहा फ़िरका वारियत को। एक्चुअली मुझे आपने जो जवाब दिए ना उससे मैं बहुत सेटिस्फाइड हुआ हूँ। मैं वो ही अर्ज कर रहा हूँ कि ये जो आप ना घूम फिर के आके वहीं पे खड़े हो जा रहे, रोला ये पड़ रहा है। अब माइक म्यूट करिएगा, मैं अर्ज करूँ ज़रा। मुझे एक बात करने दें इंशाल्लाह, फिर अब मैं आपको सुनूंगा 15 मिनट। अच्छा जी, अच्छा जी। एक्चुअली मैं आपका फ़ैन हूँ और मैंने कुछ चीज़ें मुझे कन्फ्यूजन थी, आपने क्लियर की। जैसे आपने कहा चारों चीज़ों को आपने इम्प्लीमेंट करना पड़ेगा अपनी ज़िंदगी में, दो नहीं। ओके, नेक्स्ट आपने ये कहा, ये बहुत अच्छी बात मेरे लिए नहीं थी। और आपकी एक और बात बहुत अच्छी मुझे लगी और उसको मैंने बहुत मतलब मुझे एकदम से शौक़ लगा, वो ये है कि आपने मुझे ये बताया है कि इस्लाम एक फ़िरका है, ऐसे इसमें आगे क्लासिफिकेशन है, बट हम एक इस्लाम का फ़िरका, मैं ये मुझे नहीं पता था। मैं समझ रुक जाए, इधर ही रुके, बस रुक जाए। अब माइक म्यूट करें, बस यही। बस थैंक यू। ये है एक मरकजी पॉइंट है। देखिए ना, हम एक मरकज पे रहते हैं ना, जब मरकज से हटेंगे काम खराब हो जाएगा। मरकज अब ये हो गया कि एक चीज़ में आप भी मुत्तफिक, मैं भी मुत्तफिक कि इस्लाम एक फ़िरका है। ये सुन्नी शिया वाबी देवबंदी ये फ़िरके नहीं है, ये मकातबे फ़िक्र हैं। मकातबे फ़िक्र, मकतबे फ़िक्र और फ़िरके के अंदर सफ़ेदो स्याह का फ़र्क है, ज़मीन आसमान का फ़र्क है। अच्छा ठीक हो गया, आप भी मुत्तफिक, मैं भी मुत्तफिक। ये वाली बात इत्तफ़ाक़े राय के बाद ये वाली बात डिस्टर्ब कर रही है मुझे। लो जी, मैं फ़िरका वारियत से मैं नहीं पढ़ना चाहता। आपने 3-4 दफ़ा ये लफ्ज़ बोला है। ना ऐसे नहीं। देखें, या तो आप हमारे साथ एक ड्रामा कर रहे हैं, या अनजान हैं या अनजान बनने की कोशिश कर रहे हैं, या आप ला इल्म हैं, एक जाहिल हैं, मुझे नहीं पता, वल्लाहु आलम। दिलों के बेत तो अल्लाह ही जानता है ना भाई, मुझे तो नहीं पता। मुफ्ती का काम है ज़ाहिर के ऊपर हुक्म लगाता है। मैं ज़ाहिर को चीज़ देखूंगा, उसके ऊपर हुक्म लगा दूंगा, बस। अल्लाह अल्लाह खैर सल्ला। मुझे नहीं पता फिल हकीकत क्या है, किसी के पेट के अंदर क्या है। अच्छा, गुजारे ये है कि फ़िरका वारियत ये लफ्ज़ अमूमी वो लोग बोलते हैं कि जो सुन्नी शिया वहाबी देवबंदी को फ़िरका समझते हैं। याद रखिएगा, जब एक बंदा कह भी रहा है कि मुफ्ती मुबश्शिर शाह तेरी एक्सप्लेनेशन जो है मुझे कबूल है कि ये फ़िरके जो हैं ये उम्मते दावत के फ़िरके हैं, ना कि उम्मते इजाबत के, तो फिर तो ये लफ्ज़ नहीं आपके मुंह में जचता जनाब कि फ़िरका वारियत में मैं नहीं पढ़ना चाहता।
भाई क्यों नहीं पढ़ना चाहते आप? पढ़ना पड़ेगा ना। अल्लाह के नबी ने कहा है कि फिरका वारियत में पढ़ना है, यानी एक फिरका बनना है, वो 73वां फिरका। सहाबा ने फिर पूछा था कि हजूर जी हम फिरका वारियत में पढ़ना चाहते हैं तो कौन सा फिरका फिर इख्तियार करें? तो हजूर जी ने जवाब दिया, इरशाद फरमाया कि अज-जमा। भाई हजूर जी खुद इनकार नहीं कर रहे, खुद पहले हजूर जी ने फरमाया कि इतने फिरके बनने ही बनने हैं, फिर फरमाया कि फिरका वारियत में सहाबा ने कहा जी, सहाबा ने तो नहीं कहा कि हजूर जी ये आप कौन सी माज़अल्लाह आप हमें फिरका वारियत की दावत दे रहे हैं। नहीं, सहाबा ने फिर दरियाफ्त किया जी आपने हजूर जी हमें फिरका वारियत की दावत दी है तो कौन से फिरके को फिर हम चूज करें? तो सरकार ने फरमाया कि जो जमात होगी जिस पर मैं और मेरे सहाबा होंगे, समझ आई कि नहीं? तो गुजारिश ये है कि हमें फिरका वारियत में पढ़ना है भाई, क्योंकि अल्लाह ये वो ही अल्लाह की रस्सी है जिसका अल्लाह ने कुरान में कहा था कि फिरके फिरके ना बनो, अल्लाह की रस्सी को मजबूती से थाम लो। ये है वो इस्लाम है, ये इस्लाम, ये एक फिरका जो है ये अल्लाह की एक रस्सी है, इसको हमने पकड़ लिया। ये जो इसी वजह से मैंने ये पूछा, बीच में टाइप किया कि आपका कौन सा अकीदा है, सिर्फ उसको मैं आपका सीक्वेंस बहुत अच्छा जा रहा था, मैं बीच में इंटरप्ट नहीं करना चाहता था, मैंने राइट किया कि आपका जल्दी से अकीदा कौन सा, कि आप उसी सीक्वेंस से अपना अकीदा पूरा बयान कर दें ताकि लोगों को जी जाके हम जो सुनने वाले हैं उनकी जो अगर कहीं गलती है, कोई आगे पीछे उनका सिस्टम है वो ठीक हो जाए। जैसे इसमें ज्यादा कुछ नहीं। अभी बता दिया, क्या अभी भी कोई खला रह गया है, कोई सुकम रह गया कहीं पे? बताएं। नहीं, काफी चीजें क्लियर हुई हैं, मेरी काफी चीजें क्लियर की हैं। काफी तो हो गई, इसका मतलब कुछ रह गई हैं, कौन सी रह गई है? इंशाल्लाह आएंगी जहन में और बताऊंगा आपको। जस्ट मुझे ये पता लगा है कि हम इस्लाम में हैं और जो दूसरे जो क्लासिफिकेशन हुई हैं वो भी सब मुसलमान हैं, उनमें अगर कोई प्रॉब्लम होगी तो वो अकीदे की वजह से कोई जहन्नम में जाएगा या कहीं भी जाएगा, वो सुन्नी भी हो सकता है, शिया भी हो सकता है, वाबी भी हो सकता है, देवबंदी भी हो सकता है। ऐसे ही है ना, मैं सही समझाऊं? बिल्कुल ऐसे ही है जी, ये चीज मैं समझ गया हूँ। थैंक यू वेरी मच मुफ्ती साहब, अल्लाह ताला आपको जिंदगी दे। इधर लफ्ज मैं नखेड़ के बोल रहा हूँ, मैं खुद हालांकि बरेलवी हूँ। वेरी गुड वेरी गुड। में जाने वाला बरेलवी भी हो सकता है। हाँ, ये चीज मुझे आपकी पसंद है। जो सुने ना पूरी सुने ना बात, पूरी सुने, अपनी मतलब की बात बीच में से लेके खिसकना नहीं है। नहीं, मैं कहीं नहीं जा रहा, मेरा कोई बहस भी नहीं है आपसे, ना मैं मुकालमा कर रहा हूँ, मैं आपके साथ मुकाबला भी नहीं हो सकता, किसी का भी नहीं हो सकता, जो बैठे जितने भी हैं ना। तो वो ये है कि भाई मेरे वो बरेलवी भी हो सकता है, वो जन्नत में जाने वाला देवबंदी भी हो सकता है, वो जन्नत में जाने वाला शिया भी हो सकता है, वो जन्नत में जाने वाला वाबी भी हो सकता है। हाँ, जन्नत में जाने वाला वो देवबंदी भी हो सकता है, वो वाबी भी हो सकता है, वो बरेलवी भी हो सकता है, वो शिया भी हो सकता है। कि वो वाला बंदा कि जेड़ा सुना के भाभी शिया देवबंदी बनया है, उन्होंने पता ही कख नहीं है कि इन्होंने कीदे की ने, सुना के वैसे ही कई हो जाते हैं शिये, उन्होंने पसंद आंदा है, वो अलम लगा लेंदे ने अपने घरां दे उत्ते। कई ऐसे लोग हैं जिन्होंने अलम लगाए हुए हैं, उनसे मेरी गुफ्तगू हुई है, अकीदा पूछा, अकीदे उनके ठीक है। क्या उनको हम जन्नत में क्यों छेड़ रहे हैं क्या कि तुम जन्मी हो गए हो? ना ही वो पिटा पिटी करते हैं, ना ही वो कोई ऐसा कुफर उनके अंदर से हमने सुना है। ऐसे कई देवबंदी हैं, कई भाभी हैं जो इनके बाबों ने किताबों के अंदर आपने लिखा है, या हसामुल हरमैन के अंदर अल्लाह हज़रत ने जिन किताबों के ऊपर फतवे दिए हैं, तो वो मसले इनसे जब डिस्कस होते हैं वो इनकार कर देते हैं, वो कहते हैं नहीं मनते भाई, असी लानत पाने हैं। तो भाई ऐसे बंदे को आपने घसीट के क्या जन्नत में घुसेड़ना है क्या? एक बंदा जब इनकार करता है तो करन दिओ ਉਹਨੂੰ ਤੁਸੀਂ, ਤੇ ਫਕਤ ਰਫਾਈ ਦੇਨ ਕਰਨ ਦੇ ਨਾਲ ਤੇ ਨਹੀਂ ਉਹ ਜਨਮੀ ਹੋ ਗਿਆ ਨਾ ਯਾਰ, ਤੇ ਰਫਾਈ ਦੇਨ ਕਰਦਾ ਤੇ ਲਿਆ ਉਹ ਜਨਮੀ ਹੈ। ਨਹੀਂ ਇੰਜ ਨਹੀਂ ਭਾਈ, ਇੰਜ ਜੀ। ਉਹ ਜਿਹੜੇ ਨੇ ਨਾ ਉਹ ਆ ਗਏ ਨੇ। जी माशाल्लाह, थैंक यू वेरी मच जी, ज़बरदस्त, माशाल्लाह, ग्रेट मैन ब्रदर। मुफ्ती साहब आपको अल्लाह ताला ज़िंदगी दे, आपने बहुत सी चीज़ें आज मुझे नहीं बताई हैं, कल इसी तरह अगर दिल हुआ तो मुझे फिर उठा लेना। ये आपके लिए नहीं है ना, जी, मेरे लिए तो मैं तो 25 सालों से यही मेरा आप स्पेशलाइजेशन की है ना, मैं अर्ज कर रहा हूँ ना, सुन लें,
میری تو 25 سال سے ایک ہی بولی ہے. یہ نہیں ہے کہ ابھی جسٹ اچھا. ایک گھنٹہ پہلے میرا یہ کوئی عقیدہ بنا ہے یا میں نے کوئی ایسے رخ بدلا ہے. نہیں. ویری گڈ ویری گڈ. موسٹلی دوسرے مکتبہ فکر کے لوگ میں نے دیکھے ہیں, ان کے اندر بیٹھا ہوں, وہ دوسرے والے کو تو بہت ہی دردناک باتیں کرتے ہیں, یقین مانے سن بھی نہیں سکتا ہے بندہ. آپ نے تو بہت اچھی باتیں کی, ایسا تو میں نے دوسرے دیکھے نہیں. فیس بک پر بھی ایسے ہی تھا, میں یوٹیوب پر بھی ایسے ہی تھا, تو آج مجھے مہینہ ڈیڑھ ہی ہوا ہے, تو ٹک ٹاک پر بھی ایسا ہی ہوں. میں جو ہوں میں ہوں. کسی کو برا لگتا ہے اچھا لگتا ہے, مجھے اس پہ کوئی فرق ہی نہیں پڑتا. کوئی فرقی برابر, نہ ہی پہلے پڑھا نہ ہی اب پڑھنا, کوئی نہیں. میں آزاد بندہ ہوں بھائی, بالکل آزاد بندہ ہوں, کسی کا تابع نہیں ہوں. میں تابع دار ہوں تو میں اپنے نبی اپنے رسول کا تابع دار ہوں, میں کسی کا تابع نہیں ہوں. جی اچھا دیش بھگت صاحب, ٹھیک ہو گیا, آپ سے بات ہو گئی ہے. آپ مفتی صاحب کو نہ فالو کر لیں. مفتی صاحب اپنی لائف میں بھی آتے ہیں اور آپ باقاعدہ وہاں پہ بھی آئیں, ٹھیک ہے. جو آپ کے سوال ہوں گے ان کا وہ جواب بھی دیں گے. جس طرح آپ کے آج جو ذہن میں تھے وہ سارے معاملات کلیئر ہو گئے ہیں, ٹھیک ہے. تو اسی طرح ان کو فالو بھی کریں, اور ان کا جو یوٹیوب کا چینل ہے, ٹھیک ہے, آپ نے کہا آپ دیکھتے ہیں, تو یہاں پہ بھی آپ فالو کر لیں. ٹک ٹاک پہ بھی وہ لائیو آتے ہیں. تو بہت اچھا لگا تھوڑے نال گل کر کے. ہن حمزہ ناصر کر کے کوئی آیا ہے. جی جناب. السلام علیکم جی, سب کو کیا حال چال ہیں؟ ٹھیک ہیں سب؟ وعلیکم السلام. ٹھیک جی, اللہ کا شکر. سر مجھے تو اس سب کے بارے میں کوئی پتہ نالج نہیں ہے نا, میں تو بس سوائپ کر رہا تھا سب چیزوں کو, میں اسکرول کر رہا تھا, تو میں نے تو یہ بس دیکھا تھوڑا سا. تو ویسے تو آپ کو پتہ ہے کہ پاکستان میں بھی مفتیان کرام ایسے تو نہیں مل جاتے کہ بات چیت کرنے کے لیے بہت سے کوشچن ہوتے ہیں انسانوں کے پاس, سب کے پاس, لیکن اچھا آپ تھوڑا سا اپنا تعارف کروا دیں, آپ ہیں کون اور کس مکتبہ فکر سے آپ کا تعلق ہے, اور مرزا قادیانی پہ بھی لعنت ڈال دیں اور مرزا انجینئر پہ بھی لعنت ڈال دیں, پھر آگے بات کرتے ہیں. مرزا قادیانی پہ بے شمار لعنت لعنت لعنت. اور مرزا انجینئر پہ سر جی لعنت تو نہیں میں کہوں گا, لیکن میں اس کے فالوور ہے نا, بات ختم. فالوور نہیں ہے. دیکھیں بات سنیں آپ, اگر کسی کو دیکھیں, میں تو بابا جانی کو بھی سنتا ہوں, لیکن ان کی کچھ ایسی چیزیں ہیں جو مجھے پسند نہیں آتی, اس لیے چلو پھر ہن پتہ لگ گیا نا, مفتی صاحب نے بھی پتہ لگ گیا, ہن ذرا انہاں نال گل کر لو. جی مفتی صاحب. مفتی صاحب سے بھی کچھ ایسی چیزیں تھیں کہ جو یار ایک تو انہاں دی آواز نہیں آتی, پتہ نہیں کتنے کیڑی اکیڈمی چ وڑ کے بولتے ہیں پہ. بھائی جی تھوڑا اچھا بولو یار. سر میں گئی نہیں ڈیوٹی پہ. ਉਹੀ ਇਹਨਾਂ ਗੱਲਾਂ ਨੇ, ਤੁਸੀਂ ਅਕੈਡਮੀ ਚੋਂ ਬਾਹਰ ਆਉਣਾ ਕੋ ਨਹੀਂ, ਤੇ ਗੱਲ ਸਾਨੂੰ ਮੁਸਲਮਾਨਾਂ ਨੂੰ ਤੁਹਾਡੀ ਸਮਝ ਹੀ ਨਹੀਂ ਆਉਣੀ. ਅਕੈਡਮੀ ਦੀ ਇੱਕ ਗੱਲ ਨਹੀਂ ਸਮਝ ਆਉਂਦੀ, ਅੱਜ ਤੱਕ ਨਹੀਂ ਸਮਝ ਆਈ ਕਿ ਅਕੈਡਮੀ ਚੋਂ ਕਿਹੜਾ ਇੱਕ ਨਵਾਂ ਫਿਰਕਾ, ਜਾਂ ਫਿਰਕਾ ਨਹੀਂ ਸੋਰੀ, ਇਹ ਇੱਕ ਨਵਾਂ ਹੀ ਦੀਨ ਮਜ਼ਹਬ ਇਜਾਦ ਹੋਇਆ ਹੈ. ਕੋਈ ਸਿਰ ਪੈਰ ਨਹੀਂ ਸਮਝ ਆ ਰਹੀ ਇਸ ਜੇਲਮੀ ਮਜ਼ਹਬ ਦੀ ਤੇ ਦੀਨ ਦੀ. بھائی لاکم دینکم ولیہ دین, جیلمیوں کا اپنا دین ان کو مبارک, مسلمانوں کا اپنا دین, اور ہمارا دین ہمیں مبارک. بس تمہارا خدا کوئی اور, ہمارا خدا کوئی اور, تمہارا اسلام کوئی اور, ہمارا اسلام کوئی اور ہے. یہ وہی جواب ہے جو مرزا جونیئر جیلمی صاحب نے نعرہ لگایا ہے, بابوں کا خدا کوئی اور, کتابوں کو کوئی اور ہے. جی وہ کر لے مرضی مرنے سے پہلے اس پہ غور, بابوں کا خدا کوئی اور. اس نے تو بھائی وہ سارے مسلمانوں کو اور ہمارے اسلاف کو مشرک بنا دیے. وہ کہتے ہیں سارے مشرک ہو گئے. کتاباں دا خدا پتہ نہیں کیڑا, کتاباں دا خدا تے کیڑیاں کتاباں نے بھائی, کتاباں پتہ نہیں ہن کیڑیاں, اللہ ہی جانتا. حالانکہ وہ کتابی جو تھے نا, کتابی وہ کہا گیا ہے یہ عیسائیوں کو اور یہودیوں کو, یہ ہے کتابی. ہاں جی, وہ کہتا ہے کتابوں کا خدا, میں ہوں مسلم علمی کتابی. لو یہ کیڑا ہے جی, سر وہ آپ نے علمی جو تھے وہ اپنے آپ کو کہتے تھے یہودی, کتابی جو تھے وہ کہتے تھے یہ والے کیا نام ہے عیسائی, تو بیچ میں مسلم, یعنی تین مذاہب کو اس نے پکڑ کے ایک جگہ پہ کھڑا کر دیے, تین ادیان کو. ہاں جی,
सकें बात तो सुने किसी की। मुस्लिम इल्मी किताबी। तो आगे मिर्जा को जरूर करें, हम तो मिर्जे की बात ही नहीं कर रहे, हम तो ਪਹਿਲੇ बात ਤੁਸੀਂ ਨਾ ਕਿਉਂ ਨਹੀਂ ਤੁਸੀਂ ਬਾਤ ਕਰਦੇ ਪਏ? ਅਸੀਂ ਤੇ ਕਰਨੀ ਹੀ ਉਹਦੀ ਹੈ, ਅਸੀਂ ਇੱਧਰ ਉੱਧਰ ਜਾਣਾ ਹੀ ਨਹੀਂ। मैं अपने मसले के लिए बात करने के लिए आया हूँ। ਹਾਂ ਨਹੀਂ ਤੁਸੀਂ ਆ ਤੁਹਾਡੇ ਮਸਲੇ ਅਸੀਂ ਨਹੀਂ ਨਾ ਸੁਣਨੇ। ਮੈਂ ਕੀ ਕਹਿਣਾ, ਮੈਂ ਕਿ ਤੁਹਾਡੇ ਮਸਲੇ ਨਹੀਂ ਸੁਣਨੇ ਅਸੀਂ ਤੇ ਭਾਈ, ਸਾਡੇ ਅਜੇ ਮਸਲਾ ਤੇ ਕੋਈ ਇੱਕ ਮਸਲੇ ਦਾ ਜਵਾਬ ਨਹੀਂ ਮਿਲਿਆ ਤੇ ਅਸੀਂ ਹੁਣ ਤੁਹਾਡੇ ਮਸਲੇ ਹੀ ਸੁਣੀ ਜਾਣੇ ਨੇ। फिर मतलब आप तो बस बैठे हुए हैं बस ऐसे। ਹਾਂ ਨਹੀਂ 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 ਨਾ ਨਾ, ਤੁਸੀਂ ਗਲਤ ਜਗ੍ਹਾ ਤੇ ਆਏ ਹੋ ਹਮਜ਼ਾ ਭਾਈ, ਬਿਲਕੁਲ ਗਲਤ ਜਗ੍ਹਾ ਤੇ ਆਏ ਹੋ। ਹਾਂ ਬਿਲਕੁਲ ਚੰਗਾ ਕੀਤਾ ਜੇ ਹੁਣੇ ਨਿਕਲ ਗਏ ਹੋ, ਨਹੀਂ ਤੇ ਇੱਥੇ ਤੇ ਭਾਈ ਜੀ ਇੱਥੇ 101 ਸਵਾਲ ਹੈ ਸਾਡਾ। ਹਾਂਜੀ ਉਹਨਾਂ ਦੇ ਜਵਾਬ ਦੇਣੇ ਪੈਣੇ ਨੇ ਜੀ। हेलो, आवाज आ रही है मेरी? आ रही अस्सलाम वालेकुम सब भाइयों का क्या हाल है? अस्सलाम ठीक वधिया जी, हुक्म करो। अच्छा तो एक भाई फरमा रहे सी कहंदे कि मिर्जा साहब गल कर रहे हैं कि किताबां दी किहड़ियां किताबां दी गल कर रहे? मैं किताबां किस दी किताब गल दी कर रहे? सही बुखारी सही ये किताबां दी गल कर रहे ना? पहले अपनी जरा तारफ से कराना आंदी मिर्जा जेल में जन्मीदा मनन वाला। मोहम्मद अमर मेरा नाम है। अच्छा इस तो अगे कोई तारफ चाहिए? हाँ जी, मिर्जा जेल में जहनमीदे मनन वाले हो या कादियानी हो, कौन हो? यार ਅਸੀਂ ਕਲਮੇ ਦੇ ਮੰਨਣ ਵਾਲੇ ਨਾ, ਉਹ ਕਿਸੇ ਦੀ ਕੀ ਮਜਾਲ ਅਸੀਂ ਕਿਸੇ ਦੇ ਮੰਨਣ ਵਾਲੇ ਹੋਈਏ। ਯਾਰ ਮੇਰੇ ਨਾਮ ਦਾ ਨਾਮ ਮੁਹੰਮਦ ਹੈ। ਚਲ ਮਿਰਜ਼ਾ ਇੰਜੀਨੀਅਰ ਤੇ ਲਾਨਤ ਭੇਜਣਾ, ਫਿਰ ਅੱਗੋਂ ਗੱਲ ਸ਼ੁਰੂ ਕਰਨੇ ਆ। ਕੀ ਕਹਿ ਰਹੇ ਤੁਸੀਂ? ਮੈਂ ਕਿਹਾ ਮਿਰਜ਼ਾ ਇੰਜੀਨੀਅਰ ਦੇ ਉੱਤੇ ਲਾਨਤ ਭੇਜ ਕੇ ਮੈਂ ਲਾਨਤ ਭੇਜਣਾ, ਉਹਦੇ ਉੱਤੇ ਤੁਸੀਂ ਮੇਰੇ ਨਾਲ ਗੱਲ ਕਰੋ। ਯਾਰ ਮੈਂ ਕਿਉਂ ਕਿਸੇ ਤੇ ਲਾਨਤ ਭੇਜਾਂ? ਮੈਂ ਕਿਉਂ ਕਿਸੇ ਚਾਹੇ ਸੁन्नी ਹੋ, ਸ਼ੀਆ ਹੋ, ਅਹਿਲੇ ਹਦੀਸ ਹੋ, ਮੈਂ ਕਿਉਂ ਕਿਸੇ ਉਹ ਤੇ ਫਿਰਕੇ ਚ ਨਹੀਂ ਆਉਂਦਾ ਹੈਗਾ, ਛੱਡ ਦੇ ਉਹਨੂੰ, ਉਹ ਫਿਰਕੇ ਕਿਸੇ ਚ ਵੀ ਨਹੀਂ ਆਉਂਦਾ। ਅੱਛਾ ਉਹ ਦੱਸ ਨਾ, ਮਿਰਜ਼ਾ ਕਾਦੀਆਨੀ ਤੇ ਲਾਨਤ ਕਰ। ਹਾਂ ਮਿਰਜ਼ਾ ਕਾਦੀਆਨੀ ਜਿਹੜਾ ਹਾਂ ਤੇ ਮਿਰਜ਼ਾ ਇੰਜੀਨੀਅਰ ਕੀ ਲੱਗਦਾ ਤੇਰਾ, ਜਿਹੜਾ ਤੂੰ ਮੈਂ ਕਿਸੇ ਤੇ ਨਹੀਂ ਕਰਦਾ? ਨਹੀਂ ਉਹਨੇ ਨਬੂਵਤ ਦਾ ਦਾਵਾ ਕੀਤਾ ਸੀ, ਉਹਦੇ ਤੇ ਲਾਨਤ ਹੈ। ਹਾਂਜੀ ਇਹਨਾਂ ਨੇ ਕੋਈ ਨਬੂਵਤ ਦਾ ਦਾਵਾ ਇਹਨੇ ਜਿਹੜੀਆਂ ਬਕਵਾਸਾਤ ਕੀਤੀਆਂ, ਉਹ ਕਹਿੰਦਾ ਕਿ ਮੁਹੰਮਦ ਉਹਨੇ ਕਿਹਾ ਕਿ ਜਿਹੜੇ ਉਹਦੇ ਮੰਨਣ ਵਾਲੇ, ਜਿਹੜੇ ਉਹਦੇ ਫਾਲੋਅਰ ਨੇ ਨਾ, ਮਿਰਜ਼ਾ ਇੰਜੀਨੀਅਰ ਨੇ ਆਖਿਆ ਉਹਨਾਂ ਦੀ ਜਿਹੜੀ ਵਾਲਦਾ ਜਦੋਂ ਮਰ ਕੇ ਜੰਨਤ ਚ ਜਾਣਗੀਆਂ ਨਾ, ਉਹਨਾਂ ਨੂੰ 4 ਸ਼ੋਹਰ ਲੱਭਣਗੇ। ਅਸੀਂ ਤੇ ਸਿਰਫ ਉਹ ਸਵਾਲ ਲੈ ਕੇ ਬੈਠੇ ਦੇ ਹਾਂ ਕਿ ਕੋਈ ਇਹ ਮਿਰਜ਼ਾ ਇੰਜੀਨੀਅਰ ਦਾ ਜਿਹੜਾ ਮੰਨਣ ਵਾਲਾ ਹੋਵੇ, ਉਹ ਆਪਣੀ ਅੰਮੀ ਦੇ 4 ਬੰਦਿਆਂ ਦੇ ਜਿਹੜਾ ਨਾ, ਯਾਨੀ ਕਿ ਆਪਣੇ 4 ਅੱਬਿਆਂ ਦੇ ਨਾਂ ਦੱਸਦੇ। ਅਸੀਂ ਤੇ ਉਹ ਪਵੇਨੇ ਜਨਾਬ, ਜੇ ਅਗਰ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਖੋਲ ਕੇ ਦੱਸੋ। ਅਸੀਂ ਕਿਉਂਕਿ ਇਸ ਤਰ੍ਹਾਂ ਦੀ ਨਹੀਂ ਯਾਰ, ਮੇਰੀ ਚੀਜ਼ ਮੈਂ ਅਹਿਲੇ ਸੁन्नत ਤੋਂ ਬਿਲੋਂਗ ਕਰਦਾ। ਉਹ ਭਾਈ ਉਹਦਾ ਦਾਵਾ ਹੀ ਹੈ ਵੇ, ਅਹਿਲੇ ਸੁन्नत ਵਾਲੇ ਤੇ ਲਾਨਤ ਭੇਜਦੇ ਨੇ ਨਾ, ਅਹਿਲੇ ਸੁन्नत ਵਾਲੇ ਤੇ ਲਾਨਤ ਭੇਜਦੇ ਨੇ ਮਿਰਜ਼ਾ ਇੰਜੀਨੀਅਰ ਤੇ। ਤੂੰ ਕਿਹੜੇ ਅਹਿਲੇ ਸੁन्नत? ਲੇਕਿਨ ਮੇਰੀ ਭਾਈ ਨੇ ਗੱਲ ਕੀਤੀ ਨਾ, ਸੁਣੋ ਮੇਰੇ ਆਮ ਤੋਂ ਪਹਿਲਾਂ ਤੂੰ ਮੈਨੂੰ ਦੱਸ ਨਾ, ਅਹਿਲੇ ਸੁन्नत ਵਾਲੇ ਤੇ ਲਾਨਤ ਭੇਜਦੇ ਨਾ ਮਿਰਜ਼ਾ ਇੰਜੀਨੀਅਰ ਤੇ, ਤੂੰ ਫਿਰ ਅਹਿਲੇ ਸੁन्नत ਹੋਣ ਦਾ ਸਬੂਤ ਦੇ, ਫਿਰ ਤੂੰ ਲਾਨਤ ਭੇਜ ਮਿਰਜ਼ਾ ਇੰਜੀਨੀਅਰ ਤੇ। ਯਾਰ ਇਹਦੇ ਮੂੰਹ ਦੇ ਵਿੱਚੋਂ ਮੈਂ ਕੋਈ ਗੱਲ ਇਸ ਤਰ੍ਹਾਂ ਦੀ ਨਹੀਂ ਸੁਣੀ ਯਾਰ। ਉਹਦੇ ਮੂੰਹ ਚੋਂ ਬੜਾ ਕੁਝ ਨਿਕਲਿਆ, ਤੂੰ ਮੈਨੂੰ ਇਹ ਦੱਸ ਨਾ, ਅਹਿਲੇ ਸੁन्नत ਹੋਣ ਦਾ ਸਬੂਤ ਤੇ ਦੇ ਨਾ ਮੈਨੂੰ। ਦੱਸੋ ਨਹੀਂ ਗੱਲ ਸੁਣੋ ਮੇਰੀ, ਮੈਨੂੰ ਯਾਰ ਅਹਿਲੇ ਸੁन्नत ਤੂੰ ਆਪਣੇ ਆਪ ਨੂੰ ਪਾ ਕਹਿਣਾ, ਉਹਦਾ ਸਬੂਤ ਤੇ ਦੇ ਨਾ। ਅਹਿਲੇ ਸੁन्नत ਵਾਲੇ ਸਾਰੇ ਲਾਨਤ ਭੇਜਦੇ ਨੇ। ਸੁਣ ਭਾਈ ਸੁਣ ਮੇਰੀ ਗੱਲ ਸੁਣ। ਮੈਂ ਤੁਹਾਨੂੰ ਯਾਰ ਚਲ 4 ਸ਼ੋਹਰਾਂ ਦੇ ਜਿਹੜੇ ਨੇ ਨਾ, ਉਹ ਸੁਣੋ 4 ਅੱਬਿਆਂ ਦੇ ਜਿਹੜੇ ਨਾਮ ਨੇ ਉਹ ਹੀ ਦੱਸ। ਸੁਣ ਮੇਰੀ ਗੱਲ ਸੁਣ ਭਾਈ ਮੇਰੇ ਨਾਲ, ਕਿਉਂਕਿ ਮੈਂ ਬੜੇ ਤਮੀਜ਼ ਨਾਲ ਗੱਲ ਕਰਦਾ। ਮੈਂ ਵੀ ਯਾਰ, ਮੈਂ ਤੇ ਕੋਈ ਬਦਤਮੀਜ਼ੀ ਤੇ ਨਾ ਕੀਤੀ ਕੋਈ ਨਹੀਂ, ਮੈਂ ਸਿਰਫ ਮਿਰਜ਼ਾ ਇੰਜੀਨੀਅਰ ਦੀ ਉਹ ਫਾਲੋਅਰਾਂ ਦੀ ਗੱਲ ਕਰਨਾ ਵਾ ਕਿ ਉਹਦੇ ਜਿਹੜੇ ਫਾਲੋਅਰ ਨੇ ਉਹਨਾਂ। ਅੱਛਾ ਇੱਕ ਮਿੰਟ, ਮਤਲਬ ਇੱਕ ਮਿੰਟ ਠਹਿਰੋ ਮੇਰੇ ਭਾਈ, ਇਧਰ ਇੱਕ ਮਿੰਟ ਮੇਰੇ ਨਾਲ ਡਾਇਰੈਕਟ ਹੋਵੋ ਜ਼ਰਾ, ਇੱਕ ਮਿੰਟ। ਬੋਲੋ ਸਰ ਬੋਲੋ, ਕਿਉਂਕਿ ਮੈਂ ਤੁਹਾਡੀ ਜਿਹੜੀ ਗੱਲ ਸੁਣ ਕੇ ਆਇਆ ਸੀ ਨਾ, ਇਸ ਵਾਸਤੇ ਆ, ਮੈਨੂੰ ਨਹੀਂ ਉਹਦੇ ਤੋਂ ਲੈਣਾ ਦੇਣਾ ਉਹ ਕੀ ਗੱਲ ਕਰ ਰਿਹਾ। ਤੁਸੀਂ ਕਹਿ ਰਿਹਾ ਸੀ ਉਹ ਕਿਹੜੀਆਂ ਕਿਤਾਬਾਂ ਦੀ ਗੱਲ ਕਰ ਰਿਹਾ ਸੀ, ਉਹ ਆਪਣੇ ਆਪ ਨੂੰ ਮੁਸਲਮ ਕਹਿ ਰਿਹਾ ਸੀ। ਹਾਂ ਮੈਂ ਕਹਿ ਰਿਹਾ ਸੀ ਯਾਰ ਅਹਿਲੇ ਕਿਤਾਬ ਜਿੰਨੇ ਵੀ ਮਜ਼ਹਬ ਹੈ ਸਾਰੇ ਅਹਿਲੇ ਕਿਤਾਬ ਹੈ, ਕੋਈ ਮਜ਼ਹਬ ਕਿਤਾਬ ਤੋਂ ਇਲਾਵਾ ਤਾਂ ਨਹੀਂ ਹੈ, ਕਿਤਾਬ ਤੋਂ ਹਟ ਕੇ ਤਾਂ ਨਹੀਂ ਹੈਗਾ। ਮੇਰਾ ਉਹਨਾਂ ਕੋਈ ਲਿੰਕ ਨਹੀਂ, ਕੋਈ ਇਹਦੇ ਨਾਲ ਨਹੀਂ ਹੈਗਾ। ਤੁਸੀਂ ਜਿਹੜੀ ਗੱਲ ਕੀਤੀ ਸੀ ਨਾ, ਪਤਾ ਨਹੀਂ ਕਿਹੜੀਆਂ ਕਿਤਾਬਾਂ ਦੀ ਗੱਲ ਕਰਦੇ ਪਏ। ਮੈਂ ਤੁਹਾਨੂੰ ਦੱਸਣਾ ਹੈ ਕਿ ਜਿੰਨੇ ਵੀ ਮਜ਼ਹਬ ਆਏ ਉਹਨਾਂ ਨਾਲ ਕਿਤਾਬ ਆਈ ਹੈ, ਕਿਤਾਬ ਦੇ ਥਰੂ ਆਇਆ ਮਜ਼ਹਬ, ਕੋਈ ਡਾਇਰੈਕਟ ਨਹੀਂ ਇਸ ਤਰ੍ਹਾਂ ਆਇਆ, ਉਹਦੇ ਨਾਲ ਕਿਤਾਬ ਹੈ। ਬਸ ਇਹ ਦੱਸਣ ਆਇਆ ਸੀ, ਬਾਕੀ ਮੇਰਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਇਸ ਵਾਸਤੇ
ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਪਹਿਲਾਂ ਕਿ ਪਤਾ ਨਹੀਂ ਕਿਹੜੀਆਂ ਕਿਤਾਬਾਂ ਦੀ ਗੱਲ ਕਰ ਰਿਹਾ ਯਾਰ, ਕਿਤਾਬਾਂ ਦੀ ਗੱਲ ਕਰ ਰਿਹਾ, ਕੁਰਾਨ ਪਾਕ ਦੀ ਗੱਲ ਕਰ ਰਿਹਾ ਉਹ, ਤੇ ਕੁਰਾਨ ਹਦੀਸ ਦੀ ਗੱਲ ਕਰ ਰਿਹਾ ਉਹ। ਤੇ ਲੇਕਿਨ ਮੇਰੇ ਨਾਲ ਤੁਸੀਂ ਜ਼ਿਆਦਾ ਪੜ੍ਹੇ ਲਿਖੇ ਆ, ਲੇਕਿਨ ਜਿਹੜੀ ਗੱਲ ਕਰ ਰਿਹਾ ਨਾ ਕਿ ਜਿੰਨੇ ਵੀ ਮਜ਼ਹਬ ਦੁਨੀਆ ਤੇ ਆਏ ਆ, ਇਸਲਾਮਿਕ ਦੇ ਹਿਸਾਬ ਨਾਲ ਸਾਰਿਆਂ ਦੇ ਨਾਲ ਕਿਤਾਬ ਹੈ। ਕਿਤਾਬ ਤੋਂ ਹਟ ਕੇ ਕੋਈ ਮਜ਼ਹਬ ਨਹੀਂ ਹੈਗਾ। ਤੇ ਨਾ ਮੈਂ ਉਹਦੇ ਕਹਿ ਰਿਹਾ ਕਿ ਮਿਰਜ਼ਾ ਗਲਤ ਕਹਿ ਰਿਹਾ, ਨਾ ਕਹਿ ਰਿਹਾ ਮੈਂ ਸਹੀ ਕਹਿ ਰਿਹਾ, ਲੇਕਿਨ ਜਿਹੜੀ ਮੈਂ ਗੱਲ ਤੁਹਾਡੀ ਸੁਣੀ ਸੀ ਉਸ ਗੱਲ ਦਾ ਜਵਾਬ ਦੇਣਾ ਹੈ। ਮੈਂ ਕਿਸੇ ਦਾ ਬਸ ਆਪਣੇ ਆਪ ਦਾ ਮੈਂ ਜ਼ਿੰਮੇਦਾਰ ਹਾਂ, ਕਿਸੇ ਦਾ ਮੈਂ ਠੇਕੇਦਾਰ ਨਹੀਂ ਹੈ, ਲੇਕਿਨ ਤੁਹਾਡੀ ਮੈਂ ਉਹਦਾ ਗੱਲ ਦਾ ਜਵਾਬ ਦੇਣਾ ਹੈ ਤੁਹਾਨੂੰ। ਜਵਾਬ ਦੇ ਛੜਿਆ ਜੇ? ਜੀ ਬਿਲਕੁਲ ਸਰ। ਖੁਸ਼ ਹੋ ਗਏ ਹੋ? ਮੈਂ ਕੋਈ ਗਲਤ ਗੱਲ ਕੀਤੀ ਹੈ ਭਰਾਇਆ? ਦੱਸੋ। ਮੈਂ ਗਲਤ ਵੈਸੇ ਗੱਲ ਅਰਜ਼ ਕੀਤੀ ਹੈ, ਖੁਸ਼ ਹੋ ਗਏ ਹੁਣ? ਹੈਲੋ ਆਮਿਰ ਭਾਈ, ਹੈਲੋ, ਮਾਈਕ ਮਿਊਟ ਹੋ ਗਿਆ ਯਾਰ, ਮਾਈਕ ਮਿਊਟ ਤੇ ਹਟਾਓ। ਹੈਲੋ ਲੋ ਚਲ ਓਕੇ ਯਾਰ, ਦੱਸ ਤੇ ਦਿਓ ਕਿ ਖੁਸ਼ ਹੋਏ ਹੋ ਕਿ ਨਹੀਂ। ਲੈ ਚਲ ਇੰਝ ਨਹੀਂ ਬਈ, ਇੰਝ ਨਹੀਂ ਬਈ, ਇੰਝ ਨਹੀਂ। ਖੁਸ਼ ਹੋਇਆ ਬਗੈਰ ਹੀ ਤੁਸੀਂ ਟੁਰ ਗਏ ਤੇ ਫਿਰ ਕੰਮ ਤੇ ਨਾ ਹੋਇਆ ਤੁਹਾਡੀ। ਜਿਹੜੇ ਮਿਸ਼ਨ ਤੇ ਤੁਸੀਂ ਆਏ ਸੋ ਉਹ ਮਿਸ਼ਨ ਤੇ ਪੂਰਾ ਨਾ ਹੋਇਆ। ਫਿਰ ਇਹ ਮਿਸ਼ਨ ਪੂਰਾ ਕੀਤਾ ਬਗੈਰ ਹੀ ਮਿਸ਼ਨ ਇੰਪੋਸੀਬਲ। ਅੱਛਾ ਜੀ, ਅਗਲੀ ਕਾਲਰ ਲੋ ਨੂੰ ਭਾਈ। ਮੁਫਤੀ ਸਾਹਿਬ ਇੱਕ ਮਿੰਟ, ਮੈਂ ਸਿਗਰਟ ਪੀ ਰਿਹਾ। ਅੱਛਾ ਅਗਲੇ ਕਾਲਰ ਹੈ ਕੀ ਹੈ? ਇਹ ਮੁਹੰਮਦ ਲਿਖਿਆ ਹੈ, ਕੀ ਲਿਖਿਆ ਹੈ, ਕੌਣ ਨੇ? ਮੁਹੰਮਦ मुस्लिम डिबेटर लिखे हुए मुझसे नहीं बात कर रहे मुफ्ती साहब। एक मुस्लिम नाम की आईडी है। ये कौन कौन है? एक मिनट मैं आ गया। अच्छा भाई कोई है ना कवे डिबेटर अपना माइक ऑन करो। अच्छा मोहम्मद आमिर ਜਿਹੜਾ ਨਾ, मोहम्मद आमिर खुद गया वे काल ਦੇ ਉੱਤੋਂ। मैं बाहर गया ਹਾਂ सिगरेट पीन ਤੇ ਉਹ ਆਪ ਗਿਆ। ਕੋਈ ਹੈ ਨਾ ਕਵੇ ਕਿ ਭਾਈ ਇਹਨਾਂ ਨੇ ਕੱਢ ਦਿੱਤਾ। ਅੱਛਾ ਜੀ ਕਿਹਨੂੰ ਲਈਏ? ਯਾਰ ਇਹ ਦੋ ਬੰਦੇ ਬੈਠੇ ਨੇ, ਇਹਨਾਂ ਨੂੰ ਪੁੱਛੋ ਕੌਣ ਨੇ ਭਾਈ। ਅਹਿਮਦ ਭਾਈ ਨੇ ਆਪਣੇ ਮੁਸਲਿਮ ਡਿਬੇਟਰ। ਪੁੱਛੋਗੇ ਤੇ ਪਤਾ ਚੱਲੇਗਾ। ਫੇਕ ਆਈਡੀਆਂ ਵੀ ਤੇ ਹੈ ਨੇ ਨਾ ਯਾਰ। ਅਹਿਮਦ ਭਾਈ ਕਿੰਜ ਪਤਾ ਚੱਲ ਗਿਆ? ਵਾਲੇਕੁਮ ਚੱਲ ਤੇ ਬੋਲ ਕੇ ਦੱਸ ਦੇ ਸਹੀ, ਮਰਨਿਆ ਤੂੰ ਮੈਂ ਚੁੱਪ ਕਰਕੇ ਬੈਠਾ ਹੈ। सर जी टिकटॉक ਤੇ ਲਾਈਵ ਪਹਿਲੀ ਵਾਰ ਆਇਆ, ਫਿਲਹਾਲ ਚੁੱਪ ਕਰਕੇ ਵਿਅਕਤੀ ਸੁਣੀ ਜਾ ਰਹੇ, ਹਾਲਾਤ ਵੇਖਣ ਦੇ। ਉਹਨੇ ਨਹੀਂ, ਇੱਥੇ ਹਾਲਾਤ ਖਰਾਬ ਨੇ ਪੁੱਤਰ। ਉਹ YouTube ਨੂੰ ਨਾ ਸਮਝੋ ਇਹਨੂੰ। ਇੱਥੇ ਕੁਝ ਹੋਰ ਹਿਸਾਬ। ਜੀ ਜੀ ਇੱਥੇ ਬੜੀ ਡਿੰਗੀ ਦੁਨੀਆ। ਇੱਥੇ ਇੱਥੇ YouTube ਨਾ ਇਹਨੂੰ ਸਮਝੋ। ਵੈਲਕਮ ਟੂ ਟਿਕਟੌਕ। ਹਾਂ ਅੱਛਾ ਦੂਜਾ ਲੈ ਲਵੋ, ਜਿਹਨੇ ਮਿਰਜ਼ਾ ਜੂਨੀਅਰ ਕੰਜਰ ਦੀ ਤਸਵੀਰ ਲਈ ਹੈ, ਕੌਣ ਹੈ? ਉਹ ਸੁਹੇਲ ਹੈ ਆਪਣਾ ਉਸਤਾਦ ਜੀ, ਸੁਹੇਲ ਲਿਓ ਆਪਣਾ। मैं हूँ मुफ्ती साहब। ਮੈਨੂੰ ਲੱਗਦਾ ਹੈ ਕਿ ਥੱਲੇ ਨਾ ਥੱਲੇ ਸਹੇਲ ਲੇਟਿਆ ਹੈ ਤੇ ਇਹ ਤਸਵੀਰ ਲਾਈਏ ਤੂੰ। ਉੱਤੇ ਮਿਰਜ਼ਾ ਜੂਨੀਅਰ ਜੇਲ੍ਹ ਮੈਨੂੰ ਬਿਠਾਇਆ ਹੀ। ਤੂੰ ਮਸਟੰਡਿਆ, ਤੂੰ ਸਹੀ ਹੋ ਜਾ। ਤੂੰ ਮੌਲਵੀ, ਤੂੰ ਖਰਾਬ ਹੋ ਗਏ ਹੈ। ਤੈਨੂੰ ਆਦਤ ਪੈ ਗਈ ਹੈ ਮਰਜ਼ੀਆਂ ਦੀ। ਆਹੋ ਤੂੰ ਬੜਾ ਸ਼ਰਾਰਤੀ ਮੌਲਵੀ ਹੈ, ਮੈਨੂੰ ਪਤਾ ਚੱਲ ਗਿਆ। ਤੂੰ ਬਿਠਾਣਾ ਹੈ ਆਪਣੇ ਉੱਤੇ ਮਿਰਜ਼ਾ ਜੂਨੀਅਰ ਜੇਲ੍ਹ ਮੈਨੂੰ। ਮੁਫਤੀ ਸਾਹਿਬ ਆ ਜਿਹੜੀ ਥੱਲੇ ਤਸਵੀਰ ਮੈਂ ਲਾਈ ਹੋਈ ਹੈ, ਇਹਦੇ ਤੇ ਵੀ ਰੋਸ਼ਨੀ ਪਾ ਦਿਓ। ਆਹੋ ਇਹ ਆਪਣਾ ਟੈਗ ਸੀ, ਯਾਦ ਰੱਖੀ। ਕਹਾਣੀਆਂ ਬਾਹਰ ਕੱਢ ਛੜੀਆਂ ਜੋ ਉਹਦੀਆਂ। ਮੈਂ ਇਸੇ ਬਹਾਨੇ ਦੱਸ ਦਿੱਤਾ ਨਾ। ਗੱਬਰ ਸਾਹਿਬ ਪਿੱਛੇ ਟੁਰ ਗਏ, ਇੱਥੇ ਕਾਲ ਦੇ ਉੱਤੇ ਆਓ। ਅੱਛਾ ਮੈਂ ਨਾ ਨਮਾਜ਼ ਪੜ੍ਹਨੀ ਹੈ ਤੇ ਜ਼ਰਾ ਗੱਬਰ ਸਾਹਿਬ ਤੁਸੀਂ ਜੇ ਆਰਾਮ ਨਾਲ ਗੱਲ ਕਰੋਗੇ। ਲੋ ਅੱਲਾ ਦੀ ਕਸਮ ਚੁੱਕ ਕੇ ਕਹਿ ਰਿਹਾ, ਮੇਰੇ ਦੋਵੇਂ ਹੱਥ ਇੱਥੇ ਜੇ। ਗੱਬਰ ਆਪੀ ਗਿਆ ਜੀ। ਅੱਛਾ ਜੀ ਹੋਰ ਲੈ ਲੈਂਦੇ ਆ। ਆਓ ਭਾਈ ਆਓ ਜੀ। ਅੱਛਾ ਮੋਡੀਨੇਟਰ ਸਾਹਿਬ। ਅੱਛਾ ਯਾਰ ਯਕੀਨ ਜਾਨੋ, ਮੈਂ ਨਾ ਮਲਕ ਕਸਮ ਵਾਲੀ ਗੱਲ ਜੇ ਮੈਂ ਫੇਰ ਰਿਪੀਟ ਕਰਦਾ ਜੇ ਪਿਆ, ਮੈਂ ਪੱਕੀ ਤੇ ਸੱਚੀ ਸੁੱਚੀ अस्सलामुअलैकुम भाईजान। ਪੱਕੀ ਸੱਚੀ ਤੋਬਾ ਕਰ ਲਈ ਜੇ ਮੈਂ ਕਿਸੇ ਦੀ ਲਾਈਫ ਤੇ ਜਾਣਾ ਹੀ ਨਹੀਂ। ਮੈਂ ਆਇਆ ਜੇ ਹੁਣ ਮਲਕ ਦੀ ਲਾਈਫ ਤੇ ਬਸ, ਜਾਂ ਤੇ ਮਲਕ ਦੀ ਲਾਈਫ ਤੇ ਰਵਾਂਗਾ ਮੈਂ, ਤੇ ਜਾਂ ਆਪਣੀ ਲਾਈਫ। ਬਸ ਭਾਈ ਮੈਂ ਨਹੀਂ ਜੇ ਕਿਧਰੇ ਆਣਾ ਜਾ। ਜੀ ਤੁਹਾਡੀ ਮਿਹਰਬਾਨੀ ਆਪਣੀ ਲਾਈਫ ਤੇ ਉਸਤਾਦ ਜੀ। ਬਿਲਕੁਲ ਸਹੀ ਹੈ।
ਯਕੀਨਨ ਬੜਾ ਪਤਾ ਨਹੀਂ ਖਿਚੜੀ ਭਾਈਜਾਨ ਪੱਕੇ ਸਭ ਤੋਂ ਪਹਿਲਾਂ ਆਪਣੇ ਆਪਣੇ ਮੁੰਡਿਆਂ ਦੇ ਵਿੱਚ ਹੀ ਨਾ ਲਾਨਤ ਖਿਚੜੀ ਇਸ ਮਿਰਜ਼ੇ ਜਨਮੀ ਤੇ ਜੀ ਇੱਕ ਮਿੰਟ ਪਹਿਲਾਂ ਤੇ ਮਤਲਬ ਆਪਣੇ ਮੁੰਡਿਆਂ 'ਚ ਹੀ ਨਾ ਯਕੀਨਨ ਖਿਚੜੀ ਪੱਕੀ ਹੋਈ ਆ, ਕੋਈ ਸਮਝ ਨਹੀਂ ਆਉਂਦੀ। ਮੈਂ ਉਹਨਾਂ ਨੂੰ ਆਪਣਾ ਸਮਝ ਰਿਹਾ ਹੁੰਦਾ ਵਾਂ ਤੇ ਉਹ ਵਿੱਚ ਗੱਲ ਕੁਝ ਹੋਰ ਨਿਕਲਦੀ ਆ। ਇਹੀ ਗੱਲ ਹੈ ਮੁਫਤੀ ਸਾਹਿਬ, ਖੁਦ ਹੀ ਇਸ ਵਜ੍ਹਾ ਤੋਂ ਜਿਹੜਾ ਨਾ ਜ਼ਰਾ ਸਾਈਡ ਹਾਂਜੀ ਮੈਂ ਕੋਈ ਹਿਸਾਬ ਲਾਇਆ ਜੇ 2-4 ਬੰਦਿਆਂ ਦੀਆਂ ਲਾਈਵਾਂ ਤੇ ਜਾ ਕੇ ਵੇਖਿਆ ਤੇ ਉਹ ਤੇ ਗੱਲ ਹੀ ਕੁਝ ਹੋ ਰਹੀ ਯਾਰ। ਮੈਂ ਕਿਹਾ ਕੀ ਬੰਦਾ ਪਿਆ ਯਾਰ, ਤੇ ਤਾਂ ਵਾਸਤੇ ਇਹਨੂੰ ਅਹਿਮਦ ਨੂੰ ਮੈਂ ਸਮਝਾਇਆ ਤੇ ਬੱਚਾ ਹੈ ਸਾਡਾ, ਤੇ ਇਹਨਾਂ ਨੂੰ ਅੱਖਾਂ ਖੋਲਣੀਆਂ ਪੈਣਗੀਆਂ ਤੇ ਉਸ ਹਿਸਾਬ ਨਾਲ ਇਹਨਾਂ ਨੂੰ ਟਿਕਟਾਕ ਦੇ ਉੱਤੇ ਰਹਿਣਾ ਪਏਗਾ ਕਿ ਇੱਥੇ ਬੜਾ ਕੰਨ ਟੁੱਟਾ ਬੈਠਾ ਹੈ ਭਾਈ, ਬੜਾ ਕੰਨ ਟੁੱਟਾ ਹੈ। ਤੁਹਾਡੀ ਸਮਝ ਸੋਚ ਤੋਂ ਵੀ ਵੱਧ ਇੱਥੇ ਗੇਮ ਹੈ, ਇੱਥੇ ਗੇਮ ਕੁਝ ਅਲੱਗ ਹੈ। ਜੀ ਆਸਿਫ ਭਾਈ ਤੁਸੀਂ ਬੋਲੋ ਤੇ ਯਾਰ ਟਾਈਗਰ ਤੂੰ ਧਿਆਨ ਰੱਖੀ, ਮੈਂ ਨਾ ਵਜ਼ੂ ਕਰਕੇ ਨਮਾਜ਼ ਪੜ੍ਹ ਲਾਂ। ਓਕੇ, ਜਿਹੜਾ ਬਗੈਰਤੀ ਕਰੇਗਾ ਉਹ ਛੱਤ ਤੇ ਪਵੇਗਾ ਜੀ। ਨਹੀਂ ਮਿਰਜ਼ੇ ਕਾਦੀਆਨੀ ਤੇ ਪਵੇਗਾ। ਕਿਰਮੇ ਕਾ ਜੀ ਮੁਫਤੀ ਸਾਹਿਬ ਨੇ ਛੱਤ ਹੁੰਦਾ ਹੀ ਨਾਂ ਰੱਖਿਆ ਹੈ। ਸਿੱਧਾ ਕਿਆ ਕਰੋ, ਮਿਰਜ਼ਾ ਸੀਨੀਅਰ ਜਾਂ ਮਿਰਜ਼ਾ ਜੂਨੀਅਰ ਆਓ ਵੰਡ ਲਓ ਨਾ, ਵਾਰੀ ਵੰਡ ਲਓ ਜੀ। ਵਾਸਿਫ ਵਿਰਕ ਸਾਹਿਬ ਹੁਣ ਕਰੋ ਗੱਲ ਮਿਊਟ ਤੋਂ ਹਟਾ ਕੇ। अस्सलाम वालेकुम भाईजान सब ਨੂੰ। ਵਾਲੇਕੁਮ ਸਲਾਮ। ਸਭ ਤੋਂ ਪਹਿਲੇ ਤੇ ਭਾਈ ਜੀ ਦੋਵਾਂ ਮਿਰਜ਼ਿਆਂ ਤੇ ਲਾਨਤ ਬੇਸ਼ੁਮਾਰ ਜੀ ਬੇਸ਼ੁਮਾਰ। ਮੈਂ ਭਾਈ ਜੀ ਐਵੇਂ ਟਿਕਟੋਕ ਚਲਾ ਰਿਹਾ ਸੀ ਤੇ ਹੁਣ ਵੇਖਿਆ ਇਹ ਸਾਲਾ ਪਹਿਲੇ ਵੀ ਨਹੀਂ ਚੰਗਾ ਲੱਗਦਾ, ਲੇਕਿਨ ਅੱਜ ਆ ਜਿਹੜੀ ਇਸ ਗੱਲ ਕੀਤੀ ਇਹ ਤੇ ਬਿਲਕੁਲ ਹੀ ਨਹਾਇਤ ਹੀ ਨਾਜ਼ੇਬਾ ਅਲਫਾਜ਼ ਨੇ, ਅਸੀਂ ਤੇ ਇਸਤੇਮਾਲ ਵੀ ਨਹੀਂ ਕਰ ਸਕਦੇ। ਪਤਾ ਨਹੀਂ ਕਿਸ ਕਿਸਮ ਦੇ ਲਾਹਨਤੀ ਲੋਕ ਨੇ ਜਿਹੜੇ ਇਹਨੂੰ ਫੋਲੋ ਕਰਦੇ ਨੇ ਜਾਂ ਇਹਦੇ ਪਿੱਛੇ ਜਾਂਦੇ ਨੇ। ਉਹ ਐਥੀਇਸਟ ਹੁੰਦੇ ਨੇ ਜੀ ਬਾਬਾ ਜੀ, ਜਾਂ ਉਹ ਕਾਦੀਆਨੀ ਹੁੰਦੇ ਨੇ, ਜਾਂ ਰਾਫਸੀ ਟਾਈਪ ਹੁੰਦੇ ਨੇ। ਰਾਫਸੀਆਂ 'ਚ ਵੀ ਬੜੀਆਂ ਕਿਸਮਾਂ ਹੋ ਗਈਆਂ ਨੇ। ਕੁਝ ਰਾਫਸੀ ਨੇ ਉਹਨੂੰ ਪਸੰਦ ਕਰਦੇ ਨੇ, ਕੁਝ ਨਹੀਂ ਕਰਦੇ। ਇਹ ਬੜੀ ਡਰਾਮੇਬਾਜ਼ੀ ਹੋ ਰਹੀ ਹੈ ਤੇ ਗੁਜ਼ਾਰਿਸ਼ ਹੈ ਕਿ ਕੁਝ ਸਾਡੀ ਨੌਜਵਾਨ ਨਸਲ ਜਿਹੜੀ ਹੈ ਉਹਦਾ ਵੀ ਬੇੜਾ ਗਰਕ ਹੋਇਆ ਹੈ। ਉਹ ਹੀ ਨਾ ਨੌਜਵਾਨ ਨਸਲ ਵੇ, ਉਹਨਾਂ ਨੇ ਸਾਇੰਸ ਪੜ੍ਹਦੀ ਹੈ ਪਈ, ਤੇ ਜਿਹੜੇ ਸਾਇੰਸ ਪੜ੍ਹਦੇ ਨੇ, ਮਾਦੇ ਦਾ ਇਲਮ ਹਾਸਲ ਕਰਦੇ ਨੇ ਪਏ, ਉਹ ਰੂਹਾਨੀਅਤ ਤੋਂ ਤੇ ਇਸਲਾਮ ਤੇ ਸਾਰੇ ਰੂਹਾਨੀਅਤ ਹੈ ਨਾ, ਤੇ ਯਾਨੀ ਉਹ ਮਜ਼ਹਬ ਬੇਜ਼ਾਰ ਹੋ ਰਹੇ ਨੇ, ਦੀਨ ਬੇਜ਼ਾਰ ਤਬਕਾ ਹੋ ਰਿਹਾ ਨਾ। ਤੇ ਉਹ ਫਿਰ ਹੁਣ ਇਸ ਬੇਜ਼ਾਰੀ ਦੇ ਵਿੱਚ ਕੁਝ ਮੌਲਵੀਆਂ ਦੀ ਤਲਾਸ਼ ਦੇ ਵਿੱਚ ਨਿਕਲਦੇ ਨੇ ਕਿ ਕੋਈ ਮੌਲਵੀ ਐਸਾ ਉਹਨਾਂ ਨੂੰ ਮਿਲ ਜਾਏ ਕਿ ਜਿਹੜਾ ਉਹਨਾਂ ਦੀ ਹਾਂ ਚਾਹ ਮਿਲਾਉਣ ਵਾਲਾ ਹੋਏ। ਉਹ ਫਿਰ ਇਸ ਤਲਾਸ਼ ਦੇ ਵਿੱਚ ਉਹ ਅਕੈਡਮੀ ਵਿੱਚ ਪਹੁੰਚ ਜਾਂਦੇ ਨੇ, ਤੇ ਜਦੋਂ ਅਕੈਡਮੀ ਜਾਂਦੇ ਨੇ ਤੇ ਉਹਨੂੰ ਫਿਰ ਜੁਆਇਨ ਕਰ ਲੈਂਦੇ। ਇਹ ਗੱਲ ਹੁੰਦੀ ਜੀ ਬਿਲਕੁਲ। ਬਾਕੀ ਭਾਈ ਜੀ ਮੈਂ ਤੇ ਸਿਰਫ ਇਸ ਪਲੇਟਫਾਰਮ ਤੇ ਆ ਕੇ ਇਹਨਾਂ ਮਿਰਜ਼ਿਆਂ ਤੇ ਲਾਨਤ ਹੀ ਭੇਜਣਾ ਚਾਹੁੰਦਾ ਸਾਂ। ਜੀ ਬਾਕੀ ਮੈਂ ਡਿਊਟੀ ਤੇ ਜੇ ਸਲਾਮ ਹੋ ਗਿਆ ਸਾਰੇ ਵੀਰਾਂ ਨੂੰ। ਜੀ ਵਾਲੇਕੁਮ ਸਲਾਮ। ਉਹ ਸਿਰਫ ਸਮੋਸੇ ਨਹੀਂ ਲੱਭਦੇ ਓਏ ਕਾਸ਼ਫ, ਉੱਥੇ ਕੋਂਡਮ ਵੀ ਦਿੰਦੇ ਨਹੀਂ। ਤੇ ਉੱਥੇ ਜਦੋਂ ਅਕੈਡਮੀ ਉਹਦੀ ਕਲਾਸ ਖਤਮ ਹੁੰਦੀ ਹੈ ਨਾ, ਬਾਅਦ ਚੋਂ ਪਿੱਛੇ ਜਿਹੜਾ ਨਾ ਉਹ ਕੋਂਡਮ ਤੇ ਉੱਥੇ ਲੇਵੀ ਵਿਖਰੀ ਹੁੰਦੀ ਹੈ। ਇਹ ਇਮਾਦੁਲ ਇਸਲਾਮ ਨੇ ਆਂਖੋਂ ਦੇਖਾ ਹਾਲ ਬਿਆਨ ਕੀਤਾ ਹੈ। ਉਹਦੇ ਪਿੱਛੇ ਇਹ ਹਾਲਾਤ ਹੁੰਦੇ ਨੇ। ਰਿਐਲਿਟੀ ਸ਼ੋਅ ਕਾਲ ਪਾ ਨਹੀਂ ਤਾਂ ਨਸ ਜਾ ਖੋਤੀ ਦਿਆ ਬਚੇ ਇਥੋਂ। ਚੱਲ ਛੱਤੇ ਬੈ ਮੇਰੀ ਇੱਕ ਵਾਰੀ ਫਿਰ ਗੁਜ਼ਾਰਿਸ਼ ਹੈ ਕਿ ਆਪਣੀ ਸਟ੍ਰੀਮ ਤੇ ਉਸਤਾਦ ਮੁਹਤਰਮ। ਅੱਛਾ ਠੀਕ, ਸਹੀ ਹੈ। ਦਰਅਸਲ ਨਾ ਇਹਨਾਂ ਸਾਰਿਆਂ ਨੂੰ ਆਸਾਨੀ ਨਾਲ ਅਵੇਲੇਬਲ ਹੋ ਗਏ ਉਸਤਾਦ ਜੀ। ਇਹ ਤੇ ਸਾਨੂੰ ਪਤਾ ਅਸੀਂ ਕਿਸ ਤਰ੍ਹਾਂ ਤੁਹਾਨੂੰ ਤੁਹਾਡੇ ਕਦਮਾਂ 'ਚ ਬੈਠੇ ਆ, ਸਾਨੂੰ ਪਤਾ ਹੈ। ਕੋਈ ਨਹੀਂ, ਖੈਰ। ਤੇ ਹੁਣ ਤੁਸੀਂ ਸਾਨੂੰ ਮਹਿਰੂਮ ਕਰਨ ਲੱਗੇ ਜੀ ਫਿਰ। ਨਹੀਂ ਕਾਸ਼ਫ ਵੀ ਆਪਣੇ ਨਾਲ ਪਿਆਰ ਵਾਵਾ ਹੀ ਕਰਦਾ ਤੁਹਾਡੇ ਵਾਂਗਰਾਂ। ਅੱਛਾ ਗੁਜ਼ਾਰਿਸ਼ ਹੈ ਵੇ ਕਿ ਇਹ ਨਾ ਕਾਸ਼ਫ ਆਪਣੇ ਹੀ ਨੇ ਮੁੰਡੇ ਸਾਡੇ, ਆਤਫ ਇਹ ਆਪਣਾ, ਸਾਰੇ ਮੁੰਡੇ ਆਪਣੇ ਹੀ ਨੇ। ਤੇ ਕੋਈ ਨਹੀਂ, ਆਪਣਿਆਂ ਦੇ ਵਿੱਚ ਨਾ ਚੱਲ ਜਾਂਦਾ ਹੈ, ਫਿਰ ਆਜ਼ਾਦ ਹੁੰਦਾ ਹੈ ਬੰਦਾ ਫਿਰ। ਤੇ ਇਹ ਨਾ ਪਤਾ ਕੀ ਹੈ, ਜਦੋਂ ਰੱਤੀ ਬਰਾਬਰ ਵੀ ਮੈਨੂੰ ਕੋਈ ਕਹਿੰਦਾ ਨਾ ਇੰਜ ਕਰ ਇੰਜ ਨਾ ਕਰ, ਉਹ ਮੈਨੂੰ ਮੇਰੀ ਹਟ ਜਾਂਦੀ ਹੈ ਯਾਰ। ਉਸ ਦਿਨ ਉਹ ਬੈਠਾ ਹੂੰ ਇੱਕ, ਤੇ ਉਹ ਬੰਦਾ ਇੱਕ ਸੀ ਕੋਈ
ਤੇ ਉਹ ਮੁਹੰਮਦ ਅਲੀ ਆਂਦਾ ਨਹੀਂ ਇਹ ਆਪਣਾ ਹੀ ਬੰਦਾ ਹੈ। ਤੇ ਉਹ ਮੈਨੂੰ ਕਹਿੰਦਾ ਉਹ ਭਾਈ ਟਾਈਮ ਘੱਟ ਲੈ। ਉਹ ਮੈਂ ਕਹੀ ਯਾਰ ਇਹ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਜੀ ਟਾਈਮ ਘੱਟ ਲੈ। ਕਹਿੰਦਾ ਆਪਣੀ ਗੱਲ ਮਾਦਦ ਮੁਸਤਫਾ ਬਿਲਕੁਲ ਤੁਸੀਂ ਸਹੀ ਫਰਮਾ ਰਹੇ ਹੋ। ਇਹ ਗੱਲ ਮੈਂ ਮਲਕ ਸਾਹਿਬ ਨੂੰ ਬੜੀ ਦੇਰ ਪਹਿਲੇ ਕਹਿ ਦਿੱਤੀ ਸੀ ਕਿ ਮੁਫਤੀ ਸਾਹਿਬ ਨੂੰ ਅਰਜ਼ ਕਰਿਆ ਜੇ ਕਿ ਲੋਕਾਂ ਦੀਆਂ ਜਿਹੜੀਆਂ ਬਰਾੜਾਂ ਨੇ ਨਾ ਉਹਨਾਂ ਤੋਂ ਪਰਹੇਜ਼ ਕਰਨ। ਔਰ ਅਹਿਮਦ ਭਾਈ ਦੀ ਵੀ ਗੱਲ ਬੜੀ ਅੱਛੀ ਹੈ ਔਰ ਮੈਂ ਐਗਰੀ ਕਰਨਾ ਕਿ ਤੁਸੀਂ ਬੜੇ ਈਜ਼ੀ ਜਿਹੜੇ ਅਵੇਲ ਹੋ ਗਏ ਇਹਨਾਂ ਨੂੰ ਇਸ ਬਾਰੋਂ, ਕਿਉਂਕਿ ਇਹਨਾਂ ਨੇ ਸਮਝਿਆ ਉਹ ਵਾਲੇ ਮੁਫਤੀ ਨੇ। ਸਮਝ ਗਿਆ ਨਾ। ਹਾਂਜੀ। ਤੇ ਗੁਜ਼ਾਰਿਸ਼ ਹੈ ਵੇ ਭਾਈ ਜੀ ਕਿ ਅਸੀਂ ਆਜ਼ਾਦ ਲੋਕ ਹਾਂ, ਪਹਿਲੇ ਵੀ ਆਜ਼ਾਦ, ਹੁਣ ਵੀ ਆਜ਼ਾਦ, ਤੇ ਸਾਨੂੰ ਕੋਈ ਨਾ ਪਾਬੰਦ ਨਹੀਂ ਅੱਲਾ ਦੇ ਹੁਕਮ ਨਾਲ ਕਰ ਸਕਦਾ। ਅਸੀਂ ਗੁਲਾਮ ਹਾਂ ਹਜ਼ੂਰ ਦੇ, ਬਸ ਕੋਈ ਦੁਨੀਆ ਦੇ ਕਿਸੇ ਕੰਨ ਟੁੱਟੇ ਦੇ ਕਿਸੇ ਦੇ ਕੁਝ ਨਹੀਂ। ਅਸੀਂ ਭਾਈ ਅਸੀਂ ਹਰ ਚੀਜ਼ ਨੂੰ ਦੁਨੀਆ ਦੀ ਆਪਣੀ ਜੁੱਤੀ ਦੀ ਨੋਕ 'ਤੇ ਰੱਖਣੇ ਆ। ਤੇ ਰਹੀ ਗੱਲ ਹੈ ਕਿ ਪਿਆਰ ਮੁਹੱਬਤ ਵਾਲੇ ਸੌਦੇ ਨੇ ਭਾਈ ਹੈ। ਤੇ ਹਾਂ ਜਿਹੜੇ ਹਜ਼ੂਰ ਦੇ ਗੁਲਾਮ ਨੇ ਅਸੀਂ ਉਹਨਾਂ ਦੇ ਗੁਲਾਮ, ਬਸ ਇੰਨੀ ਕੁ ਗੱਲ ਸਾਨੂੰ ਸਮਝ ਹੈ ਬਸ। ਤੇ ਇਹ ਸਾਰੇ ਪਿਆਰ ਮੁਹੱਬਤ ਵਾਲੇ ਨੇ, ਖਤਮ ਨਬੂਵਤ ਦੇ ਗੁਲਾਮ ਨੇ, ਅਕੀਦਾ ਖਤਮ ਨਬੂਵਤ ਦੇ ਕੰਮ ਕਰਨ ਵਾਲੇ ਸਾਥੀ ਨੇ ਸਾਡੇ, ਤੇ ਪਿਆਰ ਮੁਹੱਬਤਾਂ ਨੇ ਬਸ। ਤੇ ਬਸ ਇੰਝ ਹੀ ਹੈ। ਤੇ ਉਹ ਨਾ ਸਿਫਤ ਦੱਸੀ ਗਈ ਹੈ ਨਾ ਮੂਮਨਾਂ ਦੀ ਕਿ ਉਹ ਅਹਿਮਦ ਉਹ ਕੀ ਆਏ ਤੇ ਸ਼ਿੱਦਾ ਉਲਲ ਕੁਫਾਰ ਵਾ ਰੂਹਾਂ ਮਾਉ ਬੈਨਹੁਮ, ਉਹ ਕੀ ਆਏ ਤੇ ਜੀ ਹਾਂ ਮੁਹੰਮਦੁਰ ਰਸੂਲੁল্লাহ ਵਲਦੀਨਾ ਮਾਹੂ ਅਸ਼ਿੱਦਾਉ ਅਲਲ ਕੁਫਾਰ ਰੂਹਮਾਉ ਬੈਨਹੁਮ। ਹਾਂ, ਤੇ ਜਿਹੜੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਜਿਹੜੇ ਸਾਥੀ ਨੇ ਇਹਨਾਂ ਦੀ ਸਿਫਤ ਦੱਸੀ ਗਈ ਕਿ ਉਹ ਇਹ ਵੇ ਕਿ ਇਹ ਕਾਫਰਾਂ ਦੇ ਉੱਤੇ ਤੇ ਬੜੇ ਸ਼ਦੀਦ ਹੁੰਦੇ ਨੇ ਲੇਕਿਨ ਆਪਸ ਦੇ ਵਿੱਚ ਬੜੇ ਜੱਫੀਆਂ ਪਾਉਂਦੇ ਨੇ, ਇਹ ਰਹੀਮ ਹੁੰਦੇ ਨੇ, ਬੜੇ ਪਿਆਰ ਮੁਹੱਬਤਾਂ ਪਾਲਦੇ ਨੇ। ऐसे आयत के बारे ना इलामा इकबाल रहमतुल्लाह ने फरमाया सी कि हो हल्का यारा तो बरेशम की तरह नरम, रज़्म हक व बातिल हो तो फौलाद है मोमिन। ਹਾਏ ਹਾਏ ਵਾਹ ਵਾਹ ਵਾਹ। ਹਾਂ ਮੁਫਤੀ ਹਲਵਾ ਪੁੱਤਰ ਤੁਹਾਨੂੰ ਮਨੀ ਮੁਬਾਰਕ ਹੋਏ ਹੈਂ, ਮਨੀ ਪਸੰਦ ਹੈ ਤੁਹਾਨੂੰ। ਓਰਲ ਸੈਕਸ ਜਾਇਜ਼ ਹੈ ਭਾਈਓ। ਵੇਖ ਲਓ ਤੁਹਾਡੀਆਂ ਕਿਸਮਤਾਂ ਤੇ ਮੌਲਵੀਆਂ ਦੀਆਂ ਕਿਸਮਾਂ ਲਾ ਅਲਹਮਦੁਲਿਲਾ। ਸਾਡੇ ਬਾਰੇ ਤੇ ਆਇਆ ਵੇ ਕਿ ਅਲ ਮੁਅਮਿਨੁ ਹੁਲਵੁਨ व युहिब्बु हलवा, मोमन मीठा होता है और हलवे को पसंद करता है, मीठे को पसंद करता है। ਇਹ ਤੇ ਸਾਡੀਆਂ ਸਿਫਤਾਂ ਨੇ ਨਾ। ਇਹ ਤੇ ਮੇਰੇ ਆਕਾ ਸੱਲੱਲਾਹੁ ਅਲੈਹਿ ਵਸੱਲਮ ਨੂੰ ਹਲਵਾ ਬੜਾ ਪਸੰਦ ਸੀ। ਉਹ ਅਲੱਗ ਬਾਤ ਹੈ ਕਿ ਮੁਫਤੀ ਮੁਬਸ਼ਰ ਨੂੰ ਜਿਹੜਾ ਮਿੱਠਾ ਹੈ ਉਹ ਪਸੰਦ ਨਹੀਂ, ਯਾਨੀ ਪਸੰਦ ਨਹੀਂ ਤੋਂ ਮੁਰਾਦ ਹੈ ਕਿ ਫਿਤਰਤਨ ਮੈਂ ਮਤਲਬ ਬੜਾ ਘੱਟ ਮਿੱਠਾ, ਚਾਹ ਦੇ ਵਿੱਚ ਵੀ ਬੜਾ। ਕਿਉਂ ਭਾਈ ਇੰਝ ਹੀ ਹੈ ਅਹਿਮਦ, ਤੁਸੀਂ ਤੇ ਜਾਣਦੇ ਹੀ ਹੋ। ਬਿਲਕੁਲ ਸਹੀ। ਤੇ ਮਠਿਆਈਆਂ ਮੈਂ ਕਿੰਨੀਆਂ ਕੁ ਖਾਂਦਾ ਰਿਹਾ ਤੁਹਾਡੇ ਸਾਹਮਣੇ ਹੀ ਹੈ, ਤੁਹਾਨੂੰ ਪਤਾ ਹੀ ਹੈ ਨਾ ਬਰਾਬਰ। ਹਾਂ ਬਿਲਕੁਲ। ਤੇ ਉਹ ਅਲੱਗ ਬਾਤ ਹੈ। ਲੇਕਿਨ ਇਹ ਵੇ ਕਿ ਹਲਵਾ ਦੀ ਅਗਰ ਤੇ ਕਹਿੰਦੇ ਹੋ ਨਾ ਸੁਨਨਤ, ਤੇ ਇਹ ਤੇ ਬਕਾਇਦਾ ਸੁਨਨਤ ਹੈ। ਤੇ ਤੁਹਾਨੂੰ ਵੇਖੋ ਤੁਹਾਡੇ ਬਾਬਿਆਂ ਨੇ ਮਨੀ ਤੁਹਾਡੇ ਵਾਸਤੇ, ਟੱਟੀ ਤੇ ਮੂਤਰ ਤੁਹਾਡੇ ਵਾਸਤੇ ਹਲਾਲ ਕਰ ਦਿੱਤਾ ਹੈ। ਉਹ ਆਂਦਾ ਓਰਲ ਸੈਕਸ ਜਾਇਜ਼ ਹੈ ਭਾਈ। ਤੇ ਓਰਲ ਸੈਕਸ ਕੀ ਹੁੰਦਾ ਹੈ ਕਿ ਮਰਦ ਔਰਤ ਦੀ ਪਛਵਾੜਾ ਵੀ ਚੱਟੇ ਤੇ ਉਹਦਾ ਅਗਵਾੜਾ ਵੀ ਚੱਟੇ, ਤੇ ਔਰਤ ਮਰਦ ਦਾ ਜ਼ਕਰ ਚੂਸੇ ਤੇ ਉਹਦਾ ਪਛਵਾੜੇ ਨੂੰ ਚੱਟੇ ਚੂਸੇ, ਇਹਨੂੰ ਕਹਿੰਦੇ ਨੇ ਓਰਲ ਸੈਕਸ। ਤੇ ਤੁਹਾਨੂੰ ਵੇਖੋ ਕੈਸੀਆਂ ਚੀਜ਼ਾਂ। ਹੁਣ ਉਹ ਯਕੀਨੀ ਸੀ ਬਾਤ ਦੁਬਰ ਨੂੰ ਚੱਟੇਗਾ ਕੋਈ ਤੇ ਉੱਥੇ ਗਲਾਜ਼ਤ ਲੱਗੀ ਹੋਏਗੀ। ਯਾਰ ਮਾਈਕ ਕਿਸੇ ਦਾ ਓਪਨ ਹੋਇਆ ਭਾਈ, ਜਾਓ ਲੱਗ ਮਾਈਕ ਮਿਊਟ ਕਰੇ। ਅੱਛਾ, ਤੇ ਵੇਖੋ ਜੇ ਜ਼ਕਰ ਉਹ ਚੂਸੇਗੀ ਜ਼ਨਾਨੀ ਤੇ ਉਹਦੇ ਚੋਂ ਮਨੀ ਨਿਕਲੇਗੀ ਹੈ। ਤੇ ਤੁਹਾਨੂੰ ਵੇਖੋ ਕਿਆ ਤੁਹਾਡੇ ਅੱਲਾ ਨੇ ਤੁਹਾਡੇ ਮੁਕੱਦਰ ਕੈਸੇ ਹੈ ਟੱਟੀ ਦੇ ਮੂਤਰ ਤੁਹਾਨੂੰ ਪਿਆ ਛੜੇ ਅੱਲਾ ਨੇ। ਤੇ ਸਾਨੂੰ ਵੇਖੋ ਮੁਸਲਮਾਨਾਂ ਨੂੰ ਮਾਸ਼ਾਅੱਲਾ ਹਲਵੇ ਖਵਾਏ ਹੈ, ਬਰਿਆਨੀਆਂ। ਅੱਲਾਹੁ ਅਕਬਰ ਅੱਲਾਹੁ ਅਕਬਰ। ਯਕੀਨ ਜਾਨੋ ਇੰਝ ਉਹ ਖਤਮ ਹੁੰਦਾ ਹੈ ਨਾ ਤੇ ਇੰਨੇ ਰੰਗ ਬਰੰਗੇ ਫਲ ਹੁੰਦੇ ਨੇ। ਵਾਹ ਵਾਹ ਸੁਬਹਾਨ ਅੱਲਾ ਦੀ ਤਰ੍ਹਾਂ ਤਰ੍ਹਾਂ ਦੀਆਂ ਨੇਮਤਾਂ ਹੁੰਦੀਆਂ ਨੇ। ਵੇਖੋ ਕੀ ਕੀ ਖਾਣ ਨੂੰ ਮਿਲਦਾ। ਖਤਮ ਸ਼ਰੀਫ ਹੁੰਦਾ 11ਵੀਂ ਦਾ ਖਤਮ, ਤੇ ਖੁਦਾ ਦੀ ਕਸਮ ਹੈ ਕੋਈ 50 ਕਿਸਮ ਦੀਆਂ ਚੀਜ਼ਾਂ ਉੱਥੇ ਪਈਆਂ ਹੁੰਦੀਆਂ ਹੈ। ਵੇਖੋ ਸਹੀ ਇਹ ਬਰਕਤਾਂ ਨੇ ਪਾਗਲੋ। ਵੇਖੋ ਤੁਹਾਡੀਆਂ ਕਿਸਮਤਾਂ 'ਚ ਮੂਤਰ, ਟੱਟੀ ਤੇ ਮਨੀ ਹੈ, ਉਹ ਤੁਹਾਨੂੰ ਪਸੰਦ ਬਈ।
ਉਹ ਤੁਹਾਨੂੰ ਜ਼ੇਬਾ ਹੈ, ਤੇ ਸਾਨੂੰ ਜੋ ਜ਼ੇਬਾ ਹੈ ਅਲਹਮਦੁਲਿਲਾ ਉਹ ਹਰ ਚੀਜ਼ ਸਾਨੂੰ ਲੱਭਦੀ ਹੈ ਪਈ, ਅੱਲਾ ਸੋਨਾ ਦਿੰਦਾ ਹੈ ਪਿਆ ਜੀ। ਜ਼ਿਆਲ ਹੱਕ ਕੌਣ ਨੇ ਜੀ? ਗੱਲ ਕਰੋ। अस्सलाम वालेकुम जी। वालेकुम सलाम जी, गल करो ना जनाब। कैसे हो तमाम अहबाब? ठीक ठाक, अल्लाह का शुक्र जी। अल्हम्दुलिल्लाह अल्हम्दुलिल्लाह। मुफ्ती साहब ਇਹਨਾਂ ਨੂੰ ਇਹਨਾਂ ਦੇ ਹਾਲ ਤੇ ਸੁੱਟ ਦਿਓ, ਤੁਸੀਂ ਛੱਡ ਦਿਓ। ਇਹ ਸਾਡੇ ਬਾਬਾ ਜੀ ਫਰਮਾਉਂਦੇ ਹੁੰਦੇ ਸਨ, ਜਿਹੜਾ ਅਜ਼ਾਬੇ ਇਲਾਹੀ ਦਾ ਇਹ ਵੀ ਇੱਕ ਹੁੰਦਾ ਹੈ ਕਿ ਉਹਨੂੰ ਅਜ਼ਾਬੇ ਇਲਾਹੀ ਦਾ ਜਿਹੜਾ ਨਾ ਉਹਨੂੰ ਮਤਲਬ ਉਹਦੇ ਜ਼ਿਹਨ ਦੇ ਵਿੱਚ ਉਹ ਅਜ਼ਾਬੇ ਇਲਾਹੀ ਦਾ ਇੱਕ ਕਹਿ ਲਓ ਨਾ ਕਿ ਇੱਕ ਉਹ ਦਰਦ ਮਿਟਾ ਦਿੱਤਾ ਜਾਂਦਾ ਕਿ ਮੈਂ ਅਜ਼ਾਬ ਦੇ ਵਿੱਚ ਆ। ਅੰਤਹਬਤ ਅਮਾਲੁਕੁਮ ਵਅੰਤੁਮ ਲਾ ਤਸ਼ਊरून ਕਿ ਇਸ ਲਈ ਇਹਨਾਂ ਦੇ ਉੱਤੇ ਬਹਿਸ ਕਰਨੀ, ਇਹ ਮਤਲਬ ਇਹਨਾਂ ਨੂੰ ਡਿਸਕਸ ਹੀ ਨਾ ਕਰਿਆ ਕਰੋ। ਮੈਂ ਕੱਲ ਬੈਠਾ ਤਾਂ ਸਾਂ ਇੱਕ ਜਗ੍ਹਾ ਤੇ ਉੱਥੇ ਮਿਰਜ਼ਾ ਦਾ ਇੱਕ ਜਾਣਨ ਵਾਲਾ ਬੰਦਾ ਬਹਿ ਗਿਆ ਮੇਰੇ ਨਾਲ, ਤੇ ਉਹ ਕਾਫੀ ਬਹਿਸ ਕਰਨ ਲੱਗ ਪਿਆ ਤੇ ਕਾਫੀ ਜਨਾਬ ਇੰਜ ਇੰਜ। ਮੈਂ ਚੁੱਪ ਕਰਕੇ ਸੁਣਦਾ ਰਿਹਾ। ਮੈਂ ਕਿਹਾ ਯਾਰ ਮੈਨੂੰ ਇਹ ਗੱਲ ਦਾ ਜਵਾਬ ਦੇ, ਤੇਰੇ ਵਾਲਦ ਦਾ ਅੱਲਾ ਉਹਨੂੰ ਜ਼ਿੰਦਗੀ ਦੇ, ਉਹਦਾ ਅਗਰ ਹਾਰਟ ਦਾ ਆਪਰੇਸ਼ਨ ਕਰਵਾਉਣਾ ਹੋਏ ਤੇ ਤੂੰ ਇਹ ਜਿਹੜਾ ਚਾਹ ਲੈ ਕੇ ਆਇਆ ਹੁਣ ਇਹ ਸਾਡੇ ਕਫਤੇਰੀਏ ਤੇ ਬਹਿ ਕੇ ਜਿੱਥੇ ਚਾਹ ਅਸੀਂ ਪੀਨੇ ਪਏ ਆ, ਇਸ ਚਾਹ ਵਾਲੇ ਕੋ ਕਰਵਾ ਲੇਗਾ? ਕਹਿੰਦਾ ਇਹਦੇ ਕੋ ਕਿਉਂ ਕਰਵਾਵਾਂਗਾ, ਇਹਨੇ ਕਿਹੜੇ ਕੋ PhD ਪੜ੍ਹੀ ਹੈ, ਡਾਕਟਰ ਕਿਹੜਾ ਡਾਕਟਰ ਥੋੜਾ ਇਹ। ਮੈਂ ਕਿਹਾ ਨਹੀਂ ਯਾਰ, ਇਹ ਮੈਂ ਇਸ ਚਾਹ ਵਾਲੇ ਨੂੰ ਜਾਣਨਾ, ਇਹ ਭਾਵੇਂ ਚਾਹ ਵੇਚਦਾ ਲੇਕਿਨ ਇਹ YouTube ਦੇ ਉੱਤੇ ਹਾਰਟ ਦੇ ਉੱਤੇ ਠੀਕ ਠਾਕ ਬਹਿਸ ਕਰਦਾ, ਦਿਲ ਦੇ ਆਪਰੇਸ਼ਨ ਦੀਆਂ ਗੱਲਾਂ ਕਰਦਾ, ਤੂੰ ਇਹਦੇ ਕੋ ਕਰਵਾ ਲੈ ਆਪਰੇਸ਼ਨ ਪਿਓ ਦਾ। ਕਹਿੰਦਾ ਇਹ ਕੋ ਪੜ੍ਹਿਆ ਲਿਖਿਆ ਥੋੜਾ। ਤੇ ਮੈਂ ਕਿਹਾ ਇਹਦਾ ਹੀ ਤੇ ਮੈਂ ਤੈਨੂੰ ਜਵਾਬ ਦੇਣਾ ਪਿਆ ਵਾਂ ਜਿਹਦੀ ਤੈਨੂੰ ਸਮਝ ਨਹੀਂ ਆਉਂਦੀ ਪਈ ਕਿ ਜੇ ਤੂੰ ਆਪਣੇ ਪਿਓ ਦਾ ਆਪਰੇਸ਼ਨ ਹਾਰਟ ਦਾ ਉਸ ਡਾਕਟਰ ਕੋਲੋਂ ਨਹੀਂ ਕਰਵਾ ਸਕਦਾ ਜਿਹੜਾ PhD ਡਾਕਟਰ ਸੈਟੀਸਫਾਈਡ ਨਹੀਂ, ਤੇ ਫਿਰ ਇਸਲਾਮ ਨੂੰ ਤੂੰ ਐਡਾ ਕੁ ਮਜ਼ਾਕ ਸਮਝਿਆ ਦਾ ਕਿ ਜਿਹਨੂੰ ਸਮਝਣ ਵਾਸਤੇ ਤੂੰ ਕਿਸੇ ਵੀ ਯੂਟਿਊਬਰ ਕੋਲ ਜਿਹੜੇ ਕੋ ਲੱਖ ਫਾਲੋਅਰ ਹੋ ਗਏ ਨੇ ਤੇ 10 ਮਿਲੀਅਨ ਉਹਦੇ ਹੋ ਗਏ ਨੇ, ਉਹ ਕੱਲ ਕਲਾ ਨੂੰ ਹਰ ਮੌਜੂ ਦੇ ਉੱਤੇ ਬਕਵਾਸ ਕਰਦਾ ਪਿਆ ਤੇ ਤੁਸੀਂ ਉਹਦੇ ਪਿੱਛੇ ਲੱਗ ਕੇ ਜਨਾਬ ਉਹਦੇ ਕੋਲ ਦੀਨ ਸਿੱਖਣਾ। ਮੈਂ ਦੀਨ ਨੂੰ ਮਜ਼ਾਕ ਸਮਝਿਆ ਦਾ ਤੁਸਾਂ? ਅਲਹਮਦੁਲਿਲਾ ਮਦਾਰਸ ਨੇ, ਅਲਹਮਦੁਲਿਲਾ ਇੱਕ ਸੀਰੀਅਸ ਮੌਜੂ ਹੈ। ਮਤਲਬ ਕਿ ਅੱਲਾਹ ਤਾਲਾ ਫਰਮਾਂਦਾ ਹੈ ਪੁੱਛੋ ਉਹਨਾਂ ਕੋਲੋਂ ਜਿਹੜੇ ਇਲਮ ਵਾਲੇ ਨੇ, ਜਿਹੜੇ ਅਮਲ ਜ਼ਿਕਰ ਵਾਲੇ ਨੇ। ਮੁਫਤੀ ਸਾਹਿਬ ਮੈਂ ਸਹੀ ਕਹਿ ਰਿਹਾ ਨਾ ਕਿ ਅਹਲੇ ਜ਼ਿਕਰ ਕੋਲੋਂ ਪੁੱਛੋ ਜਿਹੜੀ ਤੁਸੀਂ ਦੀਨ ਸਿੱਖਣਾ ਹੈ। ਤੇ ਮੈਂ ਕਿਹਾ ਜਦੋਂ ਤੁਸੀਂ ਇੱਕ ਆਮ ਦੁਨੀਆ ਦਾ ਜਿਹੜਾ ਇਲਮ ਹੈ, ਜਿਹੜਾ ਮਤਲਬ ਚਲੋ ਇਹਨੂੰ ਫਿਰ ਇੰਜ ਦੂਸਰੀ ਇੱਕ ਮਿਸਾਲ ਦੇ ਦਿੰਦੇ ਆ ਕਿ ਬਈ ਮੈਂ ਡਰਾਈਵਰ ਰੱਖਣਾ ਹੈ ਔਰ ਉਹ ਡਰਾਈਵਰ ਕਹਿੰਦਾ ਮੈਂ YouTube ਦੇ ਉੱਤੇ ਵੇਖੋ ਜੀ ਮੈਂ ਗੱਡੀ ਦੇ ਉੱਤੇ ਕਿੰਨੀਆਂ ਵੀਡੀਓ ਬਣਾਈ ਦੀਆਂ ਨੇ, ਵੇਖੋ ਜੀ ਮੇਰੀਆਂ ਗੱਡੀ ਦੇ ਉੱਤੇ ਮੇਰੇ ਇੰਨੇ ਮਿਲੀਅਨ ਫਾਲੋਅਰ ਨੇ। ਮੈਂ ਉਹਨੂੰ ਸਿੱਧਾ ਪੁੱਛਾਂਗਾ ਭਾਈ ਗੱਡੀ ਦਾ ਲਾਇਸੈਂਸ ਹੈ ਤੇਰੇ ਕੋਲ? ਉਹ ਨਹੀਂ ਜੀ ਲਾਇਸੈਂਸ ਮੈਂ ਨਹੀਂ ਲਿਆ, ਮੈਂ ਪੜ੍ਹਿਆ ਕਿਧਰੇ ਨਹੀਂ ਜਾ ਕੇ ਡਰਾਈਵਰੀ, ਮੈਂ ਕੀਤੀ ਕਦੀ ਨਹੀਂ ਡਰਾਈਵਰੀ, ਲੇਕਿਨ ਮੈਂ ਗੱਡੀ ਦੇ ਸਾਹਬ ਕੁਝ ਜਾਣਨਾ ਮੈਨੂੰ। ਮੈਂ ਕਹਾਂਗਾ ਚੱਲਿਆ ਤੇਰੇ ਕੋਲ, ਮੈਂ ਗੱਡੀ ਤੈਨੂੰ ਕਿਸ ਤਰ੍ਹਾਂ ਤੇਰੇ ਹੱਥ 'ਚ ਦੇ ਸਕਦਾ? ਇਹੋ ਹੀ ਹਾਲ ਸਕੂਲ ਦਾ, ਇਹੋ ਹੀ ਹਾਲ ਮਤਲਬ ਅਸੀਂ ਇਸਲਾਮ ਨੂੰ ਕਿਉਂ ਇੰਨਾ ਕੁ ਈਜ਼ੀ ਸਮਝ ਲਿਆ ਦਾ ਕਿ ਜੋ ਕਮੀਨਾ ਮਾਝਾ ਗਾਮਾ ਜੋ ਯੂਟਿਊਬਰ ਆਉਂਦਾ ਜਨਾਬ ਉਹ ਇਸਲਾਮ ਦੇ ਉੱਤੇ ਬਕਵਾਸਾਤ ਕਰਨਾ ਸ਼ੁਰੂ ਕਰ ਦਿੰਦਾ ਔਰ ਉਹ ਦੁਨੀਆ ਸਾਰੀ ਜੱਲੀ ਦੀ ਜੱਲੀ ਜਨਾਬ ਉਹਦੇ ਪਿੱਛੇ ਲੱਗ ਕੇ ਤੇ ਜਨਾਬ ਬੇੜਾ ਗਰਕ ਕਰ ਛੱਡਦੀ, ਆਪਣਾ ਕੋਈ ਸਮਝ ਨਹੀਂ ਆਉਂਦੀ। ਹਜ਼ਰਤ ਦਾਤਾ ਗੰਜ ਬਖਸ਼ ਅਲੀ ਹਜਵੇਰੀ ਦੀ ਪੈਰਾਂ ਦੀ ਧੂੜ ਬਰਾਬਰ ਕੋਈ ਨਹੀਂ ਹੋ ਸਕਦਾ ਦੁਨੀਆ ਦੇ ਉੱਤੇ ਇਸ ਟਾਈਮ। 950 ਸਾਲ ਪੁਰਾਣੇ ਉਹ ਜਿਹੜੀ ਤਾਰੀਖ ਤਬਲੀਗ ਕਰ ਗਏ, ਕਿਹੜੀ ਤਬਲੀਗ ਹੈ ਜਿਹੜੀ ਅੱਜ ਤੱਕ ਉਹਨਾਂ ਦੀ ਹਜ਼ਰਤ ਮੀਆਂ ਮੁਹੰਮਦ ਫਰਮਾਉਂਦੇ ਨੇ ਕਬਰ ਜਿਨ੍ਹਾਂ ਦੀ ਜੀਵੇ ਹੋ। ਕੀ ਖਿਆਲ ਹੈ ਮੁਫਤੀ ਸਾਹਿਬ? ਜਿਹਦੀ ਕਬਰ ਅੱਜ ਤੱਕ ਤੋਂ ਕੋਈ ਭੁੱਖਾ ਨਹੀਂ ਵਾਪਸ ਆਉਂਦਾ, ਜੋ ਇੱਕ ਮਾਝਾ ਗਾਮਾ ਜੋ ਆਉਂਦਾ ਜਨਾਬ ਉਹਦੇ ਉੱਤੇ ਆ ਕੇ ਤੇ ਉਹ ਆ ਕੇ ਸ਼ੁਰੂ ਹੋ ਜਾਂਦਾ ਤੇ ਉਹਨੂੰ ਜਨਾਬ ਅਸੀਂ ਡਿਸਕਸ ਕਰਨਾ। ਇਸ ਲਈ ਇਹਨਾਂ ਨੂੰ ਇੰਨੀ ਅਹਿਮੀਅਤ ਹੀ ਨਾ ਦਿਓ। ਦੇਖੋ ਅਸੀਂ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਆਪ ਦੇ ਉਮਤੀ ਹਾਂ, ਅਸੀਂ ਬਜ਼ੁਰਗਾਂ ਨੇ ਦੀਨ ਦੇ ਜਿਆਲਾ ਸਾਹਿਬ ਮਾਜ਼ਰਤ ਤੁਹਾਡੀ ਬਾਤ ਗੱਲ ਕਰ ਜੀ। ਤੁਹਾਡੀ ਬਿਸਮਿल्लाह ਮੁਫਤੀ ਸਾਹਿਬ ਬਿਸਮਿल्लाह। ਮਾਈਕ ਜਰਾ ਮਿਊਟ ਕਰਨਾ, ਮੈਂ ਅਰਜ਼ ਕਰ ਰਿਹਾ ਜੀ। ਬਿਸਮਿल्लाह। ਹਜੇ ਹੁਣ ਥੋੜੀ ਦੇਰ ਪਹਿਲੇ ਦੀ ਗੱਲ ਹੈ, 2 ਘੰਟਾ ਡੇਢ ਹੋਇਆ ਲਾਈਵ ਜਦੋਂ ਕੀਤੀ ਹੈ ਨਾ, ਤੇ ਉਸ ਤੋਂ ਪਹਿਲੇ ਮੈਂ ਨਾ ਹਰਮ ਸ਼ਰੀਫ ਹਜ਼ੂਰ ਦੇ ਦਰੇ ਅਨਵਰ ਤੇ ਬੈਠਾ ਸਾਂ ਤੇ ਉੱਥੋਂ ਹੀ ਮੈਂ ਆਇਆ ਵਾਂ, ਮਸਜਿਦ ਨਬੀ ਚੋਂ ਹੀ ਆਇਆ ਵਾਂ ਇੱਧਰ। ਅੱਛਾ, ਤੇ ਇਹੋ ਹੀ ਗੱਲ ਹੋ ਰਹੀ ਸੀ ਨਾ, ਇਹੋ ਹੀ ਮੁਕਾਲਮਾ ਇਹੋ ਹੀ ਹੋ ਰਿਹਾ ਸੀ। ਯਕੀਨ ਜਾਨੋ ਮੈਂ ਹਜ਼ੂਰ ਨੂੰ ਅਰਜ਼ੀ ਪੇਸ਼ ਕਰ ਰਿਹਾ, ਮੈਂ ਕਿਹਾ ਹਜ਼ੂਰ ਜੀ ਆਪੇ ਹੀ ਨਹੀਂ ਜੇ ਫਰਮਾਇਆ कि इन्नमा अना कासिमुन वल्लाहु योती, कि मैं हर उस चीज़ को तकसीम करता हूँ
جو اللہ مجھے عطا کرتا ہے. اور پھر یہ کلمہ حسر ہے، انا ماں. یہ ماں کافہ جب انا حرف مشبہ بالفعل کے اوپر لگتا ہے نا تو حسر پیدا کر دیتا ہے. اور یہ یہاں میرے بچے بھی بیٹھے ہیں طالب علم، یہ تو اس قاعدے کلیے سے واقف ہے، اس قاعدہ نحوی سے کہ انا حرف مشبہ بالفعل کے بعد جب ماں کافہ آتا ہے تو وہ اس کے اندر حسر پیدا کر دیتا ہے. یہ ویسا ہی حسر ہے کہ جیسے وہ ایا کا، یہ ضمیر منصوب منفصل جب فعل سے پہلے آ جائے تو حسر پیدا کر دیتی ہے. تو جب سورہ فاتحہ کے اندر آپ کہتے ہو ایاک نعبد و ایاک نستعین، ہم صرف تجھی سے ہی مدد چاہتے ہیں، ہم صرف تیری ہی عبادت کرتے ہیں. تو یہ ہی کا جو ترجمہ پیدا ہوا ہے نا، یہ حسر کی وجہ سے پیدا ہوا ہے. تو میں نے کہا حضور جی آپ نے تو یہاں حسر لگا دی ہے کہ میں ہی تقسیم کرتا ہوں، انما انا قاسم، میں ہی قاسم ہوں، میں ہی تقسیم کرنے والوں. کس کو؟ واللہ یوتی، جو اللہ مجھے عطا کرتا ہے. تو میں نے کہا حضور جی تے پھر گل کی مکی؟ پھر گل تو یہ مکی نا. میری ناقص سمجھ تے ناقص سوچ تے ناقص علم چ اے گل آئی ہے کہ حضور جی کل کائنات تہاڈی ہے، کیونکہ اللہ نے فرمایا تہاڈے واسطے انا آتوینا کل کوثر. اتنے بھی انا حرف مشبہ بالفعل آ چھڑیا سو. اور حرف مشبہ بالفعل دا قاعدہ کلیہ ہے جس جملے دے اتنے آ جاندا ہے او دے وچ شک تے وہم تے رتی برابر بھی او دے وچ جڑی جھول ہوندی اونوں ختم کر دیندا ہے. اے اوہی ان ہے جڑا اللہ نے فرمایا ان اللہ علی کل شیء قدیر. اللہ اگر انج فرماندا نا اللہ علی کل شیء قدیر تو جملہ پھر بھی کمال سی، کیونکہ اللہ دا کلام سی. اللہ دے کلام دے وچ نہیں نا کوئی جھول ہونی، کوئی سکم ہونا، کوئی کمی کوتاہی ہونی کہ اللہ ہر چیز کے اوپر قادر. نہیں، انہیں انا لایا دے اتنے، انا لا کے انہیں پھر انہوں موقت کر دیتا کلام نو کہ بے شک کوئی شک نہیں جے کہ اللہ ہر چیز تے قادر ہے. وہی انا لاندا ہے پیا انا آتوینا کل کوثر، او بے شک ہم نے عطا کر دیا ہوا ہے. ماضی کا، یہ ماضی کی باتیں ہیں، پاسٹ کی باتیں ہیں. اور اللہ دا جڑا پاسٹ ہے نا انہوں کوئی مقید بھی نہیں کر سکتا کہ 1400 سال پہلے یا حضرت آدم تو پہلے یا پتہ نہیں کدوں. اللہ جانے، اللہ دیاں اللہ ہی جانے کہ ماضی دے وچ کدوں، کیونکہ اے کلام مطلق ہے، انہوں مقید نہیں کر سکتے. وہ مطلق ہی رہندا ہے جب تک متکلم خود اپنے کلام کو کلام کے ذریعے سے مقید نہ کر دے. المطلق یجری علی اطلاق ہی، مطلق اپنے اطلاق کے اوپر جاری ہوتا ہے. تم اور میں مقید کر ہی نہیں سکتے. جب اللہ کہہ رہا ہے کہ اس نے ماضی کی بات کی ہے، یہ ماضی کا صیغہ ہے، فعل ماضی معروف، ٹھیک ہے. ہم نے عطا کر دیا تجھ کو زمانہ گزشتہ میں. کیا عطا کیا جی؟ کوثر. ہن کوثر کی ہوندا جی؟ اے سپرلیٹو ڈگری ہے کثیر دی. کثیر، اکثر، کوثر. کوثر نو سمجھن واسطے پہلے تانوں اکثر سمجھنی پے گی تے اکثر نو سمجھن واسطے پہلے کثیر سمجھو. کثیر بہت زیادہ جب ہوتی ہے نا کوئی چیز، اس کو کہتے کثیر. تے کثیر نو سمجھن واسطے کہ اللہ سونے کثیر سانو سمجھا کی ہے تے اللہ جواب دیندا ہے کثیر نو سمجھن واسطے پہلے قلیل سمجھ لو. قلیل کی ہے؟ میرا قلیل کیڑا ہے؟ وہ آندا ہے متاع الدنیا قلیل. یہ دنیا کا جتنا متاع ہے نا وہ میرے نزدیک تو قلیل ہے، میرا قلیل ہے.
یہ دنیا کا متاع جب قلیل ہے تو میرے اللہ کا کثیر کیا ہوگا؟ تم جان سکتے ہو؟ وہ تیری عقل دے پرزے ہو جائے، فنا ہو جائے تیری عقل، تو اللہ دے کثیر نو نہیں جان سکتا. تیری عقل محدود ہے پاگلا، تے تو اور توڑنا شروع کر دیتا ہے اللہ دے کثیر نو. تیری جانے بلا، تے جے تینوں کثیر نہیں سمجھایا تے اکثر تے تیری جانے بلا. تیریاں 70 پشتاں بھی اٹھ کے قبر چوں آ جان نا تے سارے سر جوڑ کے بہ جان تے اے بھی تانوں اکثر نہیں سمجھ آنا. تے پھر کوثر جڑا محبوب نو عطا کیتا اللہ نے، تے او تیری عقل چ آ جائے. او چھڈ یار. سر چھوٹی عرض کر سکتا ہوں؟ ہاں جی ہاں جی. وہ تسی حدیث مبارکہ فرمائی نا کہ آقا علیہ السلام نے فرمایا انما انا قاسم واللہ یؤتی. وہ اعلیٰ حضرت رحمۃ اللہ علیہ کا شعر یاد آ گیا کہ فرماتے ہیں کہ مالک کونین ہے گو پاس کچھ رکھتے نہیں. مالک کونین ہے گو پاس کچھ رکھتے نہیں، دو جہاں کی نعمتیں ہیں ان کے خالی ہاتھ میں. ہائے 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 ہائے. اچھا اب یہاں پر یہ شعر تو اس حدیث پاک کی مناسبت سے یاد آیا، لیکن ایک جو بڑا مزیدار نقطہ یہاں پہ جو میں عرض کرنے لگا ہوں، وہ اعلیٰ حضرت رحمۃ اللہ علیہ نے جو یہ شعر لکھا کہ یہ پہلا مصرع تو ایک سیدھی سی بات سمجھ آ گئی کہ آقا علیہ الصلوۃ والسلام کے متعلق فرما رہے ہیں کہ مالک کونین ہے گو پاس کچھ رکھتے نہیں، کہ جو دے دیا وہ پاس نہیں رکھا، پھر تقسیم کر دیا. دو جہاں کی نعمتیں ہیں ان کے خالی ہاتھ میں. اب یہ جو مصرع ہے یہ ذو معنی ہے. کس سینس میں؟ ایک اس سینس میں کہ دو جہاں کی نعمتیں ہیں ان کے خالی ہاتھ میں. یا جو لفظ خالی ہاتھ ہے نا یہ ذو معنی ہے، یعنی ان دا سینس آف ایمپٹی ہینڈ. خالی ہاتھ کہتے ہیں ان کے خالی ہاتھ کا مطلب ایمپٹی، خالی جو ہوتا ہے نا وہ کہتے ہیں ان کے ایمپٹی ہینڈ جو بالکل خالی، جسے مطلب صرف خالی کہتے ہیں دو جہاں کی نعمتیں ان کے خالی ہاتھ میں ہے. اور ایک اس ان ادر سینس یہ ہے کہ ان دا سینس آف اونلی ہینڈس، کہ ان کے صرف ہاتھوں میں دو جہاں کی نعمتیں ہیں. یہ ذو معنی، یہ اعلیٰ حضرت رحمۃ اللہ علیہ نے جو آقا علیہ السلام کی شان بیان کی کہ مالک کونین ہے گو پاس کچھ رکھتے نہیں، دو جہاں کی نعمتیں ہیں ان کے خالی ہاتھ میں. اب یہ خالی ہاتھ اعلیٰ حضرت نے فرمایا، اور اس کی علماء نے جو توجیحات کی کہ یہ ذو معنی اس اعتبار سے کہ ان دا سینس آف ایمپٹی ہینڈ اینڈ ان دا سینس آف اونلی ہینڈس، یہ ان دو معنی میں استعمال ہوتا ہے. اور کمال ہے اس حدیث مبارکہ کی تشریح کہ انما انا قاسم اللہ. الحمدللہ الحمدللہ. ہائے واہ 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 واہ. اج نا میں وہی عرض کر رہا سا کہ حضور جی نال یہ گلاں ہو رہی سن، تے کل کائنات میرے آقا جی دی، میرے آقا جی بابا جی حضور دی ہے. کل کائنات میرے آقا جی دی. پھر نا محبوب کریم دے واسطے اللہ نے فرمایا ہے وَأَمَّا السَّائِلَ فَلَا تَنْهَرْ. جب بھی کوئی سائل آئے اور تو اس سے سوال کرے محبوبہ تے انکار نہ کریں. پھر نہ حضور جی نو بس عرضی پیش کرنی سی ایک میں وہ کیتی. میں کہ حضور جی ہے ویکھو نا اللہ نے تواڈے بارے فرمایا ہے کہ محبوب جدو آ کے کوئی سوال کرے تو پھر انکار نہ کریں. حضور جی دو پھر ہوں چاہیے چیز مینوں تو یقین منو میں وہ چیزاں تو نہیں دساں گا، لیکن میں اج تک جو منگیا تے حضور کو نہیں منگیا تے حضور نے مینوں اج تک انکار نہیں جے کیتا. زندہ مثال سامنے جے تواڈے. جی ضیاء حق صاحب ਸਾਡੇ ਬਜ਼ੁਰਗ ਫਰਮਾਉਂਦੇ ਹੁੰਦੇ ਹਨ ਮੁਫਤੀ ਸਾਹਿਬ, ਬਚਪਨ 'ਚ ਅਸੀਂ ਯਾਦ ਰੱਖੀ ਦੀ ਇੱਕ ਗੱਲ, ਉਹ ਕੋਈ ਬਹਿਸ ਕਰਦਾ ਹੁੰਦਾ ਸੀ ਨਾ ਤੇ ਉਹ ਫਰਮਾਉਂਦੇ ਹੁੰਦੇ ਹਨ ਉਹ ਗੱਲ ਸੁਣ, ਤੈਨੂੰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਸੱਦਾ ਭੇਜਿਆ ਕਿ ਤੂੰ ਉਹਨਾਂ ਦੀ ਉਮਤ ਦੇ ਵਿੱਚ ਆ. ਜੇ ਤੂੰ ਤੇਰਾ ਇਹ ਅਕੀਦਾ ਹੈ ਕਿ ਤੈਨੂੰ ਨਬੀ ਸੱਲੱਲਾਹੁ ਅਲੈਹਿ ਵਸੱਲਮ ਫਾਇਦਾ ਨਹੀਂ ਪਹੁੰਚਾ ਸਕਦੇ, ਤੂੰ ਸਹੀ ਹੋ ਜਾ. ਅਸੀਂ ਤਾਂ ਫਾਇਦਾ ਵੇਖੋ ਨਾ, ਇੱਕ ਵੇਖੋ ਅਸੀਂ ਦੁਨੀਆ ਤੇ ਆਏ ਦੇ ਹਾਂ, ਅਸੀਂ ਮਜ਼ਹਬ ਇਸਲਾਮ ਦੇ ਵਿੱਚ ਦਾਖਲ ਹੋਏ ਹਾਂ ਤਾਂ ਕਿ ਸਾਨੂੰ ਫਾਇਦਾ ਹੋਵੇ. ਤਜਾਰਤ ਹੈ ਨਾ ਇੱਕ ਕਿ ਯਾ ਅੱਲਾ ਨਮਾਜ਼ਾਂ ਪੜ੍ਹਨੇ ਪਏ ਆ ਕਿਆਮਤ ਵਾਲੇ ਦਿਨ ਬਖਸ਼ ਦਈ.
या अल्लाह ये भी कबूल फरमाई, या अल्लाह ये भी कबूल फरमाई, या अल्लाह हुजूर दे सदके ये भी कबूल फरमाई, या अल्लाह नबी करीम सल्लल्लाहु अलैहि वसल्लम ते दरूद पढ़ने पे या मालिक है फायदा पहुंचाई, मालिक है फायदा पहुंचाई। फरमांदे ने तेरा जी अगर अकीदा ही नहीं भलिया लोका कि जे कि भाई नबी कुछ नहीं देंदा, तेरा अकीदा है ना, तो फिर टेंशन कर सिर ते टोकरा क्यों चुकिया दा उम्मती होंदा, ਉਹ ਸਹੀ ਹੋ ਜਾ ਨਾ, ਸ਼ਾਇਦ ਉੱਥੋਂ ਫਾਇਦਾ ਹੋ ਜਾਊ। ਯਹੂਦੀ ਹੋਦਾ ਸ਼ਾਇਦ ਉੱਥੋਂ ਫਾਇਦਾ ਹੋ ਜਾਊ। ਏਡਾ ਵੱਡਾ ਸਾਨ ਕਾਹਨੂੰ ਲਿਆ ਦਈ ਕਿ ਜੇ ਤੂੰ ਮਦੀਨੇ ਜਾ ਕੇ ਵੀ ਉਸੇ ਅਕੀਦੇ ਦੇ ਨਾਲ ਜਨਾਬ ਉਹੀ ਉੱਥੇ ਵੀ ਜਾ ਕੇ ਲੜਨਾ ਹੈ, ਉੱਥੇ ਵੀ ਜਾ ਕੇ ਨਮਾਜ਼ਾਂ ਤੇ ਹੀ ਜ਼ੋਰ ਹੈ ਤੇਰਾ, ਔਰ ਫੈਜ਼ ਨਹੀਂ ਪਾਣਾ ਤੂੰ ਜੇ ਤੇਰਾ ਇਹ ਅਕੀਦਾ ਹੈ ਕਿ ਨਾਉਜ਼ ਬਿल्ला ਮਿਨ ਜ਼ਾਲਿਕ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਜ਼ਾਤੇ ਬਾਬਰਕਾਤ ਤੋਂ ਤੂੰ ਕੁਝ ਫੈਜ਼ ਹਾਸਲ ਕਰ ਹੀ ਨਹੀਂ ਸਕਦਾ। ਤੇਰਾ ਆਪਣਾ ਦਿਲ ਦਾ ਤੂੰ ਬੂਹਾ ਹੀ ਇੰਨਾ ਬੰਦ ਰੱਖਿਆ ਦਾ ਤੇ ਦੁਨੀਆ ਨੂੰ ਟੈਨਸ਼ਨ 'ਚ ਕਿਉਂ ਪਾਇਆ ਦਈ? ਕੈਸੀ ਮਜ਼ੇਦਾਰ ਗੱਲ ਹੈ। ਕਿਹਦਾ ਤੂੰ ਮਤਲਬ ਕਿ ਸਾਡਾ ਤੇ ਅਕੀਦਾ, ਸਾਨੂੰ ਤੇ ਫਾਇਦਾ ਵੀ ਮਿਲਦਾ, ਸਾਨੂੰ ਤੇ ਸਾਡੇ ਤੇ ਬੱਚੇ, ਅਸੀਂ ਅਹਿਲੇ ਬੈਤ ਦੇ ਗੁਲਾਮ ਅਲਹਮਦੁਲਿਲਾ ਉਹਨਾਂ ਦਾ ਸਦਕਾ ਖਾਂਦੇ ਆ, ਹਜ਼ੂਰ ਦਾ ਸਦਕਾ ਖਾਂਦੇ ਆ। ਅਸੀਂ ਤੇ ਹਰ ਇੱਕ ਜਸ਼ਨ ਮਨਾਉਂਦੇ ਆ, ਹਰ ਵਕਤ ਹਜ਼ੂਰ ਦੀ ਯਾਦ 'ਚ ਰਹਿੰਦੇ ਆ, ਆਕਾ ਤੇ ਦਰੂਦ ਭੇਜਦੇ ਆ, ਨਮਾਜ਼ਾਂ ਦੇ ਅੱਗੇ ਪਿੱਛੇ ਹਰ ਪਾਸੇ ਭੇਜਦੇ ਆ। ਸ਼ੁਕਰ ਉਹਦੀ ਜ਼ਾਤ ਪਾਕ ਦਾ, ਹੱਸਦੇ ਖੇਡਦੇ ਦੁਨੀਆ ਤੇ ਆਏ ਆ, ਹੱਸਦੇ ਖੇਡਦੇ ਦੁਨੀਆ ਤੋਂ ਜਾਂਦੇ ਆ, ਹਜ਼ੂਰ ਦੀਆਂ ਨਾਤਾਂ ਪੜ੍ਹਨੇ ਆ, ਆਕਾ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਹਰ ਵਕਤ ਜ਼ਿਕਰ ਕਰਨੇ ਆ, ਔਰ ਅੱਲਾ ਦਾ ਸ਼ੁਕਰ ਹੈ ਖੁਸ਼ ਰਹਿੰਦੇ ਆ, ਘਬਰਾਉਂਦੇ ਨਹੀਂ, ਕਿਉਂਕਿ ਜ਼ਰਾ ਜਿੰਨੀ ਕਿਧਰੇ ਵੀ ਕੋਈ ਮੁਸ਼ਕਿਲ ਸਾਡੇ ਤੇ ਇਸ ਲਈ ਨਹੀਂ ਆਉਂਦੀ ਕਿ ਅਸੀਂ ਹਰ ਵਕਤ ਮੁਖਤਾਰੇ ਕੁਲ ਦਾ ਖਿਆਲ ਰੱਖਨੇ ਆ ਆਪਣੇ ਜ਼ਿਹਨ 'ਚ ਕਿ ਯਾ ਰਸੂਲ ਅੱਲਾਹ ਸੱਲਮ ਇਹ ਮੁਸ਼ਕਿਲ ਆਈ ਹੈ, ਹਜ਼ੂਰ ਬਚਾ ਲਈਓ, ਹਜ਼ੂਰ ਬਚਾ ਲੈਂਦੇ ਨੇ। ਅਕੀਦਾ ਔਰ ਇਹਦੇ ਵਾਸਤੇ ਸਾਨੂੰ ਕੋਈ ਵੱਡੀ, ਮੈਂ ਤੁਹਾਨੂੰ ਕੀ ਦੱਸਾਂ, ਮੈਂ ਨਾ ਮੇਰੇ ਕੋਲ ਐਸੇ ਜੀ ਜਿਆ ਸਾਹਿਬ, ਮੈਂ ਕਿਹਾ ਜੀ ਐਸੀਆਂ ਚੀਜ਼ਾਂ ਨੇ, ਮੈਂ ਇਹਨਾਂ ਨੂੰ ਦੱਸਾਂ ਨਾ ਤੇ ਮੈਨੂੰ ਖਤਰਾ ਇਸ ਚੀਜ਼ ਹੈ ਕਿ ਮੁਨਕਿਰ ਹੋ ਕੇ ਕਾਫਰ ਨਾ ਹੋ ਜਾਣ। ਅੱਲਾ ਦੀ ਕਸਮ ਮੈਂ ਬਿਆਨ ਕਰਦੇ ਹਾਂ ਤੇ ਮੈਨੂੰ ਖਦਸ਼ਾ ਹੈ ਕਿ ਕੋਈ ਪਾਗਲ ਦਾ ਪੁੱਤਰ ਉੱਠ ਕੇ ਛੋਟੇ ਅਕੀਦੇ ਵਾਲਾ, ਛੋਟੇ ਹਾਜ਼ਮੇ ਵਾਲਾ, ਕਿਉਂਕਿ ਹਾਜ਼ਮੇ ਖਰਾਬ ਨੇ, ਉਹ ਕਿਧਰੇ ਕਾਫਰ ਹੀ ਨਾ ਹੋ ਜਾਏ, ਕਿਉਂਕਿ ਇਲਮ ਤੇ ਹੈ ਕੋਈ ਨਹੀਂ ਨਾ, ਸ਼ਊਰ ਤੇ ਹੈ ਹੀ ਕੋਈ ਨਹੀਂ, ਕੁਝ ਵੀ ਨਹੀਂ। और मुजफ्फर वारसी साहब का शेर ना, जहां भी हो वहीं से दो सदा सरकार सुनते हैं, पसे आई ना सुनते हैं, सरे दीवार सुनते हैं, मैं सदके जाऊं उनकी रहमतुल लिल आलमीनी के, अरे पुकारो चाहो जितनी बार वो हर बार सुनते हैं। अल्लाह अल्लाह सुभान अल्लाह, अस्सलाम वालेकुम रहमतुल्लाह। हर अकीदा जब आप पक्का कर लोगे तुसी यार, मतलब मनु ये समझ नहीं आती, ਉਹ ਪੈਰਾਡੋਲਾ ਕਿਉਂ ਖਾਂਦੇ ਹੋ ਯਾਰ ਤੁਸੀਂ ਡਿਪਰੈਸ਼ਨ ਹੋਏ ਤੇ? ਤੁਸੀਂ ਮਸੀਤੀ ਜਾ ਕੇ ਸਲਾਤੁਲ ਹਜਾਤ ਪੜ੍ਹ ਕੇ ਹਜ਼ੂਰ ਤੇ 100 ਦਫਾ ਦਰੂਦ ਸ਼ਰੀਫ ਪੜ੍ਹ ਕੇ, ਯਾਨੀ ਗੁੰਬਦ ਖਜ਼ਰਾ ਦੇ ਨਾਲ ਕਨੈਕਸ਼ਨ ਕਿਉਂ ਨਹੀਂ ਪੈਦਾ ਕਰਦੇ? ਇਹ ਟੈਨਸ਼ਨਾਂ ਵੱਧਦੀਆਂ ਕਿਉਂ ਨੇ? ਕਿਉਂਕਿ ਅਸੀਂ ਹਜ਼ੂਰ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਲ ਨਹੀਂ ਕੀਤਾ। ਸਾਡੀ ਸਭ ਤੋਂ ਵੱਡੀ ਬਿਮਾਰੀ ਹੈ। ਅਸੀਂ ਗੱਲਾਂ ਤੇ ਸਾਰੀਆਂ ਕਰਨੇ ਆ, ਜਿੰਨੀਆਂ ਸਾਰੀਆਂ ਬਿਮਾਰੀਆਂ ਜਮ੍ਹਾਂ ਹੋਈ ਦੀਆਂ ਨਾ ਸਰ ਜੀ। ਜੀ 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 ਇਹ ਜੇ ਗੱਲ ਇਹ ਵੇਖੋ ਨਾ, ਐਸੀ ਉਹ ਗੱਲ, ਐਸੀ ਉਹ ਰਾਜ਼ ਜਿਹਦੇ ਤੁਸੀਂ ਪਰਦਾ ਚੁੱਕ ਛੜਿਆ ਹੈ ਮੈਨੂੰ। ਯਾਨੀ ਮੈਂ ਕਿਉਂ ਵੇਖੋ, ਇੱਕ ਕੋਈ ਮਤਲਬ ਕੋਈ ਮਿਰਜ਼ਾ ਸ਼ਿਰਜ਼ਾ ਬਈ ਕਹਿੰਦਾ ਰਵੇ, ਉਹਦੇ 15 ਲੱਖ ਮਿਲੀਅਨ ਫਾਲੋਅਰ ਨੇ, ਹੁੰਦੇ ਰਹਿਣ, ਮੇਰੀ ਜੁੱਤੀ ਤੋਂ ਕੁਰਬਾਨ, ਕਿਉਂਕਿ ਮੇਰਾ ਯਕੀਨ ਅਗਰ ਕਿਸੇ ਇੱਕ ਵੀਡੀਓ ਨੇ ਬਦਲ ਦੇਣਾ, ਇਹਦਾ ਮਤਲਬ ਹੈ ਮੇਰਾ ਹਜ਼ੂਰ ਤੇ ਈਮਾਨ ਹੀ ਕੱਚਾ ਹੈ। ਯਾਨੀ ਇੰਨਾ ਕੁ ਅਸੀਂ ਕਰ ਲਈਏ ਕਿ ਅੱਲਾ ਦੀ ਕਸਮ ਵੱਲਾ ਮੇਰਾ ਅਕੀਦਾ ਔਰ ਨਜ਼ਰੀਆ ਤੁਸਾਂ ਬਿਆਨ ਕੀਤਾ ਵੇ, ਹੋਰ ਕਿਸੇ ਨੂੰ ਸਮਝ ਆਉਂਦਾ ਹੀ ਨਹੀਂ ਪਿਆ ਨਾ, ਮੇਰਾ ਅਕੀਦਾ ਨਹੀਂ ਕਿਸੇ ਨੂੰ ਸਮਝ ਆ ਰਿਹਾ। ਉਹ ਮੈਂ ਕਿਹਾ ਯਾਰ ਜਿਹੜਾ ਬਿਮਾਰ ਏ ਉਹ ਤੂੰ ਭਾਈ 5 ਲੱਖ ਰੁਪਈਆ 10 ਲੱਖ ਰੁਪਈਆ, ਉਹ ਇੱਕ ਮੌਲਾਨਾ ਸਾਹਿਬ ਸਨ, ਉਹਨਾਂ ਦੀ ਵੀਡੀਓ ਮੈਂ ਵੇਖੀਆਂ, ਉਹ ਮਰ ਗਿਆ, ਰੁੜ ਗਿਆ, ਮੈਨੂੰ ਕੈਂਸਰ ਹੋ ਗਿਆ ਜੀ, ਓਏ ਦਿਓ ਓਏ ਲੋਕੋ ਪੈਸਾ, ਮੈਨੂੰ ਇਲਾਜ ਕਰਾਓ। ਮੈਨੂੰ ਉਹਨਾਂ ਦੀ ਵਿਚਾਰੇ ਦੀ ਨਾ ਵੀਡੀਓ ਵੇਖ ਕੇ ਤਰਸ ਜਿਹਾ ਆਏ ਕਿ ਮੈਂ ਕਿਹਾ ਯਾਰ ਤੂੰ ਕਿਸੇ ਨੂੰ ਕਹਿ ਦੇ ਚਲੋ ਤੇਰੇ ਕੋਲ ਨਹੀਂ ਪੈਸਾ, ਤੂੰ ਇੰਨਾ ਹੀ ਤਾਂ ਯਾਰ ਮੈਨੂੰ ਮਦੀਨੇ ਲੈ ਜਾਓ ਯਾਰ, ਇੱਕ ਵਾਰੀ ਮਦੀਨੇ ਲੈ ਜਾਓ, ਮੇਰੀ ਸ਼ਿਫਾ ਉੱਥੇ ਵੇ। ਹਾਏ 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 ਹਾਏ, ਬਸ ਛੱਡ ਦਿਓ। ਜਦੋਂ ਅਸੀਂ ਖੁਦ ਦੇਖਨੇ ਪਏ ਹਾਂ ਕਿ ਜੰਗੇ ਉਹਦ ਦੇ ਵਿੱਚ, ਜੰਗੇ ਬਦਰ ਦੇ ਵਿੱਚ, ਸਾਰੀਆਂ ਜੰਗਾਂ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ, ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ, ਸਾਹਿਬ ਇਲਮ ਹਾਂ, ਸਾਹਿਬ ਮੁਰਸ਼ਦ ਹਾਂ, ਅਸੀਂ ਸਾਰੇ ਬਜ਼ੁਰਗਾਂ ਨੇ ਸਾਨੂੰ ਇਹ ਸਿਖਾਇਆ ਕਿ ਸਹਾਬੀ ਰਸੂਲ ਦੀ ਅੱਖ ਦਾ ਡੇਲਾ ਬਾਹਰ ਆ ਗਿਆ, ਹਜ਼ੂਰ ਹੈ ਕਿਆ ਉਹ ਨਹੀਂ ਸੀ ਜਾਣਦਾ ਵੀ ਮੈਂ ਕਿਸੇ ਹਕੀਮ ਕੋਲ ਜਾਣਾ?
ਉਹ ਕਿਹੜਾ ਅਕੀਦਾ ਲੈ ਕੇ ਆਉਂਦੇ ਪਏ ਸਨ? ਉਹਨਾਂ ਨੂੰ ਪਤਾ ਸੀ ਕਿ ਹਜ਼ੂਰ ਨੇ ਜਦੋਂ ਲੁਆਬੇ ਦਹਨ ਲਗਾਣਾ ਤੇ ਮੇਰੀ ਅੱਖ ਠੀਕ ਹੋ ਜਾਣੀ ਹੈ। ਹਜ਼ੂਰ ਆ ਬੱਚਾ ਬਿਮਾਰ ਹੈ, ਜ਼ਰਾ ਹਜ਼ੂਰ ਇੰਜ ਕਰ ਦਿਓ, ਹਜ਼ੂਰ ਇੰਜ। ਮੈਂ ਨਹੀਂ ਕਹਿੰਦਾ ਕਿ ਤੁਸੀਂ ਹਸਪੀਟਲ ਨਾ ਜਾਓ, ਲੇਕਿਨ ਯਾਰ ਹਸਪੀਟਲ ਜਾਂਦਿਆਂ ਅਗਰ ਜ਼ੁਬਾਨ ਦੇ ਉੱਤੇ ਦਰੂਦ ਸ਼ਰੀਫ ਹੈ ਤੇ ਫਿਰ ਵੇਖੋ ਹੁੰਦਾ ਕੀ ਹੈ। ਬੇਸ਼ੱਕ ਰਾਬਤਾ ਰਬਤ ਹਜ਼ੂਰ ਦੀ ਜ਼ਾਤ ਨੂੰ ਮਹਿਵਰ ਰੱਖੋ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ ਜਾਨ। ਤੁਸੀਂ ਦੇਖੋ ਸਾਰੀਆਂ ਮੁਸ਼ਕਲਾਂ ਦਾ ਹੱਲ ਸਿਰਫ ਉਹ ਸਾਡੇ ਦਿਲ ਦਾ ਜਿਹੜਾ ਐਂਟੀਨਾ ਹੈ ਨਾ, ਉਹਨੂੰ ਸਿਰਫ ਥੋੜਾ ਜਿਹਾ ਮਦੀਨਾ ਪਾਕ ਦੇ ਨਾਲ, ਥੋੜਾ ਜਿਹਾ ਨਹੀਂ ਬਲਕਿ ਐਗਜ਼ੈਕਟਲੀ ਉਹਦੀ ਤਾਰ ਸੈੱਟ ਕਰਨੀ ਹੈ ਉੱਥੇ ਜਾ ਕੇ। ਵੇਖੋ ਤਾਂ ਸਿਗਨਲ ਫੜਨ ਦੀ ਦੇਰ ਹੈ, ਫਿਰ ਵੇਖੋ ਸਟੇਸ਼ਨ ਕਿੰਨੇ ਆਉਂਦੇ ਨੇ, ਕਿੰਨੇ ਚੈਨਲ ਫੜਦਾ, ਫਿਰ ਵੇਖੋ ਹੁੰਦਾ ਕੀ ਹੈ। आज भी कर सकती है, वो कहते हैं ना अल्लामा इकबाल का शेर है, आज भी कर सकती है वो अंदाज़े गुलिस्तान पैदा। हजरत बाबा बुल्ले शाह अज दी सदी दे साढ़े को दूर ते नहीं। आपने की आखिरी शेर की मैं जाना कौन बुलिया, की जाना मैं कौन, आखिर ਉਹਦਾ ਮਕਤਾ ਕਦੀ ਵੇਖੋ रूह कंब ਜਾਂਦੀ है। फरमाने की ने सारियां गल्लां करके आखिर ते कहंदे ने अव्वल आखिर आप ਨੂੰ ਜਾਣਾ ना कोई दूजा होर पछाणा। अच्छा ਉਹ मेथों होर कौन सियाणा, ਜਦੋਂ ਮੈਂ ਹਜ਼ੂਰ ਨੂੰ ਸਭ ਕੁਝ ਮੰਨ ਲਿਆ ਤੇ ਹੁਣ ਮੇਰੇ ਦੱਸੋ ਮੇਰੀ ਦੁਨੀਆ 'ਚੋਂ ਮੇਰੇ ਨਾਲੋਂ ਬਹੁਤਾ ਸਿਆਣਾ ਕੌਣ ਹੈ? ਕੀ ਜਾਣਾ ਮੈਂ ਕੌਣ ਬੁੱਲਿਆ, ਕੀ ਜਾਣਾ ਮੈਂ ਕੌਣ। ਫਰਮਾਉਂਦੇ ਨੇ ਅਵਲ ਆਖਰ ਆਪ ਨੂੰ ਜਾਣਾ। ਸਾਰੀਆਂ ਗੱਲਾਂ ਕਰਕੇ ਨਾ ਮੈਂ ਮੂਸਾ ਨਾ ਫਿਰੌਨ ਸਾਰੀ ਕਰਕੇ ਨਾ ਅਖੀਰ ਤੇ ਮਕਤਾ ਪੜੋ, ਖੁਦਾ ਦੀ ਕਸਮ ਰੂਹ ਤਾਜ਼ਾ ਹੋ ਜਾਂਦੀ। ਫਰਮਾਉਂਦੇ ਨੇ ਅਵਲ ਆਖਰ ਆਪ ਨੂੰ ਜਾਣਾ ਨਾ ਕੋਈ ਦੂਜਾ ਹੋਰ ਪਛਾਣਾ, ਉਹ ਮੇਥੋਂ ਹੋਰ ਕੌਣ ਸਿਆਣਾ। ਉਹ ਇਹੀ ਤੇ ਗੱਲਾਂ ਨੇ। ਉਹਨੇ ਤਾਂ ਹੀ ਤੇ ਕਹਿ ਛੜੀ, ਉਹਨੇ ਮੁੱਕਦੀ ਮੁਕਾਏ, ਉਹਨੇ ਕਿਹਾ ਬਾਬਿਆਂ ਦਾ ਖੁਦਾ ਕੋਈ ਹੋਰ। ਉਹ ਗੱਲਾਂ ਉਹਨੂੰ ਬਾਬਿਆਂ ਦੀ ਹੁਣ ਸਮਝ ਆਈਆਂ ਨਹੀਂ ਵਿਚਾਰੇ ਨੂੰ। ਉਹਨੇ ਕਿਹਾ ਛੱਡੋ ਯਾਰ, ਇਹਨਾਂ ਸਾਰਿਆਂ ਨੂੰ ਮੁਸ਼ਰਕ ਬਣਾਓ, ਇਹਨਾਂ ਨੂੰ ਕਹੋ ਕਿ ਇਹਨਾਂ ਦਾ ਤੇ ਖੁਦਾ ਕੋਈ ਹੋਰ। ਨਹੀਂ ਸਰ, ਉਹ ਬੜੀ ਵੱਡੀ ਪਲਾਨ। ਦੇਖੋ ਮੇਰੀ ਗੱਲ ਸੁਣੋ, ਮੈਂ ਬਾਰ-ਬਾਰ ਇੱਕ ਚੀਜ਼ ਅਰਜ਼ ਮੈਂ ਕਰਨਾ, ਉਹ ਯੂਟਿਊਬਰ ਹੈ, ਉਹਨੂੰ ਚਾਹੀਦੇ ਨੇ ਵਿਊ। ਉਹ ਅਸਲ ਦੇ ਵਿੱਚ ਕੋਈ ਇਸਲਾਮ ਦੀ ਤਬਲੀਗ ਉਹ ਸਾਰਾ ਨਹੀਂ। ਆ ਵੇਖੋ ਨਾ, ਕੱਲ ਕਲਾ ਨੂੰ ਇੱਕ ਇੰਡੀਆ ਦਾ ਇੱਕ, ਮੈਂ ਹੈਰਾਨ ਹੋਇਆ, ਮੈਨੂੰ ਇੱਕ ਬੰਦੇ ਨੇ ਦੱਸਿਆ, ਮੈਂ ਕਿਹਾ ਇਹ ਵੇਖ ਲੈ, ਇਹ ਮੇਰੀ ਗਵਾਹੀ ਦਿੰਦੀ ਪਈ ਹੈ ਗੱਲ ਜਿਹੜੀ ਮੈਂ ਤੈਨੂੰ ਸਮਝਾਉਣਾ ਪਿਆ। ਇੰਡੀਆ ਦਾ ਇੱਕ ਗਰੋਵਰ ਹੈ, ਉਹ ਵਿਚਾਰਾ ਵਲੌਗਰ ਹੈ, ਔਰ ਉਹ 5.5 ਮਿਲੀਅਨ ਨੇ ਉਹਦੇ ਫਾਲੋਅਰ। ਅੱਛਾ, ਇਸ ਮਿਰਜ਼ੇ ਨੇ ਕੀ ਕੀਤਾ, ਉਹਦੇ ਉੱਤੇ ਵੀਡੀਓ ਬਣਾ ਦਿੱਤੀ ਹੂੰ ਪਰਸੋਂ ਚੌਥ। ਪਤਾ ਕਿਉਂ? ਕਿਉਂਕਿ ਉਹਦੇ 5 ਮਿਲੀਅਨ ਫਾਲੋਅਰ ਨੇ। ਮੈਂ ਉਹਨੂੰ ਗਾਲ ਵੀ ਕੱਢਾਂਗਾ ਨਾ, ਉਹਦੇ ਵਿੱਚੋਂ ਮਿਲੀਅਨ ਤੇ ਮੈਨੂੰ ਵੇਖੇਗਾ ਨਾ, ਤੇ ਬਸ ਮੇਰੀ ਰਕਮ ਬਣ ਜਾਏਗੀ। ਮੇਰਾ ਜਿਹੜਾ ਪਰ ਡੇ ਦਾ ਉਹ ਆਉਣਾ ਪੈਸੇ, ਉਹ YouTube, ਮੈਂ ਕਹਿੰਦਾ YouTube ਅੱਜ ਪੈਸੇ ਦੇਣਾ ਬੰਦ ਕਰ ਦੇ, ਇਹਦੀ ਸਾਰੀ ਤਬਲੀਗ ਬੰਦ ਹੋ ਜਾਂਦੀ ਹੈ। ਇਸ ਮਸਲੇ ਨੂੰ ਦੂਸਰੇ ਤਰੀਕੇ ਦੇ ਨਾਲ, ਮਤਲਬ ਆਲਮੇ ਦੀਨ ਹੋਵੇ, ਜਿਹੜਾ ਇੱਕ ਬੰਦਾ ਆਲਮੇ ਦੀਨ ਹੁੰਦਾ, ਉਹ ਤੇ ਆਪਣੀ ਨਿਸਬਤ ਦੇ ਨਾਲ ਕਦੀ ਜੁੜ ਕੇ ਚੱਲਦਾ, ਉਹ ਤੇ ਬੜਾ ਅਦਬ ਵਾਲਾ ਹੁੰਦਾ। ਉਹਦੇ ਤੇ ਅੰਗ ਅੰਗ, ਉਹਦੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹੁੰਆਂ ਤੱਕ ਹਜ਼ੂਰ ਦਾ ਇਖਲਾਕ ਛਲਕਦਾ ਉਹਦੇ ਤੋਂ। ਉਹ ਮਿੰਬਰ ਰਸੂਲ ਤੇ ਬਹਿੰਦਾ, ਹਜ਼ੂਰ ਦੀ ਹਦੀਸਾਂ ਸੁਣਾਉਂਦਾ, ਹਜ਼ੂਰ ਦਾ ਇਖਲਾਕੇ ਹਸਨਾ ਉਹਦੀ ਸ਼ਖਸੀਅਤ ਦੇ ਵਿੱਚੋਂ ਛਲਕਦਾ ਨਜ਼ਰ ਆਉਂਦਾ। ਪਤਾ ਲੱਗਦਾ, ਖੁਸ਼ਬੂ ਆਉਂਦੀ ਹੈ, ਯਾਰ ਐ ਵੇ ਆਲਮ ਦੀਨ, ਇਹਨੂੰ ਵੇਖ ਕੇ ਅੱਲਾ ਯਾਦ ਆਉਂਦਾ, ਬਹਿਣ ਤੇ ਦਿਲ ਕਰਦਾ, ਉਹਦੇ ਕੋਲ ਅਦਬ ਸਿੱਖਿਆ ਜਾਂਦਾ। ਇਹ ਬੰਦਾ ਜਿਹਨੂੰ ਵੇਖ ਕੇ ਬੰਦਾ ਘਰ ਜਾ ਕੇ ਆਪਣੇ ਮਾਂ ਪਿਓ ਨੂੰ ਗਾਲਾਂ ਕੱਢਣਾ ਸ਼ੁਰੂ ਕਰ ਦਿੰਦਾ। जिन्हें अदब ही नहीं सीखना ना, जिन्हें दीन तो सब तो पहले अदब है सरकार। बजा फरमाया, बिल्कुल बजा फरमाया। एक वे मैं कहना पिया वालिद साहब, अब्बा जी मैं इत्थे बह जा, एक मैं कहना पिया ओए अब्बिया, मेरा प्यो जुत्ती ला लवेगा, ते बच्चे जाए के बुजुर्गां ने दीन नूं इन्हां अलकाबात तो नवाजिया जाए, इंज दीन समझाया जाता है, अल्लाह माफ करे। लिहाजा ये सर शोभदाबाद सारे आउंदे रहिंदे ने, इसलिए मैं हमेशा कहना हुंदा यूट्यूबर होर ने, दीन दे दाई कुछ और ने। दिया भाई आप जरा बताना, आपकी उम्र कितनी को होनी है? मेरी उम्र सर इस टाइम 45 साल है। मैं 32 साल दा यूएई च दुबई च हाँ, और नहीं, मैं उम्र पूछण दा एक रीजन है, मैं अर्ज कर दिया कि देखो अज तक हजे तक मैं जिन्ना वेखिया ना, मैनू अज तक कोई मसां मर के कोई बमुश्किल 25 साल तो उत्ते कोई मिर्जा जूनियर जेलमी का फॉलोअर नहीं जे टप्पिया। बच्चे ने छोटे छोटे 13 साल 14 साल तो शुरू होंगे ने, तो यह जाते जे 25 साल तक। यानी राउंड बोर्ड टीन एजर ने ना जेडे, इहो ही ये पिछे लगे ने, जेडे नॉन सेंस होंदे ने और उन्हां दी सेंस भी पुख्ता नहीं होंदी,
ਇਹ ਔਰ ਮਤਲਬ ਜਜ਼ਬਾਤੀ ਉਮਰ ਹੁੰਦੀ ਏ, ਤੇ ਉਹ ਵਾਲੇ ਬੱਚੇ ਛੋਟੇ ਛੋਟੇ ਨਾ ਬਸ ਇਹਦੇ ਨਾਲ ਲੱਗੇ ਨੇ। ਸਰ ਮੀਆਂ ਸਾਹਿਬ ਦਾ ਸ਼ੇਰ ਹੈ, ਜਿਹੜੀ ਬੱਕਰੀ ਇੱਜੜੋਂ ਵਿਛੜੀ ਉਹ ਬਗਿਆੜਾਂ ਜੋਗੀ। ਹਾਂ, ਇਹ ਉਹ ਬੱਚੇ ਨੇ, ਇਹ ਇੱਜੜੋਂ ਵਿਛੜੇ, ਇਹਨਾਂ ਦੇ ਮਾਂ ਪਿਓ ਨੇ ਇਹਨਾਂ ਨੂੰ ਅਦਬ ਨਹੀਂ ਸਿਖਾਇਆ। ਘਰ ਦੀ ਤਰਬੀਅਤ ਦੇਖੋ, ਅਗਰ ਮੇਰੇ ਸਾਹਮਣੇ ਸਾਰੀ ਜ਼ਿੰਦਗੀ ਮੇਰੀ ਦਾਦੀ ਔਰ ਮੇਰੀ ਵਾਲਦਾ ਨੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮੇ ਨਾਮੀ ਜਦੋਂ ਆਇਆ ਤੇ ਉਹਨਾਂ ਦੋਵੇਂ ਅੰਗੂਠੇ ਚੁੰਮ ਕੇ ਅੱਖਾਂ, ਮੈਨੂੰ ਹੁਣ ਕਿਸੇ ਦੀ ਸਨਦ ਨਹੀਂ ਚਾਹੀਦੀ ਕਿ ਨਹੀਂ ਚੁੰਮਣੇ ਚਾਹੀਦੇ, ਮੈਂ ਆਪਣੀ ਮਾਂ ਦੇ ਤੇ ਚੱਲਦਾ ਪਿਆ। ਜਦੋਂ ਇਹਨਾਂ ਦੀ ਔਲਾਦ ਦਾ ਅੱਜ ਕੱਲ ਦੇ ਕਿੰਨੇ ਕੁ ਮਾਂ ਪਿਓ ਨੇ ਜਿਹੜੇ ਹਜ਼ੂਰ ਦਾ ਅਦਬ ਘਰਾਂ ਦੇ ਵਿੱਚ ਸਿਖਾਉਂਦੇ ਨੇ, ਕਿੰਨੇ ਕੁ ਨੇ ਕਿ ਜਿਹੜੇ ਕਿ ਹਜ਼ੂਰ ਦਾ ਅਦਬ ਸਿਖਾਏ ਜਾਣ ਕਿ ਬੇਟਾ ਜ਼ਿੰਦਗੀ ਦੇ ਵਿੱਚ ਸਭ ਕੁਝ ਅੱਲਾ ਤੇ ਅੱਲਾ ਦੇ ਰਸੂਲ ਤੇ ਮੇਰੀ ਜਾਨ ਇਹ ਤੈਨੂੰ ਅਦਬ ਸਿਖਾਣੇ ਪਿਆ ਕਿ ਇਹਨਾਂ ਦੇ ਖਿਲਾਫ ਨਾ ਜਾਈ, ਸਭ ਕੁਝ ਤੇਰੇ ਹਜ਼ੂਰ ਨੇ, ਤੈਨੂੰ ਹਜ਼ੂਰ ਸ਼ਫਾਅਤ ਤੇ ਕੁਲ ਤੈਨੂੰ ਹਜ਼ੂਰ ਨੇ ਬਚਾਣਾ ਹੀ।